ਸਤਿ ਸ਼੍ਰੀ ਅਕਾਲ ਦੋਸਤੋ। ਸੁਚੇਤਕ ਸਟੂਡੀਓ ਵੱਲੋਂ ਥੀਏਟਰਸ ਪ੍ਰਾਈਮ ਟਾਈਮ ਵਿੱਚ ਤੁਹਾਡਾ ਵੈਲਕਮ, ਜੀ ਆਇਆਂ ਨੂੰ। ਦੋਸਤੋ, ਅੱਜ ਪੂਰੇ 9 ਦਿਨ ਹੋ ਗਏ ਸਾਨੂੰ ਇਸ ਪ੍ਰੋਗਰਾਮ ਸ਼ੁਰੂ ਕੀਤੇ ਹੋਏ। ਇਸ ਪ੍ਰੋਗਰਾਮ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਸੀ ਕਿ ਅਲੱਗ-ਅਲੱਗ ਪਰਸਨੈਲਿਟੀਜ਼ ਨਾਲ ਇੱਕ ਅਲੱਗ-ਅਲੱਗ ਸਬਜੈਕਟ 'ਤੇ ਗੱਲ ਕੀਤੀ ਜਾਊਗੀ, ਜਿੱਦਾਂ ਕਿ ਅਸੀਂ ਐਕਟਿੰਗ 'ਤੇ, ਡਾਇਰੈਕਸ਼ਨ 'ਤੇ, ਲਾਈਟਿੰਗ 'ਤੇ ਔਰ ਟੈਕਨੀਕਲ ਆਸਪੈਕਟਸ 'ਤੇ ਗੱਲ ਕਰ ਚੁੱਕੇ ਹਾਂ। ਤੇ ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਸੁਣਨ ਲਈ ਤਾਂ ਬਹੁਤ ਛੋਟਾ ਜਿਹਾ ਸਬਜੈਕਟ ਲੱਗੇਗਾ ਸਾਰਿਆਂ ਨੂੰ ਕਿ ਕੰਟੀਨਿਊਟੀ ਇਨ ਥੀਏਟਰ ਇਹ ਕੀ ਸਬਜੈਕਟ ਹੈ, ਕਿਉਂਕਿ ਬੜਾ ਸੁਣਨ 'ਚ ਬੜਾ ਨੋਰਮਲ ਲੱਗਦਾ, ਪਰ ਜਿਹੜੀ ਇਹਦੀ ਅਹਿਮੀਅਤ ਹੈ, ਜਿਹੜੀ ਇਹਦੀ ਇੰਪੋਰਟੈਂਸ ਹੈ, ਉਹ ਥੀਏਟਰ ਵਾਲਿਆਂ ਨੂੰ ਹੀ ਪਤਾ ਹੈ ਜਾਂ ਜਿਹੜੇ ਬੰਦੇ ਕਰ ਰਹੇ ਨੇ ਕੰਮ ਉਹਨਾਂ ਨੂੰ ਪਤਾ। ਕੰਟੀਨਿਊਟੀ ਤੋਂ ਮਤਲਬ ਸਾਡਾ ਇਹ ਹੈ ਕਿ ਇਹ ਨਹੀਂ ਕਿ ਅਸੀਂ ਇੱਕਾ ਦੁੱਕਾ ਨਾਟਕ ਕੀਤਾ ਜਾਂ ਜ਼ਿੰਦਗੀ 'ਚ ਜਾਂ ਅਸੀਂ 1 ਸਾਲ ਬਾਅਦ ਗੈਪ ਕਰਤਾ, 2 ਸਾਲਾਂ ਬਾਅਦ ਨਾਟਕ ਕਰ ਲਿਆ ਜਾਂ 6 ਮਹੀਨਿਆਂ ਬਾਅਦ ਕਰ ਲਿਆ, ਉਸ ਤੋਂ ਬਾਅਦ ਚੁੱਪ ਰਹੇ। ਅੱਜ ਇਸ ਪਰਸਨੈਲਿਟੀ ਨਾਲ ਅਸੀਂ ਗੱਲਬਾਤ ਕਰਾਂਗੇ, ਜਿਨ੍ਹਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਾਂਗੇ। ਉਹ ਪਰਸਨੈਲਿਟੀ ਨੂੰ ਤੁਸੀਂ ਸਾਰੇ ਜਾਣਦੇ ਹੋ, ਪੰਜਾਬ ਹੀ ਨਹੀਂ, ਪੰਜਾਬ ਤੋਂ ਬਾਹਰ, ਹਰਿਆਣਾ, ਹਿਮਾਚਲ, ਇਕੱਲਾ ਹੱਦਾਂ ਦੀ ਗੱਲ ਨਹੀਂ ਮੈਂ ਕਰ ਰਹੀ, ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਦੀ ਖਾਸ ਪਹਿਚਾਣ ਹੈ। ਸੁਦੇਸ਼ ਸ਼ਰਮਾ ਜੀ, ਜਿਨ੍ਹਾਂ ਨੇ ਪਿਛਲੇ 40-45 ਸਾਲ ਤੋਂ ਥੀਏਟਰ 'ਚ ਖੜੌਤ ਨਹੀਂ ਲਿਆਂਦੀ। ਖੜੌਤ ਦਾ ਮਤਲਬ ਕਿ ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਨਾਟਕ ਨਹੀਂ ਕਰਨਾ, ਨੁੱਕੜ ਨਹੀਂ ਕਰਨਾ ਜਾਂ ਫਿਲਮ ਨਹੀਂ ਕਰਨੀ ਜਾਂ ਕੋਈ ਫੈਸਟੀਵਲ ਨਹੀਂ ਕਰਨਾ। 70 ਦੇ ਕਰੀਬ ਨਾਟਕਾਂ ਵਿੱਚ ਉਹਨਾਂ ਨੇ ਕੰਮ ਕੀਤਾ ਤੇ 1000 ਤੋਂ ਵੱਧ ਉਹਨਾਂ ਨੇ ਸ਼ੋਜ਼ ਕੀਤੇ, ਪੇਸ਼ਕਾਰੀਆਂ ਕੀਤੀਆਂ, ਬਹੁਤ ਵੱਡੇ ਵੱਡੇ ਕੰਮ ਕੀਤੇ। ਮੈਂ ਫਿਰ ਗੱਲ ਕਰਾਂਗੀ ਕੰਟੀਨਿਊਟੀ ਦੀ, ਕਿਉਂਕਿ ਅੱਜ ਦਾ ਜਿਹੜਾ ਸਾਡਾ ਸਬਜੈਕਟ ਹੈ ਕੰਟੀਨਿਊਟੀ ਤੇ ਹੈ। ਸਾਡਾ ਮੇਨ ਫੋਕਸ ਰਹੇਗਾ ਰੰਗਕਰਮੀਆਂ ਨੂੰ ਇਸ ਗੱਲ ਸਿੱਖਣ ਲਈ ਕਿ ਕੰਟੀਨਿਊਟੀ, ਡੈਡੀਕੇਸ਼ਨ, ਪੰਕਚੁਅਲਿਟੀ, ਪੇਸ਼ੈਂਸ, ਇਹ ਸਾਰੀਆਂ ਚੀਜ਼ਾਂ ਕਿੱਦਾਂ ਇੱਕ ਥੀਏਟਰਿਸਟ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ ਤੇ ਕਿੱਦਾਂ ਉਹ ਬੰਦਾ ਕਾਮਯਾਬ ਹੁੰਦਾ। ਅੱਜ ਅਸੀਂ ਗੱਲ ਕਰਾਂਗੇ ਸੁਦੇਸ਼ ਸ਼ਰਮਾ ਜੀ ਨਾਲ। ਸਤਿ ਸ਼੍ਰੀ ਅਕਾਲ ਭਾਜੀ, ਵੈਲਕਮ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਭਾਜੀ? ਬਿਲਕੁਲ ਬਿਲकुल, ਬਹੁਤ ਅੱਛਾ। ਤੁਸੀਂ ਸੁਣਾਓ, ਸਭ ਠੀਕ ਠਾਕ? ਹਾਂਜੀ ਹਾਂਜੀ, ਠੀਕ ਠਾਕ ਭਾਜੀ। ਜਿੱਦਾਂ ਤੁਸੀਂ ਪਿਛਲੇ ਪ੍ਰੋਗਰਾਮ ਦੇਖਦੇ ਆ ਰਹੇ ਹੋ ਤੇ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕੰਟੀਨਿਊਟੀ ਇਨ ਥੀਏਟਰ ਦੇ ਵਿੱਚ ਲਗਾਤਾਰਤਾ ਕਿੱਦਾਂ ਕਾਇਮ ਰੱਖੀ ਤੁਸੀਂ ਔਰ ਕਿੱਦਾਂ ਅੱਗੇ ਫਿਊਚਰ 'ਚ ਵੀ ਰੱਖੋਗੇ। ਤੁਹਾਡੀ ਮੈਂ ਬਹੁਤ ਜ਼ਿਆਦਾ ਇੰਟਰੋਡਕਸ਼ਨ ਨਹੀਂ ਦੇਵਾਂਗੀ, ਕਿਉਂਕਿ ਤੁਸੀਂ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਇੱਕ ਕਿਤਾਬ ਸੰਸਥਾ, ਅਸੀਂ ਕੁਝ ਵੀ ਕਹਿ ਸਕਦੇ ਹਾਂ। ਤਾਂ ਪਲੀਜ਼ ਸਾਨੂੰ ਬਰੀਫ ਥੋੜਾ ਜਿਹਾ ਆਪਣੀ ਸਟਾਰਟਿੰਗ ਬਾਰੇ ਗੱਲ ਕਰੋ। ਮੈਂ ਬਰੀਫ ਇਸ ਲਈ ਕਹਿ ਰਹੀ ਹਾਂ ਤਾਂ ਕਿ ਅਸੀਂ ਤੁਹਾਡੇ ਫਿਊਚਰ ਪਲੈਨਿੰਗ, ਤੁਹਾਡੀਆਂ ਪਾਸਟ ਦੀਆਂ ਪਲੈਨਿੰਗਸ ਬਾਰੇ ਵੀ ਗੱਲ ਕਰਨੀ ਹੈ, ਤਾਂ ਇਸ ਕਰਕੇ ਸਾਡੇ ਦਰਸ਼ਕਾਂ ਨਾਲ ਗੱਲਬਾਤ ਸਾਂਝੀ ਕਰੋ। ਥੈਂਕ ਯੂ ਡਾਕਟਰ ਇੰਦਰਜੀਤ ਗੋਲਡੀ ਜੀ। ਔਰ ਸਭ ਤੋਂ ਪਹਿਲਾਂ ਸੁਚੇਤਕ ਸਟੂਡੀਓ ਵੱਲੋਂ ਜਿਨ੍ਹਾਂ ਨੇ ਇਸ ਥੀਏਟਰ ਪ੍ਰਾਈਮ ਟਾਈਮ ਦਾ ਇੱਕ ਬੀੜਾ ਚੱਕਿਆ, ਅੱਜ ਦੇ ਇਸ ਮਹਾਮਾਰੀ ਦੇ ਦੌਰਾਨ, ਇਸ ਕਰੋਨਾ ਦੇ ਸੰਘਰਸ਼ ਦੇ ਵਿੱਚ ਜਿੱਥੇ ਸਾਰੀ ਦੁਨੀਆ ਜੂਝ ਰਹੀ ਹੈ, ਔਰ ਕਲਾਕਾਰ ਉਹ ਹੈ ਕਿ ਜਿਹੜਾ ਹਰ ਸਮੱਸਿਆ ਦੇ ਵਿੱਚ ਆਪਣਾ ਰਾਹ ਆਪ ਲੱਭ ਲਵੇ ਔਰ ਉਸ ਰਾਹ ਦੇ ਨਾਲ ਸਾਰੀ ਦੁਨੀਆ ਦੇ ਨਾਲ ਕਨੈਕਟੀਵਿਟੀ ਆਪਣੀ ਕਾਇਮ ਕਰ ਸਕੇ। ਤੇ ਮੈਨੂੰ ਲੱਗਦਾ ਹੈ ਕਿ ਸੁਚੇਤਕ ਸਟੂਡੀਓ ਨੇ ਇਸ ਜਿਹੜੀ ਹੈ ਵੈਬੀਨਾਰ ਦੇ ਮਾਧਿਅਮ ਦੇ ਨਾਲ ਸਾਡੇ ਸਾਰੇ ਨਾਲ ਜੋੜ ਕੇ ਸਾਨੂੰ ਫਿਰ ਇੱਕ ਮੰਚ ਜਿਹੜਾ ਹੈ ਦਿੱਤਾ। ਇਸ ਕਰਕੇ ਅਨੀਤਾ, ਸ਼ਬਦੀਸ਼ ਦੋਹਾਂ ਦਾ ਇੱਕ ਨਾਮ ਹੈ, ਬੰਦੇ ਦੋ ਨੇ, ਇਸ ਕਰਕੇ ਦੋਹਾਂ ਨੂੰ ਬਹੁਤ ਬਹੁਤ ਇਸ ਗੱਲ ਦੀ ਵਧਾਈ, ਇਸ ਗੱਲ ਦਾ ਸਾਧੂਵਾਦ ਦਿੰਦਾ। ਜਿੱਥੇ ਤੱਕ ਅੱਜ ਦਾ ਜਿਹੜੇ ਹੈ ਕੰਟੀਨਿਊਟੀ ਇਨ ਦਾ ਥੀਏਟਰ ਦਾ ਇੱਕ ਸਬਜੈਕਟ, ਇੱਕ ਵਿਸ਼ੇ ਦੇ ਉੱਤੇ ਮੇਰੇ ਨਾਲ ਗੱਲਬਾਤ ਹੈ, ਔਰ ਮੈਂ ਇਹ ਗੱਲ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਿਸ ਦਿਨ ਮੈਂ ਰੰਗਮੰਚ ਦੇ ਵਿੱਚ ਦਾਖਲ ਹੋਇਆ ਜਾਂ ਮੇਰੀ ਫਸਟ ਐਂਟਰੀ ਹੋਈ, ਉਹ ਤੋਂ ਲੈ ਕੇ ਹੁਣ ਤੱਕ ਲਗਾਤਾਰ ਮੈਂ ਰੰਗਮੰਚ ਦੇ ਵਿੱਚ ਜੀ ਰਿਹਾ। ਉਹਦੇ ਵਿੱਚ ਜਿੰਨੀਆਂ ਵੀ ਕੋਈ ਹੋਰ ਔਕੜਾਂ ਆਈਆਂ, ਮੈਨੂੰ ਲੱਗਦਾ ਹੈ ਕਿ ਰੰਗਮੰਚ ਦੇ ਅੱਗੇ ਜਿਹੜਾ ਰੰਗਮੰਚ ਦਾ ਸੰਘਰਸ਼ ਹੈ ਉਹਨੂੰ ਕਰਨ ਦਾ, ਉਹਦੇ ਅੱਗੇ ਜਿੰਨੀਆਂ ਵੀ ਜ਼ਿੰਦਗੀ ਦੀਆਂ ਸਾਡੀਆਂ ਔਕੜਾਂ ਹੈ ਉਹ ਬਹੁਤ ਬਹੁਤ ਛੋਟੀਆਂ ਨੇ ਤੇ ਉਹ ਇਹਦੇ ਅੱਗੇ ਬਹੁਤ ਸਰਲ ਤਰੀਕੇ ਨਾਲ ਸਾਈਡ ਤੇ ਆਪਣੇ ਆਪ ਹੋ ਜਾਂਦੀਆਂ ਜਦੋਂ ਅਸੀਂ ਇਸ ਰਾਹ ਦੇ ਉੱਤੇ ਚੱਲਦੇ। ਮੈਨੂੰ ਸਾਡਾ ਇੱਕ ਮਿੱਤਰ ਸੀਗਾ, ਬੜਾ ਅੱਛਾ ਕਲਾਕਾਰ ਸੀ, ਰਵਿੰਦਰ ਗਰੋਵਰ। ਉਹ ਅਕਸਰ ਮੈਨੂੰ ਇਹ ਗੱਲ ਕਹਿੰਦਾ ਸੀਗਾ ਕਿ ਸੁਦੇਸ਼ ਜੀ, ਗੱਲ ਇਹ ਹੈ ਕਿ ਬੰਦੇ ਨੂੰ ਲਗਾਤਾਰ ਚੱਲਣਾ ਚਾਹੀਦਾ ਹੈ। ਕੋਈ ਟਰੈਕ ਨਾ ਲੱਭੇ
ਤੇ ਸਟੇਸ਼ਨ ਦੇ ਆ ਕੋਈ ਰੇਲ ਦਾ ਕੋਈ ਟਰੈਕ ਫੜ ਕੇ ਉੱਤੇ ਚੱਲਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਰਸਤੇ 'ਚ ਤੁਹਾਨੂੰ ਕਈ ਸਟੇਸ਼ਨ ਮਿਲਣਗੇ, ਜਿੱਥੇ ਜੀ ਕਰੇਗਾ ਉੱਥੇ ਰੁਕ ਜਾਣਾ, ਉੱਥੇ ਬੱਸ ਜਾਣਾ। ਤੇ ਮੈਨੂੰ ਵੀ ਲੱਗਦਾ ਹੈ ਕਿ ਮੈਂ ਉਹੀ ਚੀਜ਼ ਨੂੰ ਅਪਣਾਈ ਰੱਖਿਆ। ਮੈਨੂੰ ਲੱਗਦਾ ਹੈ ਕਿ ਮੇਰਾ नहीं ਵੀਡੀਓ नहीं सर, आ रही है आवाज, आ रही है जी, आ रही है। ਅੱਛਾ हाँ जी। ਵੀਡੀਓ ਨਹੀਂ ਹੈ ਸ਼ਾਇਦ ਆ ਰਿਹਾ। नहीं सर, आ रही है, कंटिन्यू आ रही है जी। ਤੇ ਮੈਨੂੰ ਇਹ ਲੱਗਿਆ ਕਿ ਇਸ ਕਰਕੇ ਉਹ ਮੈਂ ਸੰਘਰਸ਼ ਜਿਹੜਾ ਹੈ ਲਗਾਤਾਰ ਚਲਾਈ ਰੱਖਿਆ। हम्म ਜਿੱਥੇ ਤੱਕ ਗੱਲ ਹੈ ਕਿ ਮੇਰਾ ਰੰਗਮੰਚ ਦੇ ਵਿੱਚ ਆਣਾ ਕਿਸ ਤਰੀਕੇ ਨਾਲ ਹੋਇਆ, हम्म ਕਿ ਮੈਂ ਜੰਮਪਲ ਜਿਹੜਾ ਚੰਡੀਗੜ੍ਹ ਸ਼ਹਿਰ ਦੇ ਵਿੱਚ ਦਾ ਹੈਗਾ, ਔਰ ਮੇਰਾ ਜਿਹੜਾ ਘਰ ਹੈਗਾ ਉਹ ਟੈਗੋਰ ਥੀਏਟਰ ਤੋਂ 500 ਗਜ ਦੂਰ ਜਿਹੜਾ ਹੈ ਸੈਕਟਰ 19 ਦੇ ਵਿੱਚ ਹੈਗਾ। 19 ਦੇ ਵਿੱਚ ਉੱਥੇ ਇੱਕ ਛੋਟੇ ਕੁਆਟਰ ਹੈ EWS ਜਿਹਨੂੰ ਆਪਾਂ ਕਹਿੰਦੇ ਆ ਇਕਨੋਮਿਕਲ ਵੀਕਰ ਸੈਕਸ਼ਨ ਦੇ ਕੁਆਟਰ ਹੈਗੇ ਆ, हम्म ਤੇ ਉੱਥੇ ਹੀ ਮੈਂ ਜੰਮਪਲ ਹੋਇਆ ਮੇਰਾ। ਤੇ ਜਦੋਂ 70 ਔਰ 80 ਦੇ ਵਿੱਚ ਦੂਰਦਰਸ਼ਨ ਆਇਆ, ਟੈਲੀਵਿਜ਼ਨ ਘਰਾਂ ਦੇ ਵਿੱਚ ਆਇਆ, ਤੇ ਸਾਡੇ ਘਰ ਟੈਲੀਵਿਜ਼ਨ ਨਹੀਂ ਹੁੰਦਾ ਸੀਗਾ। ਇਸ ਕਰਕੇ ਸਾਨੂੰ ਕਿਸੇ ਦੇ ਘਰ ਜਾਣਾ ਪੈਂਦਾ ਸੀਗਾ, ਔਰ ਜਦੋਂ ਸਾਨੂੰ ਕਿਤੇ ਦੂਸਰੇ ਦੇ ਘਰ ਜਗ੍ਹਾ ਨਹੀਂ ਸੀ ਮਿਲਦੀ ਤੇ ਅਸੀਂ ਸੋਚਦੇ ਸੀ ਵੀ ਹੁਣ ਕੀ ਕਰੀਏ, ਤੇ ਅਸੀਂ ਹਾਕੀ ਸਟੇਡੀਅਮ ਚਲੇ ਜਾਂਦੇ ਸੀਗੇ। हम्म ਟੈਗੋਰ ਦੇ ਨਾਲ ਹੀ ਹਾਕੀ ਸਟੇਡੀਅਮ ਸੀਗਾ, ਉੱਥੇ ਕਦੀ ਕੋਈ ਗੇਮ ਸਾਨੂੰ ਮਿਲ ਜਾਂਦੀ ਸੀ ਖੇਡਣ ਨੂੰ, ਉੱਥੇ ਹਾਕੀ ਕਿਸੇ ਦੀ ਪਈ ਹੁੰਦੀ ਸੀ, ਕਿਸੇ ਨੇ ਟਾਈਮ ਦੇ ਤਾਂ ਖੇਡਣ ਨੂੰ ਮਿਲ ਗਿਆ। ਇੱਕ ਦਿਨ ਅਸੀਂ ਟੈਗੋਰ ਥੀਏਟਰ ਦੇ ਵਿੱਚ ਐਂਟਰ ਹੋ ਗਏ, ਔਰ ਉੱਥੇ ਕਿਸੇ ਆਫਿਸ ਦਾ ਫਾਊਂਡੇਸ਼ਨ ਡੇ ਸੀਗਾ, ਉੱਥੇ ਉਹਨਾਂ ਦੇ ਕਿਸੇ ਆਫਿਸ ਦਾ ਕਲਚਰਲ ਇਵੈਂਟ ਚੱਲ ਰਿਹਾ ਸੀਗਾ, ਔਰ ਇੰਟਰਵਲ ਦੇ ਵਿੱਚ ਸਾਨੂੰ ਕੋਲਡ ਡਰਿੰਕ ਔਰ ਕੁਝ ਸਮੋਸਾ ਔਰ ਵਗੈਰਾ ਮਿਠਾਈ ਖਾਣ ਨੂੰ ਮਿਲੀ, ਤੇ ਸਾਨੂੰ ਉਹ ਬਹੁਤ ਹੀ ਅੱਛਾ ਦਿਨ ਲੱਗਿਆ ਜਿਹੜਾ ਪਹਿਲਾ ਸੀਗਾ। बिल्कुल, हाँ जी। ਔਰ ਉਹ ਤੋਂ ਬਾਅਦ ਅਸੀਂ ਰੂਟੀਨ ਬਣ ਲਈ ਵੀ ਹੁਣ ਕਿਸੇ ਦੇ ਘਰ ਨਹੀਂ ਜਾਣਾ, हम्म ਅਸੀਂ ਇੱਥੇ ਹੀ ਆਣਾ ਟੈਗੋਰ 'ਚ, ਤੇ ਕੋਈ ਪ੍ਰੋਗਰਾਮ ਹੋਵੇ ਨਾ ਹੋਵੇ, ਜਿਸ ਦਿਨ ਪ੍ਰੋਗਰਾਮ ਹੋਵੇ ਉਸ ਦਿਨ ਟੈਗੋਰ 'ਚ, ਜਿਸ ਦਿਨ ਨਾ ਹੋਵੇ ਉਸ ਦਿਨ ਨਾਲ ਹਾਕੀ ਸਟੇਡੀਅਮ ਦੇ। ਇਸ ਤਰੀਕੇ ਨਾਲ ਅਸੀਂ ਆਪਣੇ ਬਚਪਨ ਦਾ ਜਿਹੜਾ ਹੈ ਉਹ ਸ਼ੁਰੂ ਕਰਤਾ। ਉਸ 'ਚ ਜਿਹੜਾ ਵੀ ਕੋਈ ਪ੍ਰੋਗਰਾਮ ਹੈ, ਗੀਤ ਦਾ, ਸੰਗੀਤ ਦਾ, ਨ੍ਰਿਤ ਦਾ, ਸ਼ਾਸਤਰੀ ਦਾ, ਸਾਨੂੰ ਨਹੀਂ ਪਤਾ, ਅਸੀਂ ਉੱਥੇ ਪਹੁੰਚ ਜਾਣਾ ਤੇ ਵਿੱਚ ਇੰਤਜ਼ਾਰ ਇਹ ਕਰਨਾ ਵੀ ਕਦੋਂ ਇੱਥੇ ਹੁਣ ਖਾਣ ਪੀਣ ਨੂੰ ਮਿਲੇਗਾ, ਕਦੋਂ ਕੋਲਡ ਡਰਿੰਕ ਮਿਲੇਗੀ। ਇਹ ਬੜੀ ਇੱਛਾ ਰਹਿੰਦੀ ਸੀ ਤੇ ਉਹ ਸਾਨੂੰ ਮਿਲਦਾ ਰਿਹਾ। ਉਸੇ ਦੌਰਾਨ ਸਾਨੂੰ ਕਿਸੇ ਨੇ ਕੋਈ ਐਕਟਰ ਉਹਨਾਂ ਦਾ ਘੱਟ ਹੋਏਗਾ, ਕੋਈ ਇਸ ਤਰ੍ਹਾਂ ਹੋਏਗਾ ਕਿ ਦਰਬਾਨ ਦੀ ਲੋੜ ਹੋਏਗੀ, ਤੇ ਸਾਨੂੰ ਅਸੀਂ ਰੋਜ਼ ਜਾਂਦੇ ਸੀਗੇ। ਥੋੜੀ ਥੋੜੀ ਜਿਹੜੇ ਉਸ ਟਾਈਮ ਆਰਟਿਸਟ ਹੋਣਗੇ ਉਹਨਾਂ ਨੇ ਜਾਣ ਪਹਿਚਾਣ ਹੋ ਗਈ, ਇਹ ਬੰਦਾ ਰੋਜ਼ ਆਉਂਦਾ ਹੈ, ਇੱਕ ਦਿਨ ਸਾਨੂੰ ਏਦਾਂ ਭਾਲਾ ਖੜਾ ਕਰਕੇ मतलब ਤੁਸੀਂ ਉੱਥੇ ਵੀ ਕੰਟੀਨਿਊਟੀ ਆਪਣੀ ਸਟਾਰਟ ਰੱਖੀ, ਇਸੇ ਕਰਕੇ ਤੁਸੀਂ ਹੁਣ ਤੱਕ ਉਸ ਕੰਟੀਨਿਊਟੀ ਜੀ ਰਹੇ ਹੋ। ਬਿਲਕੁਲ ਗੋਲਡੀ ਜੀ। ਹਾਂਜੀ। ਤੇ ਉਸ ਦੇ ਨਾਲ ਅਸੀਂ ਸ਼ੁਰੂ ਕਰਤਾ। ਉਹਦੇ ਵਿੱਚ ਜਿਹੜਾ ਵੀ ਕਦੀ ਕਿਸੇ ਨੇ ਕਹਿਣਾ ਵੀ ਬੈਕ ਸਟੇਜ ਤੇ ਯਾਰ ਗਮਲੇ ਚਾਹੀਦੇ ਥੱਲੇ ਟੈਗੋਰ ਚੋਂ, ਅਸੀਂ ਭੱਜਣਾ ਦਵਾ ਦਾ 2 ਗਮਲੇ ਲਿਆ ਕੇ ਰੱਖ, ਉਹਨੇ ਕੋਈ ਹੋਰ ਕੰਮ ਦੇ ਦੇਣਾ। ਅਸੀਂ ਉਹ ਬੈਕ ਸਟੇਜ ਦੇ ਕੰਮ ਕਰਦੇ ਕਰਦੇ ਸਾਨੂੰ ਨਹੀਂ ਪਤਾ ਵੀ ਕਿਹੜੇ ਕਿਹੜੇ ਬੰਦੇ ਫਿਰ ਸਾਨੂੰ ਬੁਲਾਉਣ ਲੱਗ ਪਏ, ਉਹਨਾਂ ਦੇ ਨਾਮ, ਉਹ ਆਫਿਸ ਦੇ ਪ੍ਰੋਗਰਾਮ ਜ਼ਿਆਦਾ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ। ਤੇ ਉਹ ਤੋਂ ਬਾਅਦ ਅਸੀਂ ਕਾਲਜ ਦੇ ਵਿੱਚ ਚਲੇ ਗਏ। ਕਾਲਜ ਦੇ ਵਿੱਚ ਸਾਡੇ ਬਹੁਤ ਸਾਰੇ ਸੀਨੀਅਰ ਕਲਾਕਾਰ ਮਿਲ ਗਏ, BN ਸ਼ਰਮਾ ਸੀਗੇ, ਗੁਰਕੇਸ਼ ਸਿੰਘ ਚੌਹਾਨ ਸੀਗੇ, ਵਿਨੋਦ ਧੀਰ ਸੀ, ਕਮਲ ਵਿਦਰੋਹੀ ਸੀ। ਤੁਹਾਡੀ ਸਰ ਤੁਹਾਡੀ ਉਸ ਟਾਈਮ ਕਿੰਨੀ ਉਮਰ ਸੀ? ਤੁਸੀਂ ਕਿੰਨੀ ਕੁ ਉਮਰ 'ਚ? ਮੈਂ ਉਦੋਂ ਪ੍ਰੈਪ 'ਚ ਸੀ ਜੀ। ਅੱਛਾ, ਜਿਹਨੂੰ ਆਪਾਂ ਹੁਣ +1 ਕਹਿੰਦੇ ਆ। ਪਲੱਸ, ਹਾਂਜੀ ਹਾਂਜੀ, +1 ਹਨਾ, +1 ਸੀ। ਉਮਰ ਮੇਰੀ ਹੋਏਗੀ 15-16 ਸਾਲ। ਠੀਕ ਹੈ, ਹਾਂਜੀ ਹਾਂਜੀ। ਔਰ ਉਸ ਤੋਂ ਬਾਅਦ ਫਿਰ ਅਸੀਂ ਕਾਲਜ ਦੇ ਵਿੱਚ ਜਿਹੜੇ ਹੈ ਯੂਥ ਫੈਸਟੀਵਲ ਦੇ ਵਿੱਚ ਨਾਟਕ ਸ਼ੁਰੂ ਕਰਤੇ। ਉਹ ਤੋਂ ਬਾਅਦ ਅਲੱਗ-ਅਲੱਗ ਜਿਹੜੇ ਗਰੁੱਪਸ ਹੈ ਉਹਨਾਂ ਗਰੁੱਪਸ ਦੇ ਵਿੱਚ ਕੰਮ ਸ਼ੁਰੂ ਕਰਤਾ। ਲੋਕ ਕਲਾ ਮੰਚ ਸੀ, BP ਸਿੰਘ ਜੀ ਦਾ ਸੀਗਾ, ਜਿਹਦਾ ਸੰਗੀਤਾ ਮਹਿਤਾ ਜੀ ਦਾ ਗਰੁੱਪ ਸੀਗਾ, ਹਰਜਿੰਦਰ ਸ਼ਰਮੇ ਦਾ ਸੀ, ਚਰਨ ਸਿੰਘ ਸ਼ਿੰਦਰਾ ਜੀ ਦਾ ਗਰੁੱਪ ਸੀਗਾ। ਇਹਨਾਂ ਸਭ ਨਾਲ ਜਿਹਨੇ ਕਿਸੇ ਨੇ ਬੁਲਾਣਾ ਅਸੀਂ ਪਹੁੰਚ ਜਾਣਾ, ਔਰ ਲਗਾਤਾਰ ਇਹ ਕੰਮ ਕਰਦੇ ਰਹਿਣਾ। ਇਸ ਦੌਰਾਨ ਦੇ ਵਿੱਚ ਮਤਲਬ ਅਗਰ ਆਪਾਂ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਡਾਇਰੈਕਟਰ ਹੈਗੇ ਆ ਉਹਨਾਂ ਦੇ ਵਿੱਚ ਰਾਣੀ ਬਲਬੀਰ ਹੋਰਾਂ ਨਾਲ ਵੀ ਤੁਸੀਂ ਕੰਮ ਕੀਤਾ ਮੇਰੇ ਖਿਆਲ? ਹਾਂਜੀ, ਰਾਣੀ ਬਲਬੀਰ ਜੀ ਨਾਲ, ਭਾਰਤੇਂਦੂ ਹਰੀਸ਼ਚੰਦਰ ਦਾ ਸੀ, ਭਾਰਤ ਦੁਰਦਸ਼ਾ, ਉਮੇਸ਼ ਕਾਂਤ ਜੀ ਸੀ, GS ਚੰਨੀ ਸਾਹਿਬ ਸੀ, ਵਿਨੋਦ ਧੀਰ ਜੀ, BP ਸਿੰਘ ਜੀ, ਕਮਲ ਵਿਦਰੋਹੀ ਜੀ, ਸੰਗੀਤਾ ਮਹਿਤਾ ਜੀ, ਰਜਿੰਦਰ ਸ਼ਰਮਾ ਜੀ, ਇਸ ਤਰ੍ਹਾਂ ਬਹੁਤ ਸਾਰੇ। ਭਾਜੀ ਮੈਂ ਤੁਹਾਨੂੰ ਵਿੱਚੋਂ ਹੀ ਟੋਕ ਰਹੀ ਹਾਂ,
ਮੈਂ ਸੁਣਦੀ ਆ ਪੜ੍ਹਦੀ ਆ ਕਿ ਇੱਥੇ ਇੱਕ ਬਾਬੂਆਂ ਦਾ ਥੀਏਟਰ ਦੀ ਇੱਕ ਮਤਲਬ ਸੀਗਾ, ਉਹ ਕੀ ਸੀਗਾ ਬਾਬੂਆਂ ਦਾ ਥੀਏਟਰ ਚੰਡੀਗੜ੍ਹ 'ਚ ਕਿਹਾ ਜਾਂਦਾ ਸੀ, ਬੜਾ ਸੁਣਿਆ ਉਸ ਬਾਰੇ। ਗੋਲਡੀ ਜੀ, ਜਿਹੜਾ ਚੰਡੀਗੜ੍ਹ ਦਾ ਰੰਗਮੰਚ ਹੈ, ਹੂੰ ਇਹ ਸੱਚਮੁੱਚ ਬਾਬੂਆਂ ਦਾ ਰੰਗਮੰਚ ਸੀ। ਇਹ ਬਾਬੂਆਂ ਦਾ ਸ਼ਹਿਰ ਹੈ। ਹੁਣ ਭਾਵੇਂ ਨਹੀਂ ਰਹਿ ਗਿਆ ਬਾਬੂਆਂ ਦਾ ਸ਼ਹਿਰ, ਇਹ ਬਾਬੂਆਂ ਦਾ ਹੀ ਸ਼ਹਿਰ ਹੈ। ਚੰਡੀਗੜ੍ਹ ਜਦੋਂ ਹੈ 50-60 ਦੇ ਵਿੱਚ, ਜਦੋਂ ਇਹਦਾ ਨਿਰਮਾਣ ਸ਼ੁਰੂ ਹੋਇਆ, ਜਦੋਂ ਬਣਨਾ ਸ਼ੁਰੂ ਹੋਇਆ, ਔਰ ਇਸ ਸ਼ਹਿਰ ਦੇ ਵਿੱਚ ਉਸ ਟਾਈਮ ਜੁਆਇੰਟ ਪੰਜਾਬ ਹੁੰਦਾ ਸੀ, ਮਹਾ ਪੰਜਾਬ ਹੁੰਦਾ ਸੀਗਾ। ਉਸ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਉੱਤਰਾਖੰਡ ਦੇ ਲੋਕਾਂ ਨੇ ਆ ਕੇ ਇੱਥੇ ਰਹਿਣਾ ਸ਼ੁਰੂ ਕੀਤਾ ਔਰ ਇੰਪਲੋਈ ਬਣਨੇ ਸ਼ੁਰੂ ਹੋਏ। ਔਰ ਜਦੋਂ ਇਹ ਵਸਣਾ ਸ਼ੁਰੂ ਹੋਇਆ, ਜਦੋਂ ਸੈਕਟਰੀਏਟ ਬਣ ਗਿਆ, ਜਦੋਂ ਵਿਧਾਨ ਸਭਾ ਬਣ ਗਈ, ਔਰ ਜਦੋਂ ਡਾਇਰੈਕਟੋਰੇਟ ਆਫਿਸ ਇੱਥੇ ਦੀ ਕੈਪੀਟਲ ਦੇ ਵਿੱਚ ਬਣਨੇ ਸ਼ੁਰੂ ਹੋ ਗਏ, ਔਰ ਉਸ ਤੋਂ ਬਾਅਦ ਜਦੋਂ ਇੱਥੇ ਜਿਸ ਬੰਦੇ ਦੇ ਵੀ ਹੈੱਡਕੁਆਰਟਰ 'ਚ ਟਰਾਂਸਫਰ ਹੁੰਦੀ ਸੀ ਤੇ ਉਹ ਵਾਪਸ ਚਲੇ ਜਾਂਦਾ ਸੀ, ਜੀ ਮੈਂ ਤਾਂ ਅੰਮ੍ਰਿਤਸਰ ਦਾ, ਮੇਰੀ ਤਾਂ ਮਾਂ ਬਿਮਾਰ ਹੈ, ਕਿਸੇ ਨੇ ਕਹਿਣਾ ਮੈਂ ਹਿਸਾਰ ਦਾ, ਮੇਰੇ ਫਾਦਰ ਬਿਮਾਰ ਹੈ, ਕਿਸੇ ਦੀ ਭੈਣ ਦਾ ਵਿਆਹ ਸੀਗਾ, ਇਸ ਕਰਕੇ ਉਹ ਸਾਰੇ ਵਾਪਸ ਚਲੇ ਜਾਂਦੇ ਸੀ। ਉਦੋਂ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਸੀ, ਉਹਨਾਂ ਨੇ ਇੱਕ ਨੋਟੀਫਿਕੇਸ਼ਨ ਨਵੀਂ ਜਾਰੀ ਕੀਤੀ ਕਿ ਇੱਥੇ ਨਵੀਂ ਰਿਕਰੂਟਮੈਂਟ ਕੀਤੀ ਜਾਵੇ, ਨਵੀਂ ਭਰਤੀ ਕੀਤੀ ਜਾਏ। ਜਿਹੜਾ ਇੱਥੇ ਭਰਤੀ ਹੋ ਗਿਆ ਉਹ ਫੀਲਡ ਦੇ ਵਿੱਚ ਕਦੀ ਵੀ ਨਹੀਂ ਜਾ ਸਕਦਾ। ਇਸ ਕਰਕੇ ਉਹਨਾਂ ਨੇ ਨਵੀਂ ਭਰਤੀ ਕਰ ਲਈ, ਇਸ ਕਰਕੇ ਇਹ ਬਾਬੂਆਂ ਦਾ ਸ਼ਹਿਰ ਬਣ ਗਿਆ। ਮੇਰੇ ਖਿਆਲ ਇਹ ਜਿਹੜੇ ਬਾਬੂਆਂ ਦਾ ਥੀਏਟਰ ਕਹਿੰਦੇ ਸੀ, ਉਹ ਬਾਬੂ ਥੀਏਟਰ ਵੀ ਕਰਦੇ ਸੀ। ਬਾਬੂ ਥੀਏਟਰ ਵੀ ਕਰਦੇ ਸੀ। ਫਿਰ ਜਦੋਂ 66 ਦੇ ਵਿੱਚ ਅਲੱਗ ਹੋ ਗਿਆ, ਪੰਜਾਬ ਅਲੱਗ ਹੋ ਗਿਆ, ਹਰਿਆਣਾ ਅਲੱਗ ਹੋ ਗਿਆ, ਹਿਮਾਚਲ ਅਲੱਗ ਹੋ ਗਿਆ, ਇੱਕ ਯੂਟੀ ਬਣ ਗਿਆ। ਹਿਮਾਚਲ ਚਲੇ ਗਿਆ ਉਹ ਜਿਹੜਾ ਹੈ ਸ਼ਿਮਲਾ ਦੇ ਵਿੱਚ, ਔਰ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਇੱਕ ਇੱਕ ਆਫਿਸ ਦੇ 3-3 ਆਫਿਸ ਬਣ ਗਏ। ਪੰਜਾਬ ਮੰਨ ਲਓ ਏਜੀ ਪੰਜਾਬ ਸੀ, ਏਜੀ ਪੰਜਾਬ ਚੋਂ ਉਹੀ ਸਟਾਫ ਦਾ ਏਜੀ ਹਰਿਆਣਾ ਬਣ ਗਿਆ, ਏਜੀ ਯੂਟੀ ਬਣ ਗਿਆ, ਏਜੀ ਪੰਜਾਬ ਅਲੱਗ-ਅਲੱਗ ਥਾਵਾਂ ਤੇ ਵੰਡੇ ਗਏ। ਅਲੱਗ-ਅਲੱਗ ਇੱਕੋ ਹੀ ਸ਼ਹਿਰ ਦੇ ਵਿੱਚ, ਇੱਕੋ ਹੀ ਬਿਲਡਿੰਗ ਦੇ ਵਿੱਚ 3-3 ਆਫਿਸ ਪਹਿਲਾਂ ਬਣਨੇ ਸ਼ੁਰੂ ਹੋ ਗਏ। ਜਿੰਨੇ ਵੀ ਭਾਜੀ, ਮੈਂ ਤੁਹਾਨੂੰ ਵਿੱਚੇ ਰੋਕ ਰਹੀ ਹਾਂ, ਆਪਣੇ ਨਾਲ ਬਹੁਤ ਸਾਰੇ ਸਾਥੀ ਫੇਸਬੁੱਕ ਤੇ ਜੁੜ ਚੁੱਕੇ ਨੇ। ਰਵਿੰਦਰ ਸਿੰਘ ਜੀ, ਇੰਦਰਜੀਤ ਸਿੰਘ ਭਾਟੀਆ, ਲੱਖਾ ਲਹਿਰੀ, ਕੁਮਾਰ ਪਵਨਦੀਪ, ਜਗਜੀਤ ਸਰੀਨ, ਰਮਨ ਢਿੱਲੋਂ, ਸੁਰੇਸ਼ ਮਹਿਤਾ ਜੀ, ਸਰਦੀਸ਼ ਜੀ, ਰਵਿੰਦਰ ਸਿੰਘ ਜੀ, ਬੌਬੀ ਸਿੱਧੂ, ਲਖਵਿੰਦਰ ਸਿੰਘ ਜੌਲ, ਵਿਪਨ ਕਟਾਰੀਆ। ਦਰਸ਼ਕੋ, ਤੁਹਾਨੂੰ ਮੈਂ ਹਮੇਸ਼ਾ ਇੱਕ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਡੇ ਆਏ ਮਹਿਮਾਨ ਨਾਲ ਕਿਸੇ ਵੀ ਤਰ੍ਹਾਂ ਦਾ ਸਵਾਲ ਕਰ ਸਕਦੇ ਹੋ। ਉਹਨਾਂ ਨੂੰ ਵੀ ਚੰਗਾ ਲੱਗੇਗਾ ਕਿ ਸਾਨੂੰ ਵੀ ਚੰਗਾ ਲੱਗੇਗਾ ਜੇ ਤੁਸੀਂ ਉਹਨਾਂ ਦੇ ਐਕਸਪੀਰੀਅੰਸ ਚੋਂ ਕਿਸੇ ਗੱਲ ਤੇ ਤੁਹਾਨੂੰ ਕੋਈ ਨੌਲੇਜ ਚਾਹੀਦੀ, ਕੋਈ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਜਾਣਕਾਰੀ, ਤੁਸੀਂ ਸਾਨੂੰ ਸਵਾਲ ਕਰ ਸਕਦੇ ਹੋ। ਭਾਜੀ, ਇੱਕ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਥੀਏਟਰ ਕਰ ਰਹੇ ਸੀ, ਤੁਸੀਂ ਇੱਕ ਆਪਣਾ TFT ਦਾ ਗਰੁੱਪ ਸਟਾਰਟ ਕੀਤਾ, ਜੇ ਮੈਂ ਗਲਤ ਨਾ ਹੋਵਾਂ, ਉਹਦੇ ਬਾਰੇ ਵੀ ਚਾਨਣਾ ਪਾਓ ਕਿ ਤੁਹਾਨੂੰ ਉਹ ਫੁਰਨਾ ਕਿੱਥੋਂ ਫੁਰਿਆ। ਹਾਂਜੀ, ਪਹਿਲਾਂ ਡਾਕਟਰ ਸਾਹਿਬ ਜਿਹੜੀ ਪਹਿਲੀ ਗੱਲ ਸੀ ਇਹ ਪੂਰੀ ਕਰਦਾ, ਵਿੱਚ ਥੋੜੇ ਜਿਹੇ ਰਹਿ ਗਏ ਕਿ ਉਸ ਦੌਰਾਨ ਜਿੰਨੇ ਵੀ ਆਫਿਸਿਸ ਸੀਗੇ, ਉਹਨਾਂ ਸਾਰਿਆਂ ਦੇ ਜਿਹੜੇ ਹੈ ਕਲਚਰਲ ਐਕਟੀਵਿਟੀ ਸ਼ੁਰੂ ਹੋ ਗਈ। ਪੰਜਾਬ ਸੈਕਟਰੀਏਟ ਦੀ ਅਲੱਗ, ਹਰਿਆਣੇ ਦੀ ਅਲੱਗ, ਯੂਪੀ ਦੀ ਅਲੱਗ। ਇਸੇ ਤਰ੍ਹਾਂ ਜਿੰਨੇ ਵੀ ਬੈਂਕ ਸੀਗੇ, ਚਾਹੇ ਸਟੇਟ ਬੈਂਕ ਆਫ ਇੰਡੀਆ ਸੀ, ਪੰਜਾਬ ਨੈਸ਼ਨਲ ਬੈਂਕ ਸੀ, ਕੈਨਰਾ ਬੈਂਕ ਸੀ, ਸਟੇਟ ਬੈਂਕ ਆਫ ਪਟਿਆਲਾ ਸੀਗਾ, ਇਹ ਸਾਰਿਆਂ ਦੀ ਕਲਚਰਲ ਐਕਟੀਵਿਟੀ ਦਾ ਇੱਕ ਬਹੁਤ ਵੱਡਾ ਰੰਗਮੰਚ ਜਿਹੜਾ ਹੈ ਸ਼ੁਰੂ ਹੋ ਗਿਆ। ਛੋਟੇ ਛੋਟੇ ਸ਼ਾਰਟ ਪਲੇ। ਔਰ 70-72 ਦੇ ਵਿੱਚ ਜਦੋਂ ਇੰਡੀਅਨ ਥੀਏਟਰ ਦੀ ਇੱਥੇ ਸਥਾਪਨਾ ਹੋਈ, ਤਾਂ ਥੋੜਾ ਜਿਹਾ ਨਾਟਕ ਦੀ ਟੈਕਨੀਕਸ ਦੇ ਬਾਰੇ ਜਿਹੜਾ ਹੈ ਉਹ ਬੜੋਤਰੀ ਹੋਣੀ ਸ਼ੁਰੂ ਹੋਈ ਇਸ ਰੰਗਮੰਚ ਦੇ ਵਿੱਚ, ਡਿਪਾਰਟਮੈਂਟ ਦੇ ਆਉਣ ਤੋਂ ਬਾਅਦ, ਗਾਰਗਿਸ ਆਉਣ ਤੋਂ ਬਾਅਦ। ਔਰ ਸਾਡਾ ਲਗਾਤਾਰ ਉਸ ਦੌਰਾਨ ਇਹ ਕੰਮ ਚੱਲਦਾ ਰਿਹਾ, ਜਿੱਥੇ ਤੱਕ ਆ ਗਈ ਕਿ ਅਸੀਂ TFT ਦੀ ਬਣਤਰ ਕਦੋਂ ਕੀਤੀ, ਕਦੋਂ ਇਹਦਾ ਬਣਾਇਆ ਗਰੁੱਪ ਨੂੰ। ਉਸ ਦੌਰਾਨ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਦਰਸ਼ਕ ਜਿਹੜਾ ਹੈ ਨਾਟਕ ਤੋਂ ਟੁੱਟ ਚੁੱਕਾ ਸੀ। ਉਹ ਟੀਵੀ ਦੇ ਦੁਆਲੇ ਜ਼ਿਆਦਾ ਹੋ ਚੁੱਕਾ ਸੀਗਾ। ਥੀਏਟਰ ਤੋਂ ਬਹੁਤ ਹੀ ਘੱਟ ਆਡੀਅנס ਹੁੰਦੀ ਸੀ। 5, 10, 15, 20, 25 ਪਰਦੇ ਦੇ ਪਿੱਛੋਂ ਗਿਣਤੀ ਕਰਨ ਤੋਂ ਬਾਅਦ ਨਾਟਕ ਸ਼ੁਰੂ ਕਰਨਾ ਕਿ ਹੁਣ ਸਾਨੂੰ ਕਰ ਦੇਣਾ ਚਾਹੀਦਾ ਹੈ। 5 ਮਿੰਟ ਉੱਤੇ ਹੋ ਗਏ, 10 ਮਿੰਟ ਉੱਤੇ ਹੋ ਗਏ। ਔਰ ਇਸ ਕਰਕੇ ਨਾਟਕ ਵੀ ਸਾਲ ਦੇ ਵਿੱਚ ਕੋਈ ਇੱਕਾ ਦੁੱਕਾ ਨਵਾਂ ਨਾਟਕ ਹੁੰਦਾ ਸੀ। ਵੱਧ ਤੋਂ ਵੱਧ ਉਹਦੇ ਰਿਪੀਟ ਸ਼ੋ ਵੀ ਫੁੱਲ ਨਾਟਕਾਂ ਦੀ ਗੱਲ ਕਰ ਰਹੇ, ਜਿਸ ਟਾਈਮ ਕਲਚਰਲ ਐਕਟੀਵਿਟੀ ਤਾਂ ਹੁੰਦੀ ਸੀ, ਨਾਟਕਾਂ ਦੇ ਬਾਰੇ ਮੈਂ ਜਿਹੜੀ ਗੱਲ ਕਰ ਰਿਹਾ ਹੈਗਾ, ਉਹ ਨਾਟਕ ਜਿਹੜਾ ਹੈ
ਉਹ ਫੁੱਲ ਲੈਂਥ ਨਾਟਕ ਬਹੁਤ ਘੱਟ ਹੁੰਦੇ ਸੀ, ਇੱਕਾ ਦੁੱਕਾ ਕੋਈ ਨਾਟਕ ਹੁੰਦਾ ਸੀ ਪੂਰੇ ਸ਼ਹਿਰ ਦੇ ਵਿੱਚ, ਔਰ ਅੱਛਾ। ਉਹਦੀ ਵੀ ਚਰਚਾ ਬਹੁਤ ਅੱਛੀ ਹੁੰਦੀ ਸੀ। ਇਸ ਤੋਂ ਬਾਅਦ ਸਾਨੂੰ ਇਹ ਲੱਗਿਆ ਵੀ ਅਸੀਂ ਤਾਂ ਲਗਾਤਾਰ ਕੰਮ ਕਰਨਾ ਚਾਹੁੰਦੇ ਹਾਂ, ਔਰ ਕੀ ਕਰੀਏ, ਇੱਕ ਗਰੁੱਪ ਇੱਕ ਕੰਮ ਕਰਦਾ ਹੈ, ਔਰ ਜ਼ਿਆਦਾਤਰ ਕੀ ਹੁੰਦਾ ਹੈ ਕਿ ਅੱਜ ਬਹੁਤ ਗਰਮੀ ਦੇ ਦਿਨ ਨੇ, ਹੂੰ ਵੀ ਅੱਜ ਕੱਲ ਨਾਟਕ ਨਹੀਂ ਹੋ ਸਕਦਾ। ਹੁਣ ਬਰਸਾਤਾਂ ਦੇ ਦਿਨ ਹੈ, ਅੱਜ ਕੱਲ ਨਾਟਕਾਂ ਦੇ ਦਿਨ। ਹੁਣ ਠੰਡ ਬਹੁਤ ਹੈ, ਧੁੰਦਾਂ ਪੈ ਰਹੀਆਂ ਨੇ, ਨਾਟਕ ਮੌਸਮ ਦੇ ਸੰਦੇ ਹਾਂ। ਦੇ ਹਿਸਾਬ ਨਾਲ ਜਿਹੜਾ ਹੈ ਫਰਵਰੀ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਫਿਰ ਬੱਚਿਆਂ ਦੇ ਐਗਜ਼ਾਮ ਸ਼ੁਰੂ ਹੋ ਜਾਂਦੇ ਸੀ, ਇਹ ਐਕਸਕਿਊਜ਼ ਰਹਿੰਦਾ ਸੀਗਾ। ਫਿਰ ਇਹ ਹੋ ਜਾਂਦਾ ਸੀ ਕਿ ਅਕਤੂਬਰ ਨਵੰਬਰ ਦੇ ਜਿਹੜਾ ਮਹੀਨਾ ਹੈ, ਇਹਨਾਂ ਦਿਨਾਂ ਦੇ ਵਿੱਚ ਪਲੇਜ਼ੈਂਟ ਮੌਸਮ ਹੁੰਦਾ ਸੀ, ਇਨ ਦਿਨਾਂ ਦੇ ਵਿੱਚ ਰੰਗਮੰਚ ਜ਼ਿਆਦਾ ਹੁੰਦਾ ਸੀਗਾ, ਜਾਂ ਨਵੀਂ ਪ੍ਰੋਡਕਸ਼ਨ ਕੋਈ ਹੁੰਦੀ ਸੀ ਤੇ ਇਨ ਦਿਨਾਂ ਦੇ ਵਿੱਚ ਹੁੰਦੀ ਸੀ। ਹੂੰ ਇਨ ਦਿਨਾਂ ਦੇ ਵਿੱਚ ਸਾਰੇ ਡਾਇਰੈਕਟਰਾਂ ਨੂੰ ਹੁੰਦਾ ਸੀ ਅਸੀਂ ਕੋਈ ਪ੍ਰੋਡਕਸ਼ਨ ਕਰ ਲਈਏ। ਹੂੰ ਸਾਨੂੰ ਇਹ ਹੁੰਦਾ ਸੀ ਵੀ ਹੁਣ ਜੇ ਉਮੇਸ਼ ਕਾਂਤ ਨੇ ਬੁਲਾਇਆ ਤੇ ਅਸੀਂ ਰਾਣੀ ਬਲਬੀਰ ਜੀ ਕੋਲ ਆ, ਫਲਾਣੇ ਨੇ ਬੁਲਾਇਆ ਤੇ ਉਹਦੇ ਕੋਲ ਆ। ਉਹੀ ਸਮਾਂ ਹੁੰਦਾ ਸੀ ਸਭ ਦਾ ਪ੍ਰੋਡਕਸ਼ਨ ਕਰਨ ਕੰਮ ਕਰਨ ਦਾ। ਹਾਂਜੀ। ਇਹ ਲੱਗਿਆ 88 ਦੇ ਵਿੱਚ ਅਸੀਂ ਆਪਣਾ ਇੱਕ ਰੰਗਮੰਚ ਸ਼ੁਰੂ ਕਰਦੇ ਹਾਂ, ਆਪਣਾ ਇੱਕ ਗਰੁੱਪ ਬਣਾਉਂਦੇ ਹਾਂ। ਉਸ ਗਰੁੱਪ ਨੂੰ ਅਸੀਂ ਲਗਾਤਾਰ ਕਰਾਂਗੇ, ਜਿਨ ਦਿਨਾਂ 'ਚ ਕੋਈ ਨਹੀਂ ਕੰਮ ਕਰਦਾ ਉਨ ਦਿਨਾਂ 'ਚ ਅਸੀਂ ਕਰਾਂਗੇ, ਚਾਹੇ ਨੁੱਕੜ ਕਰਾਂਗੇ ਚਾਹੇ ਕੁਝ ਕਰਾਂਗੇ। ਇਹ ਸੋਚ ਦੇ ਨਾਲ 1988 ਦੇ ਵਿੱਚ ਅਸੀਂ ਇਹ ਰੰਗਮੰਚ ਜਿਹੜਾ ਹੈ TFT ਦੇ ਨਾਂ ਤੇ, ਥੀਏਟਰ ਫॉर ਥੀਏਟਰ ਦੇ ਨਾਂ ਤੇ ਇਹਦੀ ਸਥਾਪਨਾ ਸ਼ੁਰੂ। ਔਰ ਹਾਂ, ਇਹਨੂੰ ਅਸੀਂ ਔਪਚਾਰਿਕ ਰੂਪ ਦੇ ਉੱਤੇ ਜਿਹੜਾ ਹੈ ਉਹ 99 ਦੇ ਵਿੱਚ ਅਸੀਂ ਇਹਦੀ ਰਜਿਸਟ੍ਰੇਸ਼ਨ ਕਰਵਾਈ। ਰਜਿਸਟ੍ਰੇਸ਼ਨ ਇਹਦੀ 99 ਦੇ ਵਿੱਚ ਕਰਵਾਈ, ਔਰ ਉਹ ਤੋਂ ਬਾਅਦ ਲਗਾਤਾਰ ਜਿਹੜਾ ਹੈ ਚੱਲ ਰਿਹਾ ਹੈਗਾ, ਜਿਹਦੇ ਵਿੱਚ ਮੈਨੂੰ ਲੱਗਦਾ ਵੀ ਕਦੀ ਕੋਈ ਰੁਕਾਵਟ ਨਹੀਂ ਆਈ ਸਾਡੀ। ਸਰ ਤੁਸੀਂ TFT ਦੇ ਦੌਰਾਨ ਜਿਹੜਾ ਨਾਟਕ ਕੀਤਾ ਕੋਰਟ ਮਾਰਸ਼ਲ, ਬਹੁਤ ਚਰਚਿਤ ਨਾਟਕ ਹੈ, ਤੇ ਮੇਰੇ ਖਿਆਲ ਤੁਸੀਂ 200-250 ਸ਼ੋਜ਼ ਉਸਦੇ ਕੀਤੇ ਨੇ। ਉਹਦੇ ਪਿੱਛੇ ਤੁਹਾਡਾ ਕੀ ਮਨਸ਼ਾ ਸੀ ਇੰਨੇ ਸ਼ੋਜ਼ ਕਰਨ ਦੀ, ਕੀ ਉਹਦੇ ਬਾਰੇ ਦੱਸੋ। ਗੋਲਡੀ ਜੀ ਬਹੁਤ ਅੱਛੀ ਗੱਲ ਹੈ। ਇਹ ਜਿਹੜਾ ਉਹਦੇ ਸ਼ੋਅ ਤਾਂ ਹੁਣ ਤੱਕ 570 ਹੋ ਚੁੱਕੇ। ਓ ਕੀ ਬਾਤ ਹੈ, ਕਮਾਲ। ਇਹ ਹੈ ਸਨ 99 ਦੀ ਗੱਲ। ਔਰ ਇਸ ਨੂੰ ਮੈਨੂੰ ਇਹ ਲੱਗਦਾ ਹੈ ਕਿ ਅਗਰ ਮੈਂ ਆਪਣੀ ਕੰਟੀਨਿਊਟੀ ਦੀ ਯਾਤਰਾ ਦੀ ਗੱਲ ਕਰਾਂ, ਇਹ ਬੜਾ ਟਰਨਿੰਗ ਪੁਆਇੰਟ ਸੀ, ਮੈਨੂੰ ਆਪਣੇ ਆਪ ਨੂੰ ਵੀ ਲੱਗਦਾ ਹੈ। ਇਸ ਕਰਕੇ ਮੇਰੇ ਆਪਣੀ ਇੰਪਰੂਵਮੈਂਟ ਲਈ, ਮੇਰੀ ਆਪਣੀ ਪ੍ਰਮੋਸ਼ਨ ਲਈ, ਮੇਰੇ ਆਪਣੇ ਨਿੱਜੀ ਵਿਕਾਸ ਦੇ ਲਈ ਇਹ ਬਹੁਤ ਅਹਿਮ ਸਾਲ ਸੀਗਾ। ਔਰ ਮੈਂ ਆਪਣੀ ਇਸ ਰੰਗ ਯਾਤਰਾ ਨੂੰ ਵੀ ਅਗਰ ਸੋਚਾਂ, ਜੇ ਪਿਛਲੇ 40 ਸਾਲ ਤੋਂ ਮੈਂ ਅਗਰ ਕਹਾਂ ਕਿ ਮੇਰੀ ਪਹਿਲੀ ਅਖਬਾਰ ਦੀ ਕਾਤਰ ਜਿਹੜੀ ਹੈ ਉਹ 1980 ਦੇ ਵਿੱਚ ਮੈਂ ਦੇਖੀ ਆ, ਉਸ ਤੋਂ ਮੈਂ ਮਹਿਸੂਸ ਕਰਦਾ ਤੇ ਅੱਜ 40 ਸਾਲ ਹੋ ਗਏ, 4 ਦਹਾਕੇ ਹੋ ਗਏ, ਉਸ ਨੂੰ ਵੀ ਮੈਂ 2 ਹਿੱਸਿਆਂ ਦੇ ਵਿੱਚ ਡਿਵਾਈਡ ਕਰਤਾ ਹੈਗਾ। ਉਹ ਹਿੱਸੇ ਇਸ ਤਰ੍ਹਾਂ ਕਿ ਇੱਕ ਜਿਹੜਾ ਹੈ 1980 ਤੋਂ ਲੈ ਕੇ 2000 ਦਾ ਜਿਹੜਾ ਪੀਰੀਅਡ ਹੈਗਾ, ਇਹ ਪੀਰੀਅਡ ਹੈਗਾ 20ਵੀਂ ਸਦੀ ਦਾ ਅੰਤ ਹੈ। ਔਰ ਜਿਹੜਾ ਹੁਣ 2020 ਤੱਕ ਹੈ, 2020 ਤੱਕ ਹੈਗਾ, ਇਹ ਮੈਂ ਸਮਝਦਾ ਹਾਂ ਕਿ 21ਵੀਂ ਸਦੀ ਦੇ ਪਹਿਲੇ 20 ਸਾਲ ਹੈਗੇ, ਤੇ ਇਸ ਤਰੀਕੇ ਨਾਲ 2 ਸਦੀਆਂ ਦਾ ਮੇਲ ਹੈਗਾ। ਜਦੋਂ ਅਸੀਂ ਕੋਰਟ ਮਾਰਸ਼ਲ ਕੀਤਾ, ਇਹ ਪੀਰੀਅਡ ਹੈਗਾ 98-99 ਦਾ। 98-99 ਦਾ ਸਮੇਂ ਸੀਗਾ। ਉਸ ਦੌਰਾਨ ਕੀ ਸੀਗਾ ਕਿ ਦਿੱਲੀ NSG ਦੇ ਵਿੱਚ ਭਾਰਤ ਰੰਗ ਮਹੋਤਸਵ ਸ਼ੁਰੂ ਹੋ ਚੁੱਕਾ ਸੀਗਾ। ਅਸੀਂ ਉਹ ਦੇਖਣ ਜਾਂਦੇ ਸੀਗੇ। ਆਲਮੋਸਟ ਅਸੀਂ ਦੁਪਹਿਰ ਨੂੰ ਜਾਣਾ, ਨਾਟਕ ਦੇਖਣਾ, ਰਾਤ ਨੂੰ ਵਾਪਸ ਆ ਜਾਣਾ ਨਾਟਕ ਦੇਖ ਕੇ, ਅਗਲੇ ਦਿਨ ਆਫਿਸ ਜਾਣਾ, ਆਫਿਸ ਤੋਂ ਫਿਰ ਆਖਰਲੇ 2 ਘੰਟੇ ਦੀ ਛੁੱਟੀ ਲੈ ਕੇ ਬੱਸ ਫੜਨੀ, ਫਿਰ ਦਿੱਲੀ ਜਾਣਾ। ਇਹ ਰੂਟੀਨ ਸਾਡੀ ਚੱਲਦੀ ਸੀ। ਔਰ ਇਸ ਦੌਰਾਨ ਮਨ ਦੇ ਵਿੱਚ ਬੜੀ ਇੱਕ ਸੰਘਰਸ਼ ਚੱਲਦਾ ਸੀ ਵਿਚਾਰਾਂ ਦਾ ਕਿ ਇਹ ਸਾਡੇ ਸ਼ਹਿਰ 'ਚ ਨਹੀਂ ਹੋ ਸਕਦਾ। ਇਹੋ ਜਿਹਾ ਫੈਸਟੀਵਲ ਸਾਡੇ ਸ਼ਹਿਰ 'ਚ ਕਦੋਂ ਹੋਏ? 2000 ਤੋਂ ਪਹਿਲਾਂ ਇਸ ਸ਼ਹਿਰ ਦੇ ਵਿੱਚ ਫੈਸਟੀਵਲ ਕੋਈ ਹੁੰਦਾ ਨਹੀਂ ਸੀਗਾ। ਜਾਂ ਅਗਰ ਅਸੀਂ ਪੂਰੇ ਪੰਜਾਬ ਤੇ ਵੀ ਝਾਤ ਮਾਰਾਂਗੇ 2000 ਤੋਂ ਪਹਿਲਾਂ ਤੁਹਾਨੂੰ ਕੋਈ ਐਸਾ ਲੱਭੇਗਾ ਨਹੀਂ, ਕੋਈ ਦਿਖਾਈ ਨਹੀਂ ਦੇਗਾ ਕਿ ਜਿੱਥੇ ਫੈਸਟੀਵਲ ਹੁੰਦਾ ਹੋਵੇਗਾ। ਜੋ ਵੀ ਜਿੱਥੇ ਵੀ ਸ਼ੁਰੂਆਤ ਸਟਾਰਟ ਹੋਈ 2000 ਤੋਂ ਬਾਅਦ ਦੀ ਹੋਈ। ਭਾਜੀ ਜਦੋਂ ਤੁਸੀਂ, ਇੱਕ ਮਿੰਟ ਮੈਂ ਫਿਰ ਸਵਾਲ ਭੁੱਲ ਜਾਵਾਂਗੀ, ਜਦੋਂ ਤੁਸੀਂ ਕੋਰਟ ਮਾਰਸ਼ਲ ਕੀਤਾ, ਇੰਨੇ ਸ਼ੋਜ਼ ਕੀਤੇ, ਓਬਵੀਅਸ ਹੈ ਕਿ ਉਹ ਆਰਟਿਸਟ ਤੁਹਾਡੇ ਨਾਲ ਸੇਮ ਪਹਿਲੇ ਸ਼ੋਅ ਤੋਂ ਲੈ ਕੇ 570ਵੇਂ ਸ਼ੋਅ ਤੱਕ ਨਹੀਂ ਰਹੇ। ਜਦੋਂ ਤੁਸੀਂ ਉਹਨਾਂ ਕਲਾਕਾਰਾਂ ਨੂੰ ਬਾਰ-ਬਾਰ ਹੈਸਲ ਕਰਾਉਂਦੇ, ਨਵਿਆਂ ਨੂੰ ਨਵਾਂ ਰੋਲ ਤਿਆਰ ਕਰਵਾਉਂਦੇ ਹੋ, ਤਾਂ ਉਹਦੇ 'ਚ ਤੁਹਾਨੂੰ ਕੋਈ ਦਿੱਕਤ ਆਉਂਦੀ?
हाँ आंदी मैं ਇਹਦਾ ਵੀ ਜਵਾਬ ਦਿੰਦਾ ਇਹਦੇ ਕੰਟੀਨਿਊਟੀ ਦੇ ਵਿੱਚ ਹੀ ਗੱਲ ਕਰਦਾ ਇਸ ਉਸ ਦੌਰਾਨ ਸਾਨੂੰ ਇਹ ਲੱਗਿਆ ਕਿ ਸਾਨੂੰ ਵੀ ਕੋਈ ਨਾ ਕੋਈ ਇਸ ਤਰੀਕੇ ਦਾ ਜਿਹੜੀ ਮੈਂ ਗੱਲ ਕਰ ਰਿਹਾ ਸੀ ਅਸੀਂ NSD ਜਾਣਦੇ 99 ਦੇ ਵਿੱਚ ਇਹ 99 ਦੀ ਗੱਲ ਕਰ ਰਹੇ ਕੋਰਟ ਮਾਰਸ਼ਲ ਜਦੋਂ ਸ਼ੁਰੂ ਕੀਤਾ 99 ਦੇ ਵਿੱਚ ਉਸ ਟਾਈਮ ਜਿਹੜਾ ਹੈ ਇੱਕ ਸ਼ਤਾਬਦੀ ਦਾ ਅੰਤ ਹੋ ਰਿਹਾ ਸੀਗਾ ਇੱਕ ਸ਼ਤਾਬਦੀ ਦਾ ਜਿੱਥੇ ਅੰਤ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ ਟੈਲੀਵਿਜ਼ਨ ਦੇ ਉੱਤੇ ਸਭ ਜਗ੍ਹਾ ਦੇ ਉੱਤੇ ਆ ਰਿਹਾ ਸਭ ਤੇ 21ਵੀਂ ਸਦੀ ਦੇ ਮੈਨੀਫੈਸਟੋ ਆ ਰਹੇ ਹੈ ਕਿ ਫਲਾਣਾ ਬੰਦਾ ਇਹ ਕਰੇਗਾ ICCI ਇਹ ਕਰੇਗੀ ਉਹਦੇ ਮੈਨੀਫੈਸਟੋ ਹੈ ਆਪਣਾ ਕੋਈ ਵੀ ਜਿੰਨੀਆਂ ਵੀ ਸੰਸਥਾਵਾਂ ਉਹਨਾਂ ਦੇ ਸਭ ਦੇ ਬਹੁਤ ਉੱਚ ਸੀਗੇ ਲੇਕਿਨ ਸਾਨੂੰ ਬੀਇੰਗ ਏ ਥੀਏਟਰਿਸਟ ਇਹ ਲੱਗਦਾ ਸੀਗਾ ਕਿ ਉਹ ਦਿਨ ਕਦੋਂ ਆਏਗਾ ਜਦੋਂ ਅਸੀਂ ਰੰਗਮੰਚ ਦੇ ਉੱਤੇ ਸਰਵਾਈਵ ਕਰ ਸਕੀਏ ਸਾਨੂੰ ਕੋਈ ਹੋਰ ਪੇਸ਼ਾ ਨਾ ਕਰਨਾ ਪਵੇ ਸਾਨੂੰ ਕੋਈ ਹੋਰ ਕੰਮ ਕਾਜ ਨਾ ਕਰਨਾ ਪਵੇ ਇਹ ਉਥਲ ਪੁਥਲ ਦੇ ਨਾਲ ਇਹ ਮਨਾਂ ਦੇ ਵਿਚਾਰ ਦੇ ਨਾਲ ਇਹ ਆਪਣੇ ਸੰਘਰਸ਼ ਦੇ ਨਾਲ ਅਸੀਂ ਦਿੱਲੀ ਜਾਣਾ ਆਣਾ ਉਸ ਦੌਰਾਨ ਸਾਨੂੰ ਇੱਕ ਚੀਜ਼ ਦਾ ਪਤਾ ਲੱਗਿਆ ਡਿਸਕਸ਼ਨ ਦੇ ਵਿੱਚ ਗੱਲ ਆਈ ਕਿ ਇੱਕ ਨਾਟਕ ਹੈ ਮਾਊਸ ਟ੍ਰੈਪ ਮਾਊਸ ਟ੍ਰੈਪ ਨਾਟਕ ਹਾਂਜੀ ਸਮਝ ਗਈ ਹਾਂਜੀ 1952 ਤੋਂ ਅੱਜ ਤੱਕ ਲਗਾਤਾਰ ਲੰਡਨ ਦੇ ਵੈਸਟ ਐਂਡ ਦੇ ਵਿੱਚ ਚੱਲ ਰਿਹਾ ਹੈ ਹੁਣ ਕਰੋਨਾ ਦੇ ਦੌਰਾਨ ਉਹ ਨਾਟਕ ਕੁਝ ਦਿਨਾਂ ਲਈ ਬੰਦ ਹੋਇਆ ਹੈ ਜਦੋਂ ਫਿਰ ਥੀਏਟਰ ਖੁੱਲਣਗੇ ਉਹ ਫਿਰ ਸ਼ੁਰੂ ਹੋ ਜਾਏਗਾ ਤੁਸੀਂ ਯਕੀਨ ਮੰਨੋਗੇ ਕਿ 68 ਸਾਲ ਤੋਂ ਲਗਾਤਾਰ ਉਹ ਨਾਟਕ ਅੱਜ ਵੀ ਚੱਲ ਰਿਹਾ ਹੈ ਇੱਕੋ ਹੀ ਨਾਟਕ ਚੱਲ ਰਿਹਾ ਉਹਦੇ ਕਿੰਨੇ ਬੰਦੇ ਉਸ ਚ ਆਏ ਹੋਣਗੇ ਕਿੰਨੀ ਜਨਰੇਸ਼ਨ ਆਈ ਹੋਏ ਹੈ ਔਰ ਕਿੰਨੀ ਆਡੀਅנס ਉਹਦੇ ਲਈ ਆ ਰਹੀ ਹੋਏਗੀ ਸਾਡੇ ਲਈ ਇਹ ਗੱਲ ਯਕੀਨ ਕਰਨ ਦੇ ਲਾਇਕ ਹੀ ਨਹੀਂ ਸੀ ਬਿਲਕੁਲ ਠੀਕ ਕਹਿ ਰਹੇ ਉਹ ਬਹੁਤ ਕੁਝ ਪੜਤਾਲ ਕਰਕੇ ਇਸ ਗੱਲ ਨੂੰ ਸੋਚਿਆ ਸਮਝਿਆ ਪਤਾ ਲੱਗੇ ਸੱਚ ਕਿੰਨੀ ਗੱਲ ਹੈ ਉਹ ਹੋ ਰਿਹਾ ਹੈ ਹੁਣ ਵੀ ਤਾਂ ਨੈਟ ਹੈਗਾ ਤੁਹਾਨੂੰ ਨੈਟ ਦੇ ਉੱਤੇ ਸਾਰੀ ਚੀਜ਼ ਇਨਫੋਰਮੇਸ਼ਨ ਉਸ ਨਾਟਕ ਦੇ ਸਾਡੇ ਵੀ ਮਨ ਚ ਆਇਆ ਕਿ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਰੋਜ਼ ਨਿਤ ਨਵਾਂ ਨਾਟਕ ਕਰਨਾ ਉਸ ਦੀ ਸਕ੍ਰਿਪਟਾਂ ਨਹੀਂ ਹੈ ਜੀ ਫਲਾਣਾ ਨਹੀਂ ਹੈ ਉਹਦੇ ਕਾਸਟਿਊਮ ਨਹੀਂ ਹੈ ਉਹਦਾ ਸਥਾਨ ਨਹੀਂ ਹੈ ਉਹਦੀ ਰਿਹਰਸਲ ਨਹੀਂ ਹੈ ਕਿੰਨੀਆਂ ਦਿੱਕਤਾਂ ਅਗਰ ਹਾਂ ਇੱਕ ਨਾਟਕ ਕੋਈ ਇਸ ਤਰ੍ਹਾਂ ਦਾ ਵੀ ਹੈ ਫਿਰ ਨਾਟਕ ਦੇਖਣ ਲਈ ਆਡੀਅנס ਕਿੰਨੀ ਆਉਂਦੀ 50-100 ਆਡੀਅנס ਵੀ ਹੈ ਕਿ ਕੀ ਇੱਕ ਨਾਟਕ ਅਸੀਂ ਇਸ ਤਰੀਕੇ ਦਾ ਬਣਾਈਏ ਤਾਂ ਕਿ ਉਹ ਲਗਾਤਾਰ ਚੱਲੇ ਔਰ ਉਸ ਲਗਾਤਾਰ ਦੇ ਕਰਨ ਦੇ ਨਾਲ ਸਾਨੂੰ ਇਹ ਲੱਗੇ ਕਿ ਅਸੀਂ ਆਡੀਅנס ਬਣਾਉਣੀ ਸ਼ੁਰੂ ਕਰ ਸਾਡੇ ਕੋਲ ਇੱਕ ਆਡੀਅנס ਦਾ ਬੈਂਕ ਬਣਨਾ ਸ਼ੁਰੂ ਹੋ ਜਿਸ ਕਰਕੇ ਅਸੀਂ ਉਸ ਦੌਰਾਨ 99 ਦੇ ਵਿੱਚ ਜਿੱਥੇ ਕਿ ਸ਼ਤਾਬਦੀ ਦਾ ਅੰਤ ਹੋ ਰਿਹਾ ਸੀਗਾ ਉੱਥੇ ਅਸੀਂ ਸਮਝਦੇ ਹਾਂ ਕਿ ਅਸੀਂ ਸ਼ੁਰੂ ਕੀਤਾ ਆਪਣੇ ਰੰਗਮੰਚ ਦਾ ਜੀਵਨ ਜਿਹੜਾ ਹੈ ਕੋਰਟ ਮਾਰਸ਼ਲ ਦੇ ਮਾਧਿਅਮ ਨਾਲ ਸਾਰੇ ਆਪਣੇ ਮਿੱਤਰ ਆਂਦੇ ਸੀ ਬਹੁਤ ਸੀਨੀਅਰ ਕਲਾਕਾਰ ਸੀਗੇ ਪ੍ਰਵੇਸ਼ ਸੇਠੀ ਜੀ ਸੀ ਜਿਹੜੇ ਅੱਜ ਨਹੀਂ ਹੈਗੇ ਸਾਡੇ ਵਿੱਚ ਕਿ ਡੋਡਾ ਜੀ ਸੀਗੇ ਰਿਟਾਇਰਡ ਜੱਜ ਸੀਗੇ ਉਹ ਸਾਡੇ ਵਿੱਚ ਨਹੀਂ ਹੈਗੇ ਔਰ ਇਹ ਤੋਂ ਇਲਾਵਾ ਜਿਹੜੇ ਹੈ ਤੇਜਪਾਲ ਗਾਂਧੀ ਜੀ ਸੀਗੇ ਨਰਿੰਦਰ ਨੀਨਾ ਸੀ ਰੋਕੀ ਭਾਰਦਵਾਜ ਜਿਹੜਾ ਵੰਸ਼ ਭਾਰਦਵਾਜ ਫਿਲਮਾਂ ਦੇ ਵਿੱਚ ਵੀ ਹੈਗਾ ਇਹ ਸੀ ਹਤਿੰਦਰ ਸਿੰਘ ਸੀਗਾ ਕਪਿਲ ਕਲਿਆਣ ਸੀਗਾ ਭਵਸ਼ੀਲ ਸੀਗਾ ਈਸ਼ਵਰ ਸੀ ਜਿਹੜੇ ਸਾਰੇ ਅੱਜਕੱਲ ਮੁੰਬਈ ਹੈਗੇ ਹੈ ਕੰਮ ਕਰ ਰਹੇ ਨੇ ਔਰ ਇਹਨਾਂ ਦੇ ਨਾਲ ਮਿਲ ਕੇ ਅਸੀਂ ਸਾਰਿਆਂ ਨੇ ਸੋਚਿਆ ਕਿ ਅਸੀਂ ਸ਼ਾਮ ਨੂੰ ਏਦਾਂ ਦਾ ਇੱਕ ਗੱਲ ਕਰਦੇ ਨਾਟਕ ਕਰਦੇ ਹਾਂ ਨਾਟਕ ਦੀ ਸਾਡੀ ਜਿਹੜੀ ਹੈ ਬਿਲਕੁਲ ਤਿਆਰੀ ਹੋਗੀ ਰਿਹਰਸਲ ਸ਼ੁਰੂ ਹੋਗੀ ਲੇਕਿਨ ਲਗਾਤਾਰ ਅਸੀਂ ਨਾਟਕ ਕਿੱਥੇ ਕਰਾਂਗੇ ਸਭ ਤੋਂ ਵੱਡੀ ਪ੍ਰੋਬਲਮ ਜਗ੍ਹਾ ਕਿਹੜੀ ਹੈ ਇਹ ਬਹੁਤ ਵੱਡੀ ਸਮੱਸਿਆ ਸੀ ਉਸ ਦੌਰਾਨ ਅਸੀਂ ਚੰਡੀਗੜ੍ਹ ਦੇ ਵਿੱਚ ਜਿੰਨੀਆਂ ਥਾਵਾਂ ਸੀ ਚਾਹੇ ਉਹ ਓਪਨ 에ਅਰ ਥੀਏਟਰ ਸੀਗਾ ਚਾਹੇ ਰੋਜ਼ ਗਾਰਡਨ ਚ ਸੀਗਾ ਚਾਹੇ ਲੇਅਰ ਵੈਲੀ ਚ ਸੀ ਚਾਹੇ ਕਾਲਜ ਸੀ ਚਾਹੇ ਯੂਨੀਵਰਸਿਟੀ ਦੇ ਵਿੱਚ ਸੀ ਚਾਹੇ ਜਿੰਨੇ ਵੀ ਭਵਨ ਸੀ ਉਹ ਸਾਰੇ ਭਵਨਾਂ ਦੇ ਵਿੱਚ ਅਸੀਂ ਚੱਕਰ ਮਾਰਿਆ ਸਭ ਦੇ ਵਿੱਚ ਜਿਹੜੀ ਹੈ ਅਸੀਂ ਫਿਜ਼ੀਬਿਲਿਟੀ ਦੇਖੀ ਸਾਨੂੰ ਹਰ ਜਗ੍ਹਾ ਲੱਗਿਆ ਸੀ ਇੱਥੇ ਨਾਟਕ ਕਰ ਸਕਦੇ ਹਾਂ ਉਹ ਜਗ੍ਹਾ ਤੁਸੀਂ ਦੇਖੋ ਚੰਡੀਗੜ੍ਹ ਦੇ ਵਿੱਚ 83 ਜਗ੍ਹਾ ਨੇ ਨਾਟਕ ਕਰਨ ਲੇਕਿਨ ਸਾਨੂੰ ਕਿਸੇ ਨੇ ਪਰਮਿਸ਼ਨ ਨਹੀਂ ਦਿੱਤੀ ਵੀ ਇੰਨੀ ਦੇਰ ਕਿੱਦਾਂ ਕਰੋਗੇ ਔਰ ਫਿਰ ਆਖਿਰਕਾਰ ਸਾਨੂੰ ਜਿਹੜਾ ਹੈ ਡਾਕਟਰ ਹਰਚਰਨ ਸਿੰਘ ਜੀ ਹੁੰਦੇ ਸੀਗੇ ਚੇਅਰਮੈਨ ਪੰਜਾਬ ਆਰਟ ਕੌਂਸਲ ਦੇ ਵਿੱਚ ਉਹਨਾਂ ਨੇ ਔਰ HS ਪੱਟੀ ਨੇ ਸਾਨੂੰ ਪਰਮਿਸ਼ਨ ਦਿੱਤੀ ਠੀਕ ਹੈ ਉਦੋਂ ਨਾ ਤਾਂ ਕਲਾ ਭਵਨ ਦੇ ਵਿੱਚ ਓਪਨ 에ਅਰ ਥੀਏਟਰ ਹੁੰਦਾ ਸੀਗਾ ਵੱਡਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਔਰ ਨਾ ਪ੍ਰੋਸੀਨੀਅਮ ਤਾਂ ਹੁੰਦਾ ਹੀ ਨਹੀਂ ਸੀ ਇੰਡੋਰ ਤਾਂ ਹੈ ਹੀ ਨਹੀਂ ਸੀਗਾ
ਸਾਨੂੰ ਉਹਨਾਂ ਨੇ ਪਰਮਿਸ਼ਨ ਦੇਤੀ ਤੇ ਅਸੀਂ 99 ਦੇ ਵਿੱਚ ਸ਼ੁਰੂ ਕਰਤਾ, ਦਸੰਬਰ ਮਹੀਨੇ ਦੇ ਵਿੱਚ। ਥੋੜੇ ਦਿਨਾਂ ਬਾਅਦ ਧੁੰਦ ਦੇ ਦਿਨ ਸ਼ੁਰੂ ਹੋ ਗਏ, ਅਸੀਂ ਉਹ ਨਾਟਕ ਬੰਦ ਕਰਤਾ। ਫਿਰ ਜਿਹੜਾ ਹੈ ਜਨਵਰੀ 22 ਤੋਂ ਬਾਅਦ ਅਸੀਂ ਲਗਾਤਾਰ ਉਹ ਸਾਲ ਕੀਤਾ। ਉਹ ਇੱਕ ਸਾਲ ਦੇ ਵਿੱਚ, ਉਹ 365 ਦਿਨਾਂ ਦੇ ਵਿੱਚ ਅਸੀਂ ਲਗਾਤਾਰ 225 ਦਿਨ ਉਹ ਨਾਟਕ ਦਾ ਮੰਚਨ ਕੀਤਾ। ਇੱਕ ਉਹਨਾਂ ਮਿੰਟ ਦੇ ਭਾਜੀ, ਵਿੱਚ ਇੱਕ ਮਿੰਟ, ਤੁਸੀਂ ਲਗਾਤਾਰ ਨਾਟਕ ਕੀਤਾ, ਹੁਣ ਇੱਥੇ ਮਸਲਾ ਆ ਗਿਆ ਸਪਾਂਸਰਸ਼ਿਪ ਦਾ। ਹਾਂ, ਮਸਲਾ ਆ ਗਿਆ ਤੁਹਾਨੂੰ, ਮੈਂ ਇਹ ਵੀ ਸਵਾਲ ਮੇਰਾ ਨਾਲ ਹੀ ਪੈਦਾ ਹੋ ਰਿਹਾ ਕਿ ਤੁਸੀਂ ਸਾਨੂੰ ਤਾਂ ਇੱਕ ਸ਼ੋਅ ਕਰਨ ਲੱਗੇ ਲੱਗਦਾ ਹੁੰਦਾ ਵੀ ਕਿੱਥੋਂ ਪੈਸਾ ਆਏਗਾ, ਉਹ ਤੁਸੀਂ ਕਿੱਦਾਂ ਜਿਹੜੀ ਤੁਹਾਡੀ ਹੈਗੀ ਉਹ ਦੱਸੋ। ਉਹ ਜਿਹੜਾ ਉਸ ਦੌਰਾਨ ਦੇ ਵਿੱਚ ਸੀ, ਸਪਾਂਸਰਸ਼ਿਪ ਦਾ ਸਾਨੂੰ ਕੋਈ ਉਹਦੇ ਨਹੀਂ ਸੀਗਾ। ਪਹਿਲੀ ਗੱਲ ਤਾਂ ਸਪਾਂਸਰਸ਼ਿਪ ਮਿਲਦੀ ਨਹੀਂ ਸੀ। ਜੇ ਕੋਈ ਇੱਕ ਮਿਲ ਗਈ, ਇੱਕ ਮਹੀਨੇ 'ਚ ਇੱਕ ਮਿਲ ਗਈ, ਤੇ ਉਹ ਹੀ ਸਾਡਾ ਚਾਹ ਪਾਣੀ ਦਾ ਖਰਚਾ ਹੋ ਜਾਂਦਾ। ਅਦਰਵਾਈਜ਼ ਸਪਾਂਸਰਸ਼ਿਪ ਪਿੱਛੇ ਨਹੀਂ ਸੀ ਕਰਦੇ। ਜਿੰਨੇ ਵੀ ਕਲਾਕਾਰ ਸੀ ਸਾਰੇ ਕਿਤੇ ਨਾ ਕਿਤੇ EMPLOYE ਸੀ। ਸ਼ਾਮ ਨੂੰ ਆ ਕੇ ਅਸੀਂ ਗੱਲਬਾਤ ਕਰਨ ਦਾ ਇੱਕ ਜ਼ਰੀਆ ਬਣਾ ਲਿਆ। ਔਰ ਉਸ ਦੌਰਾਨ ਜਿਹੜਾ ਹੈ, ਜਿੰਨੇ ਦਿਨ ਨਾਟਕ 100 ਦਿਨ ਨਹੀਂ ਹੋਇਆ ਅਗਰ 365 ਦਿਨਾਂ ਦੇ ਵਿੱਚੋਂ, ਉਹ ਦਿਨ ਸੀਗੇ ਬਹੁਤ ਜ਼ਿਆਦਾ ਗਰਮੀ ਦੇ ਦਿਨ। ਉਹ ਦਿਨ ਸੀ ਕਿਉਂਕਿ ਓਪਨ 에ਅਰ 'ਚ ਹੁੰਦਾ ਸੀ। ਉਹ ਦਿਨ ਉਹ ਸੀ ਬਰਸਾਤਾਂ ਦੇ ਦਿਨ, 60 ਦਿਨ। ਉਹ ਦਿਨ ਉਹ ਸੀ ਜਦੋਂ ਫੋਗ ਪੈਂਦੀ ਹੈ, ਜਦੋਂ ਠੰਡ ਦੇ ਵਿੱਚ ਬਾਹਰ ਨਹੀਂ ਬੈਠ ਸਕਦੇ। ਲਗਭਗ 50-100 ਦਿਨ ਉਹ ਦਿਨ ਸੀ ਜਿਨ੍ਹਾਂ ਕਰਕੇ ਅਸੀਂ ਨਹੀਂ ਕਰ ਸਕੇ। ਲੇਕਿਨ ਉਸ ਦੌਰਾਨ ਅਗਰ 5, ਔਰ ਇਹ ਵੀ ਤੁਸੀਂ ਦੇਖੋ ਲਗਾਤਾਰ ਕਰਨਾ, ਔਰ ਜੇ ਦਰਸ਼ਕ ਨਹੀਂ ਹੈ ਤਾਂ ਵੀ ਕਰਨਾ। ਇਹ ਬਿਲਕੁਲ, ਮੈਂ ਤੁਹਾਡੀ ਇਹੀ ਜਿਹੜੀ ਕੰਟੀਨਿਊਟੀ ਹੈ ਨਾ, ਉਹਦੇ ਬਾਰੇ ਮੇਰੇ ਦਿਮਾਗ ਤੇ ਹੀ ਆ ਰਿਹਾ ਸੀ ਹੁਣ ਨੈਕਸਟ ਸਵਾਲ ਹੀ, ਕਿ ਜਦੋਂ ਤੁਸੀਂ ਹਾਂਜੀ ਜੇ ਸਾਨੂੰ 5 ਆਡੀਅנס ਦੇ ਬੰਦੇ ਮਿਲ ਜਾਂਦੇ ਸੀ, ਆ ਕੇ ਬਹਿ ਜਾਂਦੇ ਸੀ, ਤੇ ਅਸੀਂ ਮੰਚ ਤੇ 15 ਬੰਦੇ ਆਪਣਾ ਐਕਟ ਕਰਨਾ ਸ਼ੁਰੂ ਕਰ ਦਿੰਦੇ ਸੀ। ਠੀਕ ਹੈ। ਉਹ ਜਿਹੜੇ 5 ਆਏ, ਉਹ 5 ਦੀ ਸਾਡੇ ਕੋਲ ਲਿਸਟ ਹੁੰਦੀ ਸੀ। ਠੀਕ ਹੈ। ਉਹ ਲਿਸਟ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਫੋਨ ਕਰਨਾ, ਜੀ ਠੀਕ ਲੱਗਿਆ, ਇਸ ਕੱਲ ਨੂੰ ਹੋਰ ਨੂੰ ਭੇਜਣਾ ਜਾਂ ਆਪਣਾ ਇਸ ਤਰੀਕੇ ਨਾਲ 1 ਸਾਲ ਦੇ ਵਿੱਚ ਅਸੀਂ ਜਿਹੜਾ ਹੈ ਆਪਣਾ ਆਡੀਅנס ਦਾ, ਆਪਣੇ ਦਰਸ਼ਕ ਦਾ ਇੱਕ ਵਰਗ ਤਿਆਰ ਕੀਤਾ। ਆਪਣੇ ਕਲਾ ਪ੍ਰੇਮੀ ਜਿਹੜੇ ਸਾਨੂੰ ਪ੍ਰੇਮ ਕਰਨ, ਜਿਹੜੇ ਸਾਡੀ ਕਲਾ ਨੂੰ ਪਹਿਚਾਨਣ, ਉਹਨਾਂ ਨੂੰ ਲੱਭਣ ਦਾ ਇਹ ਇੱਕ ਯਤਨ ਕੀਤਾ, ਜਿਹੜਾ ਮੈਨੂੰ ਲੱਗਦਾ ਹੈ ਕਿ ਬਹੁਤ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਹੈ। ਭਾਜੀ ਇੱਕ ਸਵਾਲ ਆਇਆ, ਬੋਵੀ ਸੰਧਾ ਜੀ ਪੁੱਛ ਰਹੇ ਨੇ, ਥੀਏਟਰ ਦੇ ਹਾਲਾਤ ਪੰਜਾਬ ਵਿੱਚ ਅੱਜ ਵੀ ਤਰਸਯੋਗ ਕਿਉਂ ਹਨ, ਕੀ ਕਾਰਨ ਨੇ? ਸਾਡੇ ਨਾਲ ਹੀ ਜੁੜੇ ਨੇ, ਮੈਂ 2-3 ਇਕੱਠੇ ਕਰ ਲੈਣਾ ਸਵਾਲ। ਸੁਰੇਸ਼ ਮਹਿਤਾ ਜੀ ਕਹਿ ਰਹੇ ਨੇ, ਬਹੁਤ ਰੌਚਕਤਾ ਭਰਪੂਰ ਗੱਲਬਾਤ। ਵਿਨੇ ਵੰਡਰਾ ਜੀ ਲੱਗੇ ਹੋਏ ਨੇ, ਜਗਜੀਤ ਸਰੀਨ ਜੀ ਬਹੁਤ ਖੂਬਸੂਰਤ ਚਰਚਾ, ਕੋਰਟ ਮਾਰਸ਼ਲ ਅਮਰ ਕੀਤਾ ਸੁਦੇਸ਼ ਜੀ ਨੇ। ਸੌਰਭ ਸ਼ਰਮਾ ਜੀ ਜੁੜੇ ਹੋਏ ਨੇ, ਰਜਿੰਦਰ ਦਾਨੀ ਜੀ, ਅਰਵਿੰਦਰ ਕੌਰ, ਲਖਵਿੰਦਰ ਸੱਗੂ, ਡਾਕਟਰ ਕੁਲਦੀਪ, ਸੰਦੀਪ ਸ਼ਰਮਾ, ਇੰਦਰਜੀਤ ਭਾਟੀਆ ਜੀ ਕਹਿ ਰਹੇ ਨੇ ਬਹੁਤ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਰਹੇ ਨੇ। ਸੁਦੇਸ਼ ਸ਼ਰਮਾ ਨੇ ਕੋਰਟ ਮਾਰਸ਼ਲ ਦੇ ਲਗਾਤਾਰ ਸ਼ੋਜ਼ ਤੋਂ ਮਹੀਨਾ ਭਰ ਦਾ ਨਾਟ ਉਤਸਵ ਕਰਕੇ ਨਵੀਆਂ ਪੈੜਾਂ ਪਾਈਆਂ ਹਨ। ਸੁਦੇਸ਼ ਜੀ ਦੇ ਰੰਗਮੰਚ ਦੇ ਸ਼ੁਰੂਆਤੀ ਦਿਨਾਂ ਦੇ ਸਾਥੀ ਰਹੇ ਹਾਂ। ਇੰਦਰਜੀਤ ਭਾਟੀਆ ਜੀ ਲਿਖ ਰਹੇ ਨੇ, ਇੱਕ ਬਹੁਤ ਹੀ ਬਿਹਤਰੀਨ, ਅਣਥੱਕ ਤੇ ਲਗਾਤਾਰ ਚੱਲਣ ਵਾਲਾ ਸਫ਼ਰ। ਹੁਣ ਆਪਾਂ ਭਾਜੀ ਸਵਾਲ ਤੇ ਆ ਜੀ ਵੀ ਥੀਏਟਰ ਦੇ ਜਿਹੜੇ ਹਾਲਾਤ ਨੇ ਅੱਜ ਵੀ ਪੰਜਾਬ ਤਰਸਯੋਗ ਕਿਉਂ ਨੇ, ਕੀ ਕਾਰਨ ਨੇ ਉਹਨਾਂ ਦੇ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਹੈ, ਜਾਂ ਆਪਾਂ ਕਹੀਏ ਕਿ ਹਿਮਾਚਲ ਦੇ ਹਾਲਾਤ ਹੈ, ਜਾਂ ਹਰਿਆਣੇ ਦੇ ਹਾਲਾਤ ਹੈ, ਰੰਗਮੰਚ ਦੇ ਟੋਟਲ ਅਗਰ ਆਪਾਂ ਹਾਲਾਤ ਦੇਖੀਏ, ਅੱਜ ਸਭ ਜਗ੍ਹਾ ਦੇ ਉੱਤੇ ਇੱਕੋ ਹੀ ਹਾਲ ਹੈ। ਉਹਦਾ ਕਾਰਨ ਇਹ ਹੈ ਕਿ ਅੱਜ ਵੀ ਰੰਗਮੰਚ ਦੇ ਵਿੱਚ ਸਰਵਾਈਵਲ ਨਹੀਂ ਹੈ। ਅੱਜ ਵੀ ਰੰਗਮੰਚ ਜਿਹੜਾ ਹੈ ਦੇ ਉੱਤੇ ਨਹੀਂ ਹੈ। ਜਦੋਂ ਤੱਕ ਕੋਈ ਚੀਜ਼ ਟਿਕਟ ਦੇ ਉੱਤੇ ਨਹੀਂ ਹੋਏਗੀ, ਜਦੋਂ ਤੱਕ ਤੁਹਾਨੂੰ ਕੋਈ ਇਨਕਮ ਦਾ ਸੋਰਸ ਨਹੀਂ ਹੋਏਗਾ, ਤੁਸੀਂ ਕਿਉਂ ਕਰੋਗੇ ਨਾਟਕ? ਤੁਹਾਨੂੰ ਨੈਚੁਰਲੀ ਗੱਲ ਹੈ ਕਿ ਤੁਸੀਂ ਇਸ ਨੂੰ ਆਪਣੇ ਹੌਬੀ ਦੇ ਤੌਰ ਤੇ ਕਰੋਗੇ ਜਾਂ ਇਸ ਨੂੰ ਆਪਣੇ ਸ਼ੌਕ ਦੇ ਤੌਰ ਤੇ ਕਰੋਗੇ, ਲੇਕਿਨ ਤੁਹਾਨੂੰ ਆਪਣਾ ਸਰਵਾਈਵ ਕਰਨ ਲਈ, ਆਪਣਾ ਪਰਿਵਾਰ ਨੂੰ ਪਾਲਣ ਲਈ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਦੂਜਾ ਕੰਮ ਤਾਂ ਕਰਨਾ ਹੀ ਪੈਣਾ। ਭਾਜੀ ਤੁਸੀਂ ਵਾਈਸ ਚੇਅਰਮੈਨ ਰਹੇ ਹੋ ਹਰਿਆਣਾ ਕਲਾ ਪ੍ਰੀਸ਼ਦ ਦੇ 3 ਸਾਲ, ਤੇ ਸੈਕਟਰੀ ਰਹੇ ਹੋ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ। ਜਦੋਂ ਤੁਸੀਂ ਇਹਨਾਂ ਅਹੁਦਿਆਂ ਤੇ ਸੀਗੇ ਤੇ ਤੁਸੀਂ ਕੀ ਮਹਿਸੂਸ ਕਰਦੇ ਸੀ ਕਿ ਜਿਹੜੇ ਪੰਜਾਬ ਜਾਂ ਪੰਜਾਬ ਤੋਂ ਬਾਹਰਲੇ ਲੋਕ ਥੀਏਟਰ ਕਰ ਰਹੇ ਨੇ, ਸਰਕਾਰ ਕੀ ਉਹਨਾਂ ਦੀ ਫੰਡਿੰਗ ਜਾਂ ਉਹਨਾਂ ਲਈ ਕੁਛ ਏਦਾਂ ਦੇ ਸੋਰਸਿਸ ਹੈਗੇ ਆ? ਮੈਂ ਗੋਲਡੀ ਜੀ, ਜੇ ਤੁਸੀਂ ਇਜਾਜ਼ਤ ਦਿਓ, ਇਹ ਕਲਾ ਪ੍ਰੀਸ਼ਦ ਮੈਂ ਬਾਅਦ ਚੋਂ ਕਰਦਾ, ਕਿਉਂਕਿ ਇੱਕ ਸਵਾਲ ਜਿਹੜਾ ਸੀਗਾ ਉਸੇ ਦੀ ਕੰਟੀਨਿਊਟੀ 'ਚ ਮੈਂ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਥੀਏਟਰ ਦੇ ਹਾਲਾਤ ਦੇ ਬਾਰੇ, ਜਾਂ ਮੈਂ ਗੱਲ ਕਰ ਰਿਹਾ ਕਿ ਪੂਰੇ ਹਿੰਦੁਸਤਾਨ ਦਾ ਹੀ ਹਾਲਾਤ ਜਿਹੜੇ ਹੈ ਥੀਏਟਰ ਦੇ ਇੱਕੋ ਜਿਹੇ ਹੈਗੇ ਆ। ਨੂੰ ਆਪਾਂ ਇਹ ਨਾ ਸਮਝੀਏ ਕਿ ਪੰਜਾਬ। ਮੇਰਾ ਇਹੀ ਕਹਿਣ ਦਾ ਮਤਲਬ ਹੈ
ਕਿ ਉਹਦੇ 'ਚ ਜਦੋਂ ਰੰਗਮੰਚ ਦੇ ਵਿੱਚ ਸਰਵਾਈਵਲ ਨਹੀਂ ਹੈ ਤੇ ਥੀਏਟਰ ਕਿੱਦਾਂ ਪਨਪੇਗਾ। ਟਿਕਟ ਦੇ ਉੱਤੇ ਹੈ ਨਹੀਂ, ਟਿਕਟ ਲੋਕ ਲੈ ਕੇ ਰਾਜੀ ਨਹੀਂ। ਠੀਕ ਹੈ, ਹੁਣ ਜਿਹੜੀ ਗੱਲ ਮੈਂ ਇਸ ਗੱਲ ਨੂੰ ਮੈਂ ਬਹੁਤ ਹੀ ਚੰਗੇ ਤਰੀਕੇ ਨਾਲ ਮੈਂ ਸਮਝਦਾ ਕਿ ਮੈਂ ਇਸ ਨੂੰ ਸਮਝਿਆ ਕਿ ਨਬਜ਼ ਹੈ ਸਾਡੀ, ਔਰ ਇਸ ਨੂੰ ਮੈਂ ਕੋਸ਼ਿਸ਼ ਕੀਤੀ ਕਿ ਕਿਆ ਕਾਰਨ ਹੈ ਕਿ ਸਾਨੂੰ ਰੰਗਮੰਚ ਦੇ ਵਿੱਚ ਸਹਿਯੋਗ ਆਪਾਂ ਸਰਕਾਰ ਵੱਲ ਲੱਭਦੇ ਹਾਂ, ਪਰ ਸਰਕਾਰ ਦਾ ਸਹਿਯੋਗ ਮਿਲਦਾ ਨਹੀਂ, ਜਾਂ ਮਿਲਦਾ ਹੈ ਤੇ ਸਰਕਾਰ ਦੀ ਇੱਕ ਲਿਮਿਟ ਹੈ ਕਿ ਉਹ ਗੋਲਡੀ ਜੀ ਨੂੰ 6 ਮਹੀਨੇ 'ਚ ਇੱਕ ਸ਼ੋਅ ਦੇ ਸਕਦੇ ਜਾਂ ਸਾਲ 'ਚ ਇੱਕ ਦੇ ਸਕਦੇ ਹੈ ਜਾਂ 2 ਦੇ ਸਕਦੇ ਹੈ। ਔਰ ਲੇਕਿਨ ਲੋਕ ਤਾਂ ਨਿਤ ਨਵਾਂ ਕੰਮ ਕਰਨ ਨਾਲ ਦੀ ਸਾਡੀ ਜ਼ਿੱਦ ਹੈ, ਸਾਡੀ ਜ਼ਿੱਦ ਹੈ ਨਾ, ਸਾਡਾ ਜਨੂਨ ਹੈ ਕਿ 365 ਦਿਨ ਅਸੀਂ ਇਹ ਕੰਮ ਕਰੀਏ। ਲੇਕਿਨ ਜਦੋਂ ਅਸੀਂ ਸਰਕਾਰ ਦੇ ਵੱਲ ਦੇਖਾਂਗੇ ਤੇ ਅਸੀਂ 365 ਦਿਨ ਨਹੀਂ ਕਰ ਸਕਦੇ। ਇਸ ਕਰਕੇ ਕਿ ਸਾਨੂੰ ਆਪਣੇ ਸੋਰਸ ਬਣਾਉਣੇ ਪੈਣਗੇ। ਆਪਣੇ ਸੋਰਸ ਬਣਾਉਣ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੀ ਆਡੀਅנס, ਆਪਣਾ ਦਰਸ਼ਕ ਵਰਗ ਤਿਆਰ ਕਰਨਾ ਪਏਗਾ, ਜਿਸ ਤਰੀਕੇ ਦੇ ਨਾਲ ਅੱਜ ਤੋਂ ਨਹੀਂ, ਅੱਜ ਵੀ ਔਰ ਅੱਜ ਤੋਂ ਕਈ ਸੌ ਸਾਲ ਪਹਿਲਾਂ ਤੋਂ ਇਹ ਇੱਕ ਕ੍ਰਮ ਚੱਲਦਾ ਆ ਰਿਹਾ ਹੈ। ਦੇਸ਼ ਦੇ ਹਰ ਕੋਨੇ ਵਿੱਚ, ਹਰ ਸ਼ਹਿਰ ਵਿੱਚ, ਹਰ ਪਿੰਡ ਵਿੱਚ ਇੱਕ ਰਾਮਲੀਲਾ ਹੁੰਦੀ ਹੈ। ਉਸ ਰਾਮਲੀਲਾ ਨੂੰ ਕਰਨ ਵਾਲਾ ਕਦੇ ਸਰਕਾਰ ਤਾਂ ਨਹੀਂ ਕੋਈ ਕਰਾਂਦੀ, ਲੇਕਿਨ ਉਹ ਸਮਾਜ, ਉਹ ਜਿਹੜਾ ਸਮੂਹ ਕਰਾਂਦਾ ਹੈਗਾ, ਉਹ ਤੁਹਾਡਾ ਸਟੇਜ ਵੀ ਬਣਾਏਗਾ, ਤੁਹਾਡੇ ਲਈ ਪ੍ਰੋਵਾਈਡ ਕਰੇਗਾ, ਕਾਸਟਿੰਗ ਵੀ ਕਰੇਗਾ, ਲਿਆ ਕੇ ਦੇਗਾ, ਤੁਹਾਡੀਆਂ ਜਿੰਨੀਆਂ ਜ਼ਰੂਰਤ ਹੈਗੀਆਂ ਉਹ ਸਾਰੀਆਂ ਪੂਰੀਆਂ ਕਰੇਗਾ। ਉਹ ਕੌਣ ਕਰਦਾ? ਉਹ ਸਮਾਜ ਕਰਦਾ ਹੈ। ਇਸ ਗੱਲ ਦੇ ਉੱਤੇ ਮੈਂ ਪਕੜ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਦਰਸ਼ਕ ਨੂੰ ਮੈਂ ਫੜਨ ਦੀ ਕੋਸ਼ਿਸ਼ ਕੀਤੀ ਕਿ ਮੇਰਾ ਜਿਹੜਾ ਦਰਸ਼ਕ ਹੈ, ਪਹਿਲੀ ਗੱਲ ਤਾਂ ਉਹ ਨਾਟਕ 'ਚ ਨਹੀਂ ਆਉਂਦਾ, ਉਹ ਨਾਟਕ ਦੇਖਣ ਲਈ ਆਵੇ। ਇਹ ਨਹੀਂ ਕਿ ਮੈਂ ਮਹੀਨੇ ਬਾਅਦ ਕਰ ਰਿਹਾ। ਜੇ ਮੈਂ 1 ਮਹੀਨਾ ਲਗਾਤਾਰ ਕਰਦਾ ਤੇ ਉਹ 1 ਮਹੀਨਾ ਲਗਾਤਾਰ ਨਾਟਕ ਦੇਖਣ ਲਈ ਆਵੇ, ਮੇਰੇ ਕੋਲ ਐਡੀ ਆਡੀਅנס ਹੋਵੇ, ਮੇਰੇ ਕੋਲ ਅਗਲੇ ਅੰਤਿਮ ਸਾਹ ਤੱਕ ਦਾ ਇਹੀ ਪ੍ਰੋਗਰਾਮ ਹੈ ਕਿ ਮੈਂ ਕਿਸ ਤਰੀਕੇ ਨਾਲ ਉਹਦੀ, ਮੈਂ ਬਾਅਦ ਚੋਂ ਅੱਗੇ ਗੱਲ ਕਰਦਾ ਕਿ ਕਿਸ ਤਰੀਕੇ ਨਾਲ ਇਹ ਆਵੇ। ਇਸ ਕਰਕੇ ਸਾਨੂੰ ਇਹ ਲੱਗਦਾ ਹੈ ਜਦੋਂ ਤੱਕ ਅਸੀਂ ਆਪਣੇ, ਜਦੋਂ ਮੰਗਲਾਚਰਨ ਤੁਸੀਂ ਨਾਟਕ ਦੇ ਵਿੱਚ ਕਰਦੇ ਹੋ ਤੇ ਦਰਸ਼ਕ ਨੂੰ ਰੱਬ ਮੰਨਦੇ ਆ ਨਾ, ਅਸੀਂ ਦਰਸ਼ਕ ਦੀ ਸਤੁਤੀ ਕਰਦੇ ਆ ਨਾ। ਜਦੋਂ ਦਰਸ਼ਕ ਨੂੰ ਅਸੀਂ ਫੜਿਆ ਹੀ ਨਹੀਂ ਅੱਜ ਤੱਕ, ਦਰਸ਼ਕ ਤਾਂ ਨਾਟਕ ਦੇਖ ਕੇ ਅਸੀਂ ਕਹਿਤਾ ਵੀ ਜਾ ਤੂੰ ਹੈ, ਜ਼ਿਆਦਾ ਤੋਂ ਜ਼ਿਆਦਾ ਤਾਰੀਫ ਕਰ ਔਰ ਉਸ ਤੋਂ ਬਾਅਦ ਜਾ, ਲੇਕਿਨ ਦਰਸ਼ਕ ਸਾਡਾ ਭਾਈਵਾਲ ਬਣੇ, ਇਹਦੇ ਬਾਰੇ ਅਸੀਂ ਇਹੀ ਸੋਚਿਆ ਕਿ ਟਿਕਟ ਲੱਗੇ। ਹੁਣ ਟਿਕਟ ਦੀ ਅਗਰ ਅਸੀਂ ਗੱਲ ਕਰਦੇ ਹਾਂ, ਜਿੰਨਾ ਮਤਲਬ ਇੱਥੇ ਟਰਾਈ ਸਿਟੀ ਵਾਲਿਆਂ ਨੇ ਟਿਕਟ ਦਾ ਸਟਰਗਲ ਕੀਤਾ, ਪਿਛਲੇ 2 ਸਾਲ ਤੋਂ ਟਿਕਟ ਦੇ ਉੱਤੇ ਪਹਿਲਾਂ ਟੈਕਸ ਲੱਗਦਾ ਸੀ, ਟੈਕਸ ਦੇ ਵਿੱਚ ਐਗਜ਼ੰਪਸ਼ਨ ਚਾਹੀਦੀ ਹੈ, ਕਈ ਏਦਾਂ ਦੇ ਕੰਮ ਫਾਰਮੈਲਿਟੀਜ਼ ਨੇ। ਹਾਂਜੀ, ਹਾਂ, ਟੈਕਸ ਦੇ ਉੱਤੇ ਐਗਜ਼ੰਪਸ਼ਨ ਹੋਗੀ ਜੇ ਤੁਸੀਂ ਟੈਗੋਰ 'ਚ ਕਰਨਾ। ਅੱਜ ਵੀ ਟਿਕਟ ਦੇ ਉੱਤੇ ਹੋ ਰਿਹਾ ਨਹੀਂ ਹੋ ਰਿਹਾ, ਕੀ ਕਾਰਨ? ਇਸ ਕਰਕੇ ਇਸ ਕਾਰਨ ਨੂੰ ਸਮਝਣ ਲਈ ਮੈਨੂੰ ਇਹ ਲੱਗਦਾ ਹੈ ਕਿ ਜਾਂ ਇਸ ਦੇ ਫਾਈਨੈਂਸ ਨੂੰ ਸਮਝਣ ਲਈ ਮੈਨੂੰ ਇਹ ਲੱਗਦਾ ਹੈ ਕਿ ਤੁਹਾਡੇ ਕੋਲ ਖਰਚੇ ਕਿਸ ਤਰੀਕੇ ਨਾਲ ਨਿਕਲਣਗੇ। ਜਾਂ ਮੈਂ ਆਪਣੀ ਗੱਲ ਕਰਦਾ ਕਿ ਮੈਂ ਲਗਾਤਾਰ 2004 ਤੋਂ ਥੀਏਟਰ ਫੈਸਟੀਵਲ ਪਹਿਲਾਂ ਸ਼ੁਰੂ ਕੀਤਾ 3 ਦਿਨ ਤੋਂ ਹੁਣ 30 ਦਿਨ ਤੱਕ। ਭਾਜੀ ਮੈਂ ਇਸ ਸਵਾਲ ਤੇ ਆਉਣਾ ਕਿਉਂਕਿ ਇਹ ਸਵਾਲ ਮੇਰਾ ਪਰਸਨਲ ਹੈ। ਮੈਂ ਵੀ ਥੀਏਟਰ ਨਾਲ ਜੁੜੇ ਬਹੁਤ ਸਾਲ ਹੋ ਗਏ। ਮੈਂ ਤੁਹਾਡੇ ਤੋਂ ਅੱਜ ਗ੍ਰਾਮਰ ਸਮਝਣੀ ਹੈ, ਇਹ ਮੈਂ ਸਾਰੀਆਂ ਸਮੀਕਰਨਾਂ ਸਮਝਣੀਆਂ ਨੇ ਕਿ ਅਸੀਂ 2 ਦਿਨ ਦਾ ਫੈਸਟੀਵਲ ਕਰਨ ਲੱਗੇ ਵੀ ਰੋਨੇ ਆ, ਅਸੀਂ ਥੱਕਦੇ ਆ, ਅਸੀਂ ਅੱਕਦੇ ਆ, ਸਾਨੂੰ ਕਿਸੇ ਪਾਸੇ ਫਾਈਨਾਂਸ ਨਹੀਂ ਮਿਲਦਾ। ਤੁਹਾਡਾ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਤੁਸੀਂ ਥੀਏਟਰ ਫੈਸਟੀਵਲ ਮਹੀਨੇ ਦਾ ਕਰਵਾਉਂਦੇ, ਮੇਰੇ ਦਰਸ਼ਕਾਂ ਨੂੰ ਪਤਾ ਇਸ ਚੀਜ਼ ਦਾ। ਇਹਦੇ 'ਚ ਮੇਰੇ 2-3 ਸਵਾਲ ਇਕੱਠੇ ਹੀ ਹੋਣਗੇ ਭਾਜੀ। ਪਹਿਲਾ ਸਵਾਲ ਤਾਂ ਜਦੋਂ ਤੁਸੀਂ ਨਾਟਕਾਂ ਦੀ ਚੋਣ ਕਿਵੇਂ ਕਰਦੇ ਹੋ, ਕਿਉਂਕਿ ਇਕੱਲੇ ਪੰਜਾਬ ਦੇ ਵਿੱਚੋਂ 100 ਦਿਨ ਦਾ ਫੈਸਟੀਵਲ ਕਰਨਾ ਕੋਈ ਹਾਦਸਾ ਖੇਡਾ ਨਹੀਂ ਹੈ, ਪਹਿਲਾ ਸਵਾਲ। ਦੂਸਰਾ ਸਵਾਲ, ਤੁਸੀਂ ਇਹਦੇ ਦਰਸ਼ਕਾਂ ਦੀ ਗੱਲ ਆਪਣੀ ਹੋਵੇਗੀ, ਪਰ ਫਿਰ ਵੀ ਤੁਸੀਂ 1 ਮਹੀਨੇ ਲਈ ਦਰਸ਼ਕ ਕਿਵੇਂ ਇਕੱਠੇ ਕਰਦੇ ਹੋ? ਜੇ ਤੁਸੀਂ ਕਹੋ ਮੈਂ ਇਕੱਠੇ ਹੀ ਸਵਾਲ ਕਰ ਲਾਂ ਜਾਂ ਰੋਕ ਕੇ ਕਰਾਂ? ਕਰ ਲਓ, ਮੈਂ ਲਿਖ ਲੈਂਦਾ ਨਾ, ਫਿਰ ਮੈਨੂੰ ਹੋ ਜਾਏਗਾ। ਇਹ ਤੋਂ ਪਹਿਲਾਂ ਵੀ ਤੁਸੀਂ, ਹਾਂਜੀ, ਇਹ ਤੋਂ ਪਹਿਲਾਂ ਵੀ ਤੁਸੀਂ ਜਿਹੜਾ ਇੱਕ ਸਵਾਲ ਪੁੱਛੇ ਤੇ ਮੈਂ ਭੁੱਲ ਗਿਆ ਆਪਣੀ ਗੱਲ, ਫਿਰ ਕੰਟੀਨਿਊ ਕਰ। ਕੋਈ ਗੱਲ ਨਹੀਂ ਭਾਜੀ, ਪਤਾ ਕੀ ਮੇਰੀ ਕੀ ਜਿਗਿਆਸਾ ਹੈ, ਜਿਹੜੀ ਮੇਰੀ ਪਰਸਨਲ ਤੇ ਮੇਰੇ ਨਾਲ ਜੁੜੇ ਰੰਗਕਰਮੀਆਂ ਦੀ ਜਿਗਿਆਸਾ, ਉਹ ਇਹ ਹੈ ਕਿ ਅਸੀਂ ਤੁਹਾਡੇ ਤੋਂ ਉਸ ਕੰਟੀਨਿਊਟੀ ਦੇ ਵਿੱਚੋਂ ਬਹੁਤ ਕੁਝ ਲੱਭਣਾ। ਅੱਜ ਅਸੀਂ ਚਾਹੁੰਦੇ ਹਾਂ ਤੁਸੀਂ ਸਾਨੂੰ ਪੰਚ ਕਰਦੇ ਰਹੋ, ਠੀਕ ਹੈ, ਜਿੰਨਾ ਸਾਡੇ ਕੋਲ ਟਾਈਮ ਹੈ, ਕਿਉਂਕਿ ਅਸੀਂ ਟਾਈਮ ਦਾ ਵੀ ਧਿਆਨ ਰੱਖਣਾ। ਮੈਂ ਉਹਨਾਂ ਗੱਲਾਂ ਕਰਕੇ ਆ ਰਹੀ ਹਾਂ। ਜਦੋਂ ਤੁਸੀਂ ਫੈਸਟੀਵਲ ਡਿਜ਼ਾਈਨ ਕਰਦੇ ਹੋ ਤਾਂ ਤੁਸੀਂ ਨਾਟਕਾਂ ਦੀ ਚੋਣ ਕਿੱਦਾਂ ਕਰਦੇ ਹੋ?
ਤੁਹਾਡੇ ਫਾਈਨਾਂਸ ਸੋਰਸਿਸ ਕੀ ਨੇ? ਜਿਹੜਾ ਸਭ ਤੋਂ ਵੱਡਾ ਥੀਏਟਰ ਵਾਲੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਥੀਏਟਰ ਨੂੰ ਵਾਲੇ ਨੂੰ ਨਾਲ ਕੰਮ ਕਰਨਾ ਪੈਣਾ ਹੀ ਪੈਣਾ। ਪਹਿਲਾਂ ਤੁਸੀਂ ਮੇਰੇ ਦੋ ਸਵਾਲ, ਮੇਰੇ ਦਰਸ਼ਕਾਂ ਲਈ ਵੀ ਤੇ ਮੇਰੇ ਲਈ ਵੀ, ਸਾਡੇ ਕੋਲ ਬਹੁਤ ਸਾਰੇ ਦਰਸ਼ਕ ਜੁੜੇ ਨੇ, ਬਹੁਤ ਵੱਡੇ ਵੱਡੇ ਸਵਾਲ ਨੇ, ਮੈਸੇਜ ਨੇ, ਅਸੀਂ ਉਹ ਵੀ ਟਾਈਮ ਟੂ ਟਾਈਮ ਲੈਂਦੇ ਰਵਾਂਗੇ। ਫੈਸਟੀਵਲ ਬਾਰੇ ਗੱਲ ਕਰਦੇ ਹਾਂ। ਗੋਲਡੀ ਜੀ, ਜਦੋਂ ਕਿ ਮੈਂ ਫਿਰ ਭਾਰਤ ਰੰਗ ਮਹੋਤਸਵ 'ਚ ਜਾਂਦਾ ਕਿ ਮੈਂ ਜਿੰਨਾ ਵੀ ਉਸ ਯਾਤਰਾ ਦੇ ਦੌਰਾਨ ਡੇਲੀ ਅਪ ਡਾਊਨ ਕਰਨ ਦੇ ਦੌਰਾਨ ਉੱਥੇ ਲੋਕਾਂ ਨਾਲ ਮਿਲਣ ਦੇ ਨਾਲ ਜਿੰਨਾ ਕਿ ਮੈਨੂੰ ਗੱਲਬਾਤ ਦੇ ਵਿੱਚ ਮੈਂ ਆਪਣੇ ਆਪ ਨੂੰ ਐਨਹਾਂਸ ਕੀਤਾ, ਮੇਰੇ ਮਨ 'ਚ ਆਉਂਦਾ ਸੀ ਅੱਜ ਇੱਥੋਂ ਪਤਾ ਲੱਗਦਾ ਸ਼ਡਿਊਲ ਦੇਖ ਰਿਹਾ, ਬੰਸੀ ਕੌਲ ਜੀ ਦਾ ਪਲੇ ਹੈਗਾ, ਅੱਜ ਅੰਕੁਰ ਜੀ ਦਾ ਪਲੇ ਹੈ, ਅੱਜ ਊਸ਼ਾ ਗੋਂਗਲੀ, ਉਸ ਚੋਂ ਮੈਂ ਸਿਲੈਕਟ ਕਰਦਾ ਮੈਂ ਇਹਦਾ ਨਾਟਕ ਦੇਖਣ ਜਾਣਾ। ਮੈਂ ਕਿਹਾ ਇਹ ਤਾਂ ਬੜਾ ਗਲਤ ਕੰਮ ਹੈ ਜੀ, ਰੋਜ਼ ਜਾਣਾ ਹੈ ਨਾ, ਰੋਜ਼ ਆਣਾ। ਔਰ ਮੈਂ ਕਿਹਾ ਵੀ ਮੈਨੂੰ ਕੁਛ ਇਸ ਤਰੀਕੇ ਨਾਲ ਪਲਾਨ ਕਰਨਾ ਚਾਹੀਦਾ ਕਿ ਸਾਰੇ ਲੋਕ ਮੇਰੇ ਕੋਲ ਆ ਕੇ ਇੱਥੇ ਨਾਟਕ ਕਰਨ, ਇਹ ਸਾਰੇ ਦੇ ਸਾਰੇ ਜਿਹਨੂੰ ਮੈਂ ਚਾਹਾਂ ਵੀ ਇਹਦਾ ਨਾਟਕ ਦੇਖਣਾ, ਮੈਂ ਦਿੱਲੀ ਨਾ ਜਾਵਾਂ ਔਰ ਉਹ ਜਿੱਥੇ ਵੀ ਕੋਈ ਬੰਦਾ ਬੈਠਾ ਉਹ ਚੰਡੀਗੜ੍ਹ ਆ ਕੇ ਨਾਟਕ ਕਰੇ। ਇਸ ਲਈ ਮੈਂ ਜਿਹੜਾ ਹੈ ਪਹਿਲਾਂ ਤਾਂ ਫੈਸਟੀਵਲ ਦਾ ਸੋਚਿਆ ਔਰ ਇਹ 3 ਦਿਨ ਤੋਂ ਫੈਸਟੀਵਲ ਸ਼ੁਰੂ ਕੀਤਾ। 3 ਦਿਨ ਤੋਂ ਫੈਸਟੀਵਲ ਇੱਕ ਐਗਜ਼ਾਮਪਲ ਦੇ ਤੌਰ ਤੇ ਕਰਨਾ ਸੀ 2004 ਤੋਂ, ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮੇਰੇ ਬਰਾਬਰ ਹੀ ਸੁਚੇਤਕ ਰੰਗਮੰਚ ਨੇ ਵੀ 2004 ਤੋਂ ਸ਼ੁਰੂ ਕੀਤਾ ਸੀ। ਇਹਨਾਂ ਦੇ 16 ਫੈਸਟੀਵਲ ਹੋ ਗਏ, ਮੈਂ ਇਹਨਾਂ ਤੋਂ 1 ਸਾਲ ਪਿੱਛੇ 15 ਹੈਗਾ, ਕਿਉਂਕਿ 2007 ਦੇ ਵਿੱਚ ਟੈਗੋਰ ਥੀਏਟਰ ਜਿਹੜਾ ਹੈ ਪੁੱਲ ਡਾਊਨ ਕਰ ਦਿੱਤਾ ਗਿਆ ਸੀ ਰੈਨੋਵੇਸ਼ਨ ਦੇ ਲਈ, ਕਰਕੇ ਮੇਰਾ ਉਹ ਸਾਲ ਮਿਸ ਹੋਇਆ। ਐਨੀ ਹਾਊ ਤੇ ਇਹ ਮੇਰੇ ਤੋਂ ਹਜੇ ਵੀ ਅੱਗੇ ਨੇ 16 ਸੀਨੀਅਰ ਨੇ। ਤੇ ਮੈਨੂੰ ਇਹ ਹੋਇਆ ਉਹ 3 ਦਿਨ ਦਾ ਜਦੋਂ ਫੈਸਟੀਵਲ ਕੀਤਾ, ਉਸ ਫੈਸਟੀਵਲ ਨੂੰ ਆਪਣੇ ਨਾ ਥੀਏਟਰ ਦੇ ਵਿੱਚ ਬੜਾ ਵੱਡਾ ਸਬਜੈਕਟ ਆਪਾਂ ਗੱਲ ਕਰਦੇ ਹਾਂ ਕਿ ਆਬਜ਼ਰਵੇਸ਼ਨ ਦੀ ਗੱਲ ਕਰਦੇ ਹਾਂ, ਡੈਡੀਕੇਸ਼ਨ ਦੀ ਗੱਲ ਕਰਦੇ ਹਾਂ, ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ। ਉਹ ਸਿੱਖਣ ਨੂੰ ਮਿਲਦਾ ਸਿਰਫ ਆਪਣੇ ਇੱਕ ਕਰੈਕਟਰ ਨੂੰ ਐਨਹਾਂਸ ਕਰਨ ਲਈ, ਉਸ ਦੀ ਕਰੈਕਟਰਾਈਜੇਸ਼ਨ ਕਰਨ ਲਈ ਨਹੀਂ ਮਿਲਦਾ। ਉਹ ਮੈਨੂੰ ਲੱਗਦਾ ਹੈ ਕਿ ਜੀਵਨ ਦੇ ਹਰ ਪਹਿਲੂ ਦੇ ਵਿੱਚ ਐਨਾਲਿਸਿਸ ਕਰਨ ਲਈ ਸਾਨੂੰ ਮਿਲਦਾ ਹੈਗਾ ਕਿ ਅਸੀਂ ਕਿਸ ਤਰੀਕੇ ਨਾਲ ਕਿਸ ਚੀਜ਼ ਨੂੰ ਅਬਜ਼ਰਵ ਕਰਦੇ ਹਾਂ। ਅਸੀਂ ਆਪਣੀ ਗਲਤੀਆਂ ਤੋਂ ਬਹੁਤ ਕੁਝ ਸਿੱਖਦੇ ਹਾਂ, ਤੇ ਮੈਂ ਜੀਵਨ ਦੇ ਵਿੱਚ ਅਨੇਕ ਗਲਤੀਆਂ ਕੀਤੀਆਂ ਨੇ ਤੇ ਉਹ ਗਲਤੀਆਂ ਨੇ ਮੈਨੂੰ ਥੋੜਾ ਥੋੜਾ ਸਿਖਾਇਆ ਹੈ। ਉਹ ਥੋੜੀਆਂ ਗਲਤੀਆਂ ਨੂੰ ਮੈਂ ਨੋਟ ਕੀਤਾ ਹੈ, ਉਹਦੇ ਨੋਟਸ ਤਿਆਰ ਕੀਤੇ ਹੈ। ਉਸ ਕਰਕੇ ਮੈਨੂੰ ਲੱਗਦਾ ਹੈ ਕਿ ਮੈਂ ਇਸ ਕੰਮ ਤੱਕ ਕਾਮਯਾਬ ਹੋ ਗਿਆ। ਉਹ ਜਦੋਂ 3 ਦਿਨ ਦਾ ਕੀਤਾ ਉਹ ਮੈਂ ਆਪਣੇ ਹੀ ਨਾਟਕਾਂ ਦਾ ਕੀਤਾ, ਫਿਰ ਜਦੋਂ ਅਗਲੀ ਵਾਰ ਕੀਤਾ ਆਪਣੇ ਲੋਕਲ ਨਾਟਕ ਬੁਲਾਏ, ਫਿਰ ਇਸ ਤਰੀਕੇ ਨਾਲ ਬਾਹਰੋਂ ਦੀ ਇੱਕ ਬੁਲਾਏ। ਤੇ ਜਿੱਥੇ ਤੱਕ ਗੱਲ ਹੈ ਕਿ ਇਹ ਤਾਂ ਹੋ ਗਈ ਮੇਰੀ ਸਿਲੈਕਸ਼ਨ ਦਾ ਤਰੀਕਾ ਕਿ ਇਸ ਕਰਕੇ ਮੇਰੇ ਇੱਥੇ ਨਾਟਕ ਕਰਨ ਲਈ, ਅਗਰ ਆਪਾਂ J&K ਤੋਂ ਗੱਲ ਕਰੀਏ, ਬਲਵੰਤ ਠਾਕੁਰ ਆਂਦਾ ਹੈ ਨਾਟਕ ਕਰਨ, ਮੁਸ਼ਤਾਕ ਕਾਕ ਆਂਦਾ ਹੈ, ਦਵਿੰਦਰ ਰਾਜ ਅੰਕੁਰ ਆਂਦਾ ਹੈ, ਬੰਸੀ ਕੌਲ ਆਂਦੇ ਹੈ, ਸੁਰੇਸ਼ ਸ਼ਰਮਾ ਜੀ ਆਂਦੇ ਹੈ, ਸੁਰੇਸ਼ ਭਾਰਦਵਾਜ ਜੀ ਆਂਦੇ ਹੈਗੇ ਹੈ, ਊਸ਼ਾ ਗੋਂਗਲੀ ਆਂਦੀ ਹੈ, ਪ੍ਰਵੀਰ ਬੋਹਾ ਜੀ ਆਂਦੀ ਹੈ, ਅਲਖ ਨੰਦਨ ਜੀ ਆਂਦੇ ਹੈ, DP ਸਿਨਹਾ ਜੀ ਆਂਦੀ ਹੈ, ਸਤੀਸ਼ ਕੌਸ਼ਿਕ ਮੁੰਬਈ ਤੋਂ ਆਂਦਾ ਹੈਗਾ। ਤੇ ਮਤਲਬ ਸਾਰੇ ਲੋਕਾਂ ਨੂੰ ਮੈਂ ਫਿਰ ਉਹਨਾਂ ਦੇ ਨਾਲ ਆਪਣੀ ਕਨੈਕਟੀਵਿਟੀ ਰੱਖੀ। ਪੰਜਾਬ ਦੇ ਵਿੱਚ ਜਿੰਨੇ ਵੀ ਥੀਏਟਰ ਗਰੁੱਪ ਹੈਗੇ ਆ, ਕੇਵਲ ਧਾਲੀਵਾਲ ਤੋਂ ਲੈ ਕੇ ਤੁਸੀਂ ਤੇ ਅਨੀਤਾ ਜੀ ਤੱਕ, ਏਦਾਂ ਹੀ ਹਰਿਆਣੇ ਦੇ, ਉਹ ਤਾਂ ਆਂਦੇ ਹੀ ਆਂਦੇ ਆ। ਮੈਂ ਇਸ ਕਰਕੇ ਉਹਨਾਂ ਦਾ ਤਾਂ ਨਾਮ ਨਹੀਂ ਲੈ ਰਿਹਾ, ਆਪਣੇ ਪੰਜਾਬ ਤੋਂ ਬਾਹਰ ਦੇ ਸਭ ਦੇ ਇਹ ਨਾਮ ਦਿੱਤੇ, ਕੋਈ ਇਹ ਨਾ ਸਮਝੇ ਕਿ ਪੰਜਾਬ ਨਹੀਂ ਉਹ ਤਾਂ ਪਤਾ, ਜਦੋਂ ਤੁਸੀਂ ਮਤਲਬ ਮਹੀਨੇ ਦਾ ਕਰਾ ਰਹੇ ਹੋ ਤਾਂ ਆਬਵੀਅਸਲੀ ਸਾਰੇ ਕਵਰ ਹੋਣਗੇ, ਸਾਰਿਆਂ ਨੂੰ ਆਪਣੇ ਚੰਡੀਗੜ੍ਹ ਦੇ ਸ਼ਹਿਰ ਦੇ ਵੀ ਸਾਰਿਆਂ ਨੂੰ ਕਵਰ ਕਰਦਾ। ਔਰ ਜਿੱਥੇ ਤੱਕ ਆ ਗਈ ਹੁਣ ਫਾਈਨਾਂਸ ਦੀ ਗੱਲ, ਕਿ ਫਾਈਨਾਂਸ ਜਿੰਨਾ ਕੁ ਤੁਹਾਨੂੰ ਮਿਲਦਾ ਹੈ, ਜਿੰਨਾ ਕੁ ਤੁਹਾਨੂੰ ਦਾਇਰੇ ਪਤਾ ਹੈਗੀ ਹੈ ਕਿ ਕਲਚਰਲ ਅਫੇਅਰ ਹਰਿਆਣਾ ਹੈ, ਪੰਜਾਬ ਹੈ, UP ਹੈ, ਸੰਗੀਤ ਨਾਟਕ ਅਕੈਡਮੀ ਹੈ, ਪੰਜਾਬ ਸੰਗੀਤ ਨਾਟਕ ਅਕੈਡਮੀ ਹੈ, ਜਿੰਨੇ ਦਾਇਰੇ ਤੁਹਾਨੂੰ ਪਤਾ ਉਨੇ ਹੀ ਮੈਨੂੰ ਪਤਾ। ਅੱਜ ਮੈਂ ਸਭ ਜਗ੍ਹਾ ਅਪਲਾਈ ਕਰ, ਔਰ ਜਿੱਥੋਂ ਜਿੰਨਾ ਸਹਿਯੋਗ ਮਿਲ ਗਿਆ ਮੈਂ ਉਨਾ ਹੀ ਲੈਂਦਾ। ਉਸ ਤੋਂ ਬਾਅਦ ਮੈਂ ਕਹਿੰਦਾ ਵੀ ਅਗਲੀ ਵਾਰ ਭਾਈ ਤੇਰੇ ਕੋਲ ਫੇਰ ਆਣਾ ਹੈ, ਫਿਰ ਤੁਸੀਂ ਦੇਣਾ ਹੈਗਾ। ਤੇ ਹੈ ਨਾ, ਮਤਲਬ ਇਹ ਤਾਂ ਵਨ ਟਾਈਮ ਤਾਂ ਹੈ ਨਹੀਂ, ਹਾਂ ਤਾਂ ਚੱਲਣਾ ਹੀ ਚੱਲਣਾ। ਹਾਂਜੀ, ਟਾਈਮ ਹੈ ਨਹੀਂ। ਦੂਸਰਾ ਇਹ ਹੈ ਕਿ ਮੈਂ ਤਾਂ ਸੀਜ਼ਨਲ ਫੈਸਟੀਵਲ ਕਰਦਾ, ਵਿੰਟਰ ਫੈਸਟੀਵਲ ਖਤਮ ਹੁੰਦਾ ਹੈ ਤੇ ਫਰਵਰੀ ਦੇ ਵਿੱਚ ਬਸੰਤ ਫੈਸਟੀਵਲ ਹੋ ਜਾਂਦਾ ਹੈ, ਫਰਵਰੀ ਖਤਮ ਹੁੰਦਾ ਹੈ ਤੇ ਅਪ੍ਰੈਲ ਦੇ ਵਿੱਚ ਵਿਸਾਖੀ ਫੈਸਟੀਵਲ ਸ਼ੁਰੂ ਹੋ ਜਾਂਦਾ ਹੈ, ਵਿਸਾਖੀ ਫੈਸਟੀਵਲ ਖਤਮ ਹੁੰਦਾ ਹੈ ਤੇ ਜੂਨ ਦੇ ਵਿੱਚ, ਮਈ ਜੂਨ ਦੇ ਵਿੱਚ ਸਮਰ ਫੈਸਟੀਵਲ ਆ ਜਾਂਦਾ ਹੈ, ਸਮਰ ਫੈਸਟੀਵਲ ਖਤਮ ਹੁੰਦਾ ਹੈ, ਸਾਵਣ ਫੈਸਟੀਵਲ ਸ਼ੁਰੂ। ਮਤਲਬ ਤੁਸੀਂ ਪੂਰਾ ਸਾਲ 365 ਦਿਨ ਚ ਮਸਾਂ ਹੀ 5-7 ਦਿਨ ਘਰ ਦੇ ਦਿੰਦੇ ਹੋਵੋਗੇ।
ਨਹੀਂ, ਘਰ ਸ਼ਾਮ ਨੂੰ ਉਸ ਤੋਂ ਬਾਅਦ ਘਰ ਹੀ ਰਹਿੰਦਾ ਜੀ, ਮੈਂ ਬਾਹਰ ਜਾਂਦਾ ਹੀ ਨਹੀਂ, ਨਹੀਂ। ਮੇਰਾ ਮਤਲਬ ਕਹਿਣ ਦਾ ਭਾਵ ਜਿਹੜੇ ਥੀਏਟਰ ਦੇ ਰੁਝੇਵੇਂ ਹੈ ਭਾਜੀ, ਤੁਹਾਡਾ ਪੈਰਾਮੀਟਰ ਕੀ ਹੈ ਜਦੋਂ ਤੁਸੀਂ ਪਲੇ ਸਿਲੈਕਟ ਕਰਦੇ ਹੋ? ਮੈਂ ਮਤਲਬ ਪੈਰਾਮੀਟਰ ਇਹ ਹੈ ਜਿਹੜੇ ਮੈਨੂੰ ਅੱਛੇ, ਜਿਨ੍ਹਾਂ ਦੀ ਫੀਡਬੈਕ ਮਿਲਦੀ ਹੈ, ਠੀਕ ਹੈ ਵੀ ਇਹ ਫਲਾਣੀ ਜਗ੍ਹਾ ਦਾ ਬੰਦਾ ਹੈ, ਇਹ ਅੱਛਾ ਨਾਟਕ ਹੈ ਔਰ ਉਹ ਮੇਰੀ ਰੇਂਜ ਚ ਆਉਂਦਾ ਹੈ। ਪੈਰਾਮੀਟਰ ਇਹ ਨਹੀਂ ਕਿ ਮੈਂ ਸਕ੍ਰਿਪਟ ਮੰਗਵਾ ਰਿਹਾ, ਮੈਂ ਉਹਨਾਂ ਨੂੰ ਫਾਈਨਲ ਕਰ ਰਿਹਾ, ਉਹ ਤਾਂ ਮੈਂ ਤਾਂ ਕਰਾਂ ਜੇ ਮੈਂ ਉਹਨਾਂ ਦੀ ਸ਼ਰਤਾਂ ਦੇ ਉੱਤੇ ਉਹਨਾਂ ਨੂੰ ਕੀਮਤ ਦੇ ਪਾ ਰਿਹਾ ਹੋ। ਮੈਂ ਤਾਂ ਰਿਕੁਐਸਟ ਵੀ ਤਾਂ ਕਰਦਾ ਨਾ, ਬੇਨਤੀ ਕਰਦਾ, ਨਿਵੇਦਨ ਕਰਦਾ ਸਭ ਨੂੰ, ਹਨਾ। ਤੇ ਫਿਰ ਉਹ ਜੇ ਮੇਰੀ ਬੇਨਤੀ ਕਬੂਲ ਕਰਨਗੇ ਤਾਂ ਹੀ ਆਣਗੇ। ਔਰ ਮੈਂ ਆਪਣੀ ਸ਼ਰਤਾਂ ਦੇ ਵਿੱਚ ਕਹਾਂਗਾ ਜੀ ਮੈਂ ਤੁਹਾਨੂੰ ਇਸ ਤਰੀਕੇ ਨਾਲ ਇਹ ਏਦਾਂ ਦਾ ਟ੍ਰੀਟਮੈਂਟ ਮੈਂ ਦੇ ਸਕਦਾ। ਔਰ ਜੇ ਮੇਰੀ ਰਿਕੁਐਸਟ, ਮੇਰੀ ਬੇਨਤੀ ਮੰਨ ਜਾਣਗੇ ਠੀਕ ਹੈ, ਨਹੀਂ ਮੰਨਣਗੇ ਤਾਂ ਵੀ ਕੋਈ ਗੱਲ ਨਹੀਂ, ਤਾਂ ਕੋਈ ਦੂਸਰਾ ਬੰਦਾ ਦੇ। ਤੁਹਾਡੇ ਨਾ ਫੈਸਟੀਵਲ ਚ ਅਸੀਂ ਵੀ ਨਾਟਕ ਕੀਤਾ ਹੈ, ਜਿਹੜੀ ਮੈਨੂੰ ਉੱਥੇ ਰੌਚਕਤਾ ਲੱਗੀ, ਮੈਂ ਉਹ ਵੀ ਸ਼ੇਅਰ ਕਰੂੰਗੀ ਦਰਸ਼ਕਾਂ ਨਾਲ ਵੀ, ਤੁਹਾਡੇ ਨਾਲ ਵੀ। ਤੁਸੀਂ ਉੱਥੇ ਇੱਕ ਮੇਲੇ ਦਾ ਮਾਹੌਲ ਕ੍ਰੀਏਟ ਕਰਦੇ ਹੋ, ਕੱਲਾ ਮੇਲਾ ਹੀ ਨਹੀਂ, ਮਤਲਬ ਥੀਏਟਰ ਦੇ ਨਾਲ ਜਿੰਨੀਆਂ ਵੀ ਪਰਫਾਰਮਿੰਗ ਆਰਟ ਦੀਆਂ, ਜਿੱਦਾਂ ਫਾਈਨ ਆਰਟਸ ਹੋਇਆ, ਰੂਬਰੂ ਹੋਇਆ, ਜਾਂ ਪੇਂਟਿੰਗਸ ਹੋਈਆਂ, ਪਪਟ ਸ਼ੋ ਹੋਇਆ, ਐਗਜ਼ੀਬਿਸ਼ਨਸ ਹੋਈਆਂ, ਜਿਹੜਾ ਉਹ ਤੁਸੀਂ ਇੱਕ ਮਾਹੌਲ ਕ੍ਰੀਏਟ ਕਰਦੇ ਹੋ ਪੰਜੋ ਕਲਾਵਾਂ ਨੂੰ ਕੋਲੈਬੋਰੇਟ ਕਰਕੇ, ਉਹ ਕਿੱਦਾਂ ਦੀ ਡਿਜ਼ਾਈਨਿੰਗ ਕਿਵੇਂ ਤੁਹਾਡੇ ਦਿਮਾਗ ਚ ਆਈ? ਉਸ ਚ ਡਾਕਟਰ ਸਾਹਿਬ, ਉਹਦੇ ਚ ਮੈਨੂੰ ਲੱਗਦਾ ਵੀ ਹਜੇ ਪਹਿਲੀ ਗੱਲ ਚ ਇੱਕ ਫਾਈਨੈਂਸ ਵਾਲਾ ਮੁੱਦਾ ਰਹਿ ਗਿਆ। ਹਾਂ, ਕੋਈ ਗੱਲ ਨਹੀਂ ਕਰੋ, ਮੈਂ ਤਾਂ ਸਵਾਲ ਬਹੁਤ ਸਿੱਟਣੇ ਨੇ ਤੁਹਾਡੇ ਤੇ ਅੱਜ, ਮੈਂ ਤੁਹਾਨੂੰ ਪੂਰਾ ਲੁੱਟ ਲੈਣਾ ਹੈ। ਤੁਹਾਡਾ ਸਾਰਾ ਜਿਹੜਾ ਗਿਆਨ ਹੈ ਨਾ, ਮੈਂ ਲੈ ਲੈਣਾ ਤੁਹਾਡੇ ਤੋਂ ਅੱਜ। ਮੈਂ ਚਾਹੁੰਦਾ ਵੀ ਇਹ ਹਰ ਸ਼ਹਿਰ ਚ ਹੋਵੇ, ਇਹ ਹਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਮੇਲੇ ਹੋਣੇ ਚਾਹੀਦੇ ਆ, ਇਹ ਨਹੀਂ ਕਿ ਨਹੀਂ ਹੋ ਸਕਦੇ, ਅਸੰਭਵ ਤਾਂ ਕੋਈ ਚੀਜ਼ ਹੈ ਹੀ ਨਹੀਂ। ਦੂਸਰੀ ਗੱਲ ਕਿ ਮੈਂ ਜਿਹੜੀ ਉਹੀ ਗੱਲ ਕੀਤੀ ਹੈ ਕਿ ਮੈਂ ਜਿਹੜੇ 99 ਤੋਂ ਜਦੋਂ ਦਰਸ਼ਕਾਂ ਦੀ ਇੱਕ ਲਿਸਟ ਬਣਾਈ ਹੈ, ਔਰ ਮੈਨੂੰ ਸਮਝ ਆ ਗਈ ਟਿਕਟ ਤੇ ਤਾਂ ਹੋ ਨਹੀਂ ਸਕਦਾ, ਔਰ ਇਹ ਮੇਰਾ ਖੁਆਬ ਹੀ ਹੋਏਗਾ ਅੰਤਿਮ ਸਾਹ ਤੱਕ ਸ਼ਾਇਦ ਮੈਂ ਟਿਕਟ ਦੇ ਉੱਤੇ ਰੰਗਮੰਚ ਕਰ ਪਾਵਾਂ ਜਾਂ ਉਸ ਚੋਂ ਕੁਝ ਅਰਨ ਕਰ ਪਾਵਾਂ। ਇਹ ਮੈਨੂੰ ਲੱਗਦਾ ਕਿ ਮੇਰਾ ਖੁਆਬ ਹੀ ਹੋਏਗਾ ਜੇ ਹੋ ਜੇ ਪੂਰਾ। ਇਹਨਾਂ ਹੋਏਗਾ, ਅਸੀਂ ਤੁਹਾਡੀ ਇਸ ਲਈ ਦੁਆ ਕਰਾਂਗੇ ਸਾਰੇ। ਲੇਕਿਨ ਮੈਨੂੰ ਇੱਕ ਗੱਲ ਸਮਝ ਆਈ ਕਿ ਜਿਹੜੇ ਦਾਨ ਦੇਣ ਵਾਲੇ ਲੋਕ ਹੈ, ਡੋਨੇਸ਼ਨ ਦੇਣ ਵਾਲੇ ਲੋਕ ਹੈ, ਉਹਨਾਂ ਦੀ ਕਮੀ ਨਹੀਂ ਹੈ। ਇਹ ਨਹੀਂ ਕਿ ਚੰਡੀਗੜ੍ਹ ਚ ਕਿਸੇ ਵੀ ਸ਼ਹਿਰ ਚ ਕਮੀ, ਹਰ ਜਗ੍ਹਾ ਦਾਨ ਵਾਲੇ ਦੇਣ ਵਾਲੇ ਬੰਦੇ ਹੈ, ਲੇਕਿਨ ਉਹਨਾਂ ਨੂੰ ਕਨਵਿੰਸ ਕਰਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਇਹ ਇੱਕ ਕਲਾ ਮੰਦਰ ਦਾ ਕੰਮ ਹੈ, ਇਹ ਬਹੁਤ ਪਵਿੱਤਰ ਕੰਮ ਹੈ। ਜੇ ਇਹ ਕੰਮ ਨਹੀਂ ਹੋਏਗਾ ਤੇ ਹਜ਼ਾਰਾਂ ਲੋਕ ਜਿਹੜੇ ਹੈ ਇਹਦੇ ਨਾਲ, ਜਿਹੜੇ ਨੌਜਵਾਨ ਜੁੜੇ ਹੋਏ ਹੈ, ਉਹ ਨਸ਼ੇੜੀ ਬਣ ਜਾਣਗੇ, ਉਹ ਫਰਸਟ੍ਰੇਟ ਦੇ ਦੌਰ ਚੋਂ ਨਿਕਲਣਗੇ, ਉਹ ਪਤਾ ਨਹੀਂ ਕੀ ਹੋਏਗਾ। ਔਰ ਸਮਾਜ ਨੂੰ ਸੁਧਾਰਨ ਦਾ ਅਸੀਂ ਬਹੁਤ ਵੱਡਾ ਇੱਕ ਉਪਰਾਲਾ ਕਰਦੇ ਹਾਂ। ਇਹ ਜਦੋਂ ਮੈਂ ਆਪਣੇ ਦਰਸ਼ਕਾਂ ਨਾਲ ਗੱਲ ਕਰਦਾ, ਉਹਨਾਂ ਨੂੰ ਆਪਣੇ ਵਿਚਾਰ ਦੇ ਬਾਰੇ ਸਮਝਾਉਂਦਾ ਹਾਂ, ਤੇ ਉਹ ਮੈਨੂੰ ਕਹਿੰਦੇ ਭਾਈ ਅਸੀਂ ਕੀ ਕਰ ਸਕਦੇ। ਪਹਿਲਾਂ ਤਾਂ ਮੈਂ ਉਹਨਾਂ ਨੂੰ ਪੁੱਛਦਾ ਤੁਸੀਂ ਕੀ ਕਰ ਸਕਦੇ ਹੋ, ਉਹ ਫਿਰ ਮੈਨੂੰ ਪੁੱਛਦੇ ਵੀ ਅਸੀਂ ਕੀ ਕਰ ਸਕਦੇ। ਤੇ ਮੈਂ ਉਹਨਾਂ ਕਿਸੇ ਕੋਲੋਂ ਵੀ ਜ਼ਿਆਦਾ ਤੋਂ ਕੋਈ ਬਹੁਤ ਧੱਕੇ ਨਾਲ ਕੈਸ਼ ਵੀ ਦੇ ਦਿੰਦੇ ਆ ਮੈਨੂੰ, ਮੈਂ ਲੈਂਦਾ ਨਹੀਂ। ਔਰ ਮੈਂ ਉਹਨਾਂ ਨੂੰ ਕੰਮ ਨਿਸ਼ਚਿਤ ਹੈ, ਫਲਾਣੀ ਚੀਜ਼ ਦੀ ਬੁਕਿੰਗ ਹੈ, ਇਹ ਤੁਸੀਂ ਕਰਾ ਦਿਓ, ਇਹਦੇ ਚ ਨਹੀਂ ਕਰਾ ਸਕਦੇ ਇੰਨਾ ਕਰਾ ਦਿਓ, ਇਹਦੇ ਚ 2 ਬੰਦੇ ਹੋ ਜਾਣਗੇ। ਉਹ ਪੂਰਾ ਸਿਸਟਮ ਮੈਂ ਬਣਾਇਆ ਹੋਇਆ, ਕਿਹੜਾ ਬੰਦਾ 5000 ਦੇ ਸਕਦਾ, ਕਿਹੜਾ 50000 ਦੇ ਸਕਦਾ। ਉਹ ਮੇਰੇ ਕੋਲ ਸਾਰੇ ਜਿਹੜੇ ਮੇਰੇ ਕਲਾ ਪ੍ਰੇਮੀ ਹੈ, ਜਿਹੜੇ ਮੈਨੂੰ ਪ੍ਰਮੋਟ ਕਰਦੇ ਹੈ, ਉਹਨਾਂ ਦੀ ਮੇਰੇ ਕੋਲ ਇੱਕ ਲਿਸਟ ਹੈ। ਉਹਨਾਂ ਕੋਲੋਂ ਮੈਂ ਕਦੀ ਵੀ, ਕਿਉਂਕਿ ਮੈਨੇ ਉਹਨਾਂ ਨੂੰ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਸਾਲ ਚ ਪਹਿਲੀ ਗੱਲ ਤਾਂ ਇੱਕ ਵਾਰੀ ਲੈਣਾ, ਔਰ ਮੇਰੀ ਕੋਸ਼ਿਸ਼ ਹੋਏਗੀ ਮੈਂ ਇੱਕ ਵਾਰੀ ਇਸ ਸਾਲ ਲੈ ਲਿਆ 2019 ਦੇ ਵਿੱਚ, ਤੁਹਾਡਾ ਨੰਬਰ 2021 ਚ ਆਉਣਾ ਚਾਹੀਦਾ। ਵੀ ਮੇਰੇ ਕੋਲ ਐਡੀ ਲੰਬੀ ਲਿਸਟ ਚਾਹੀਦੀ ਹੈ, ਔਰ ਮੈਂ ਇੰਨੀ ਲੰਬੀ ਲਿਸਟ ਬਣਾਉਣ ਚ ਲੱਗਾ ਹੋਇਆ ਲਗਾਤਾਰ। ਤੇ ਇਸ ਕਰਕੇ ਉਹਨਾਂ ਨੂੰ ਵੀ ਯਕੀਨ ਹੁੰਦਾ, ਆਪਣੇ ਹੱਥੀ ਉਹਨਾਂ ਨੇ ਉਹ ਪੈਸੇ ਖਰਚ ਕੀਤੇ ਹੁੰਦੇ, ਆਪਣੇ ਹੱਥੇ ਉਹਨਾਂ ਨੂੰ ਦੇਖਿਆ ਹੁੰਦਾ। ਹੁਣ ਮੇਰਾ ਜਿਹੜਾ ਅਗਲਾ ਇਹ ਹੈ, ਇਸ ਚੀਜ਼ ਦੇ ਫਾਈਨੈਂਸ ਦੇ ਉੱਤੇ ਤਿਆਰੀ ਕਰ ਰਹੇ ਹਾਂ ਕਿ 30 ਦਿਨ ਜੇ ਫੈਸਟੀਵਲ ਹੈ, 30 ਦਿਨ ਦਰਸ਼ਕ ਰਾਤ ਨੂੰ ਰੋਟੀ ਖਾ ਕੇ ਜਾਇਓ। ਦਰਸ਼ਕ ਵੀ ਰੋਟੀ ਖਾ ਕੇ ਜਾਏ, ਦਰਸ਼ਕ ਵੀ ਰੋਟੀ ਖਾ ਕੇ ਜਾਏ। ਕੀ ਬਾਤ। ਦੇ ਉੱਤੇ ਕੰਮ ਮੈਂ ਕਰ ਰਿਹਾ। ਇਹਦੇ ਵਿੱਚ ਹੁਣ ਜਿੱਦਾਂ ਹੁਣ ਪਿੱਛੇ ਹੋਇਆ, ਉਹਦੇ ਵਿੱਚ ਮੈਂ 5-7 ਦਿਨ ਏਦਾਂ ਲੰਗਰ ਚਲਾਇਆ, ਤੇ ਮੈਂ ਚਾਹੁੰਦਾ ਹਾਂ ਕਿ ਉਹ 30 ਦਿਨ ਚੱਲੇ। ਇਸ ਮੰਚ ਦੇ ਮਾਧਿਅਮ ਨਾਲ ਵੀ ਜਿਹੜੇ ਸਾਡੇ ਦਰਸ਼ਕ ਸੁਣ ਰਹੇ ਹੋਣਗੇ, ਉਹਨਾਂ ਨੂੰ ਵੀ ਮੈਂ ਫੇਰ ਕਹਾਂਗਾ ਕਿ ਜਿਨ ਦਿਨਾਂ ਦੇ ਵਿੱਚ ਹੁੰਦਾ ਹੈ, ਉਨ ਦਿਨਾਂ ਦੇ ਵਿੱਚ ਤੁਹਾਡੇ ਘਰ ਦਾ ਕਿਸੇ ਦਾ ਵੀ, ਤੁਹਾਡੀ ਵੈਡਿੰਗ ਐਨਵਰਸਰੀ ਹੈ, ਤੁਹਾਡਾ ਕਿਸੇ ਬੱਚੇ ਦਾ ਜਨਮ ਦਿਨ ਹੈ, ਤੁਸੀਂ ਬਹੁਤ ਜਗ੍ਹਾ ਦੇ ਉੱਤੇ ਦਾਨ ਕਰਦੇ ਹੋਵੋਗੇ, ਉਹ ਜ਼ਰੂਰ ਕਰਨਾ। ਲੇਕਿਨ ਰੰਗਮੰਚ ਦੇ ਨਾਂ ਦੇ ਉੱਤੇ
ਇਹਨਾਂ ਕਲਾ ਨੂੰ ਜ਼ਿੰਦਾ ਰੱਖਣ ਦੇ ਲਈ ਵੀ ਤੁਸੀਂ ਜ਼ਰੂਰ ਦਾਨ ਕਰਨਾ। ਦਾਨ ਕੀ ਕਰਨਾ ਹੈ, ਚਾਹੇ ਤੁਸੀਂ ਸ਼ਾਮ ਦੀ ਜਿਹੜੀ ਹੈ ਇੱਕ ਟੀ ਪਾਰਟੀ ਰੱਖਣਾ, ਚਾਹੇ ਸ਼ਾਮ ਦਾ ਲੰਗਰ ਕਰਨਾ, ਉਹਦੇ ਤੇ ਜਿਹੜਾ ਖਰਚ ਹੈ 20-25 ਹਜ਼ਾਰ ਤੋਂ 21 ਹਜ਼ਾਰ ਤੋਂ ਜ਼ਿਆਦਾ ਨਹੀਂ ਆਉਂਦਾ, ਔਰ ਜੇ ਉਹ ਤੋਂ ਜ਼ਿਆਦਾ ਆਇਆ ਅਸੀਂ ਆਪ ਆਪਣੇ ਵੱਲੋਂ ਕਰਾਂਗੇ। ਤੇ ਇਹ ਮੇਰਾ ਹਜੇ ਟ੍ਰਾਇਲ ਚੱਲ ਰਿਹਾ ਹੈ, ਇਹਦੇ ਚ ਮੈਂ ਸ਼ੁਰੂਆਤ ਹੋ ਗਈ ਹੈ, 5-7 ਦਿਨ ਦੀ ਹੋ ਗਈ ਹੈ, ਔਰ ਇਹਨੂੰ 30 ਦਿਨ ਤੱਕ ਲੈ ਕੇ ਜਾਣਾ ਹੈ। ਔਰ ਉਹ ਕਿਸ ਤਰੀਕੇ ਨਾਲ ਲੈ ਕੇ ਜਾਣਾ ਹੈ, ਮੈਂ ਦਰਸ਼ਕ ਦੇ ਰਾਹੀਂ ਲੈ ਕੇ ਜਾਣਾ ਹੈ, ਮੈਂ ਉਹ ਸਰਕਾਰ ਦੇ ਰਾਹੀਂ ਨਹੀਂ ਲੈ ਕੇ ਜਾਣਾ, ਨਹੀਂ ਲੈ ਕੇ ਸਰਕਾਰ ਵੱਲ ਨਹੀਂ ਦੇਖੋਗੇ ਤੁਸੀਂ। ਮੈਂ ਇਹ ਕਿੱਥੋਂ ਇੰਸਪੀਰੇਸ਼ਨ ਲਿੱਤੀ, ਰਾਮਲੀਲਾ ਕਿੱਦਾਂ ਚੱਲਦੀ ਹੈ, ਉਹਨੂੰ ਕਿਹੜੇ ਸਮੂਹ ਹੈ ਚਲਾਉਣ ਵਾਲੇ, ਉਸ ਦੀ ਜਿਹੜੀ ਹੈ ਇੱਕ ਬਹੁਤ ਲੰਬੇ ਸਮੇਂ ਤੋਂ ਚਲਦੀ ਆ ਰਹੀ ਉਹ ਕਲਾ ਜਿਹੜੀ ਆਪਣੀ ਲੋਕ ਕਲਾ ਹੈ, ਆਪਣੀ ਪੁਰਾਣੀ ਕਲਾ ਹੈ, ਉਹ ਚੱਲੀ ਜਾ ਰਹੀ ਹੈ, ਉਹ ਚਲਦੀ ਆ ਰਹੀ ਹੈ। ਉਸ ਦੇ ਵਿੱਚੋਂ ਮੈਂ ਇਹ ਆਪਣਾ ਇੱਕ ਨਵਾਂ ਪ੍ਰਯੋਗ, ਇੱਕ ਨਵਾਂ ਐਕਸਪੈਰੀਮੈਂਟ ਕਰ ਰਿਹਾ ਹਾਂ, ਔਰ 30 ਦਿਨ ਤੱਕ ਜਿਸ ਤਰੀਕੇ ਨਾਲ ਮੈਂ ਕਾਮਯਾਬ ਹੋਇਆ, ਮੈਨੂੰ ਇਸ ਤਰੀਕੇ ਨਾਲ ਲੱਗਦਾ ਹੈ ਕਿ ਮੈਂ ਜਿਹੜਾ ਮੇਰਾ ਇਹ ਕਰੋਨਾ ਆ ਗਿਆ, ਅਦਰਵਾਈਜ਼ ਇਹ ਸਾਲ ਮੈਂ ਸੋਚਿਆ ਸੀ 50 ਦਿਨ ਕਰਾਂ, 10 ਦਿਨ ਮੋਹਾਲੀ, 10 ਦਿਨ ਪੰਚਕੂਲਾ, 30 ਦਿਨ ਚੰਡੀਗੜ੍ਹ ਕਰਨ ਦਾ, ਵੀ 50 ਦਿਨ ਦਾ ਇੱਕ ਫੈਸਟੀਵਲ ਜਿਹੜਾ ਹੈ ਟਰਾਈ ਸਿਟੀ ਦਾ ਫੈਸਟੀਵਲ, ਇਹ ਏਸ਼ੀਆ ਦਾ ਨਹੀਂ, ਇਹ ਦੁਨੀਆ ਦਾ ਬਿਗੇਸਟ ਫੈਸਟੀਵਲ ਹੋਣਾ ਚਾਹੀਦਾ ਹੈ। ਇੱਥੇ ਐਡੇ ਕਲਾ ਪ੍ਰੇਮੀ ਹਨ, ਇੱਥੇ 30 ਦਿਨ ਲੋਕ ਦੇਖਣ ਆਉਣ ਵਾਲੇ ਹੈਗੇ। ਤੁਸੀਂ ਇਹ ਦੇਖੋ ਵੀ ਪਹਿਲਾਂ ਤਾਂ ਇਹ ਸੋਚ ਕੇ ਡਰ ਲੱਗਦਾ ਸੀ ਕਿ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਲੋਕ ਆਉਣਗੇ, ਲੇਕਿਨ ਸਾਰਾ ਦਿਨ ਚਲਾਣਾ। ਹੁਣ ਤੁਹਾਡਾ ਇੱਕ ਸਵਾਲ ਸੀਗਾ, ਮੈਂ ਤੁਹਾਡੇ ਸਵਾਲ ਤੇ ਆ ਜਾਂਦਾ ਹੈ। ਮੇਰੀ ਪਹਿਲੀ ਗੱਲ ਫਾਈਨੈਂਸ ਵਾਲੀ ਕਲੀਅਰ ਹੋ ਗਈ, ਇਹਦੇ ਵਿੱਚ ਵੀ ਕੋਈ ਤੁਹਾਨੂੰ ਡਾਊਟ ਹੈ ਇਹ ਫੈਸਟੀਵਲ ਦੇ ਬਾਰੇ? ਕਲੀਅਰ ਹੈ ਭਾਜੀ, ਹਾਂਜੀ। ਫਿਰ ਤੁਹਾਡਾ ਅਗਰ ਕੋਈ ਪ੍ਰਸ਼ਨ ਆਏਗਾ ਉਹਨੂੰ ਮੈਂ ਦੁਬਾਰਾ ਕਲੀਅਰ ਕਰ ਸਕਦਾ। ਮੈਨੂੰ ਲੱਗਦਾ ਹੈ ਕਿ ਮੈਂ ਉਹ ਸਾਰੀ ਗੱਲ ਕਰਤੀ, ਕਿੱਥੋਂ ਮੈਨੂੰ ਆਪਣੀ ਇਸ ਗੱਲ ਦੀ ਪ੍ਰੇਰਣਾ ਮਿਲਦੀ ਹੈ। ਹੁਣ ਜਿੱਥੇ ਗੱਲ ਆਂਦੀ ਹੈ ਕਿ ਸਾਰਾ ਦਿਨ ਐਕਟੀਵਿਟੀ ਚਲਾਉਣ ਦੀ, ਔਰ ਉਹ ਸਾਰੇ ਦਿਨ ਐਕਟੀਵਿਟੀ ਦੇ ਵਿੱਚ ਅਸੀਂ ਇੱਕ ਗੱਲ ਕਰਦੇ ਹਾਂ ਕਿ ਰੰਗਮੰਚ ਇੱਕ ਐਸੀ ਜਗ੍ਹਾ ਹੈ, ਰੰਗਮੰਚ ਇੱਕ ਐਸੀ ਕਲਾ ਹੈ ਜਿਹਦੇ ਵਿੱਚ ਵਿਸ਼ਵ ਦੀਆਂ, ਦੁਨੀਆ ਦੀਆਂ ਸਾਰੀਆਂ ਕਲਾ ਸਮਾਯੋਜਿਤ ਹੈ। ਚਾਹੇ ਉਹ ਵਿਜ਼ੂਅਲ ਆਰਟ ਹੈ, ਚਾਹੇ ਉਹ ਨ੍ਰਿत्य ਹੈ, ਚਾਹੇ ਉਹ ਮਿਊਜ਼ਿਕ ਹੈ, ਚਾਹੇ ਉਹ ਪੇਂਟਿੰਗ ਦਾ ਆ ਗਿਆ, ਵਿਜ਼ੂਅਲ ਆਰਟ ਆ ਗਿਆ, ਪਰਫਾਰਮਿੰਗ ਲਿਟਰੇਚਰ ਤਾਂ ਆ ਹੀ ਗਿਆ ਜਦੋਂ ਸਾਹਿਤ ਆ ਗਿਆ ਉਸ ਦੇ ਵਿੱਚ। ਮਤਲਬ ਜਿਹੜੀਆਂ 3 ਫਾਰਮ ਹੈ, ਸਾਹਿਤ, ਪਰਫਾਰਮਿੰਗ ਆਰਟ, ਵਿਜ਼ੂਅਲ ਆਰਟ, ਅੱਗੋਂ ਇਹਦੇ ਸਬ ਪਾਰਟ, ਉਹ ਸਾਰੇ ਸਬ ਪਾਰਟ ਆਪਣੇ ਪਰਫਾਰਮਿੰਗ ਆਰਟ ਨਾਟਕ ਦੇ ਵਿੱਚ ਹੈ। ਇਹਨਾਂ ਤੋਂ ਅਧੂਰਾ ਹੈ ਅਗਰ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਕਿਸਮ ਨਾ ਹੋਵੇ। ਇਸ ਕਰਕੇ ਮੈਨੂੰ ਇਹ ਲੱਗਿਆ ਕਿ ਨਾ ਤਾਂ ਮੇਰੇ ਕੋਲ ਇੰਨਾ ਟਾਈਮ ਹੈ ਕਿ ਮੈਂ ਬਾਕੀ ਵਿਧਾ ਸਿੱਖਣ ਜਾਵਾਂ, ਜਦੋਂ ਤੱਕ ਸਿੱਖਣ ਜਾਵਾਂਗਾ ਉਦੋਂ ਤੱਕ ਮੇਰੇ ਸਵਾਸ ਨਾ ਪੂਰੇ ਹੋ ਜਾਣ। ਮੈਂ ਚਾਹੁੰਦਾ ਕਿ ਇਹਨਾਂ ਸਵਾਸਾਂ ਦੇ ਵਿੱਚ ਜਿੰਨੀ ਜ਼ਿੰਦਗੀ ਹੈ ਇਹਦੇ ਵਿੱਚ ਹੀ ਸਭ ਕੁਝ ਸਿੱਖਣਾ ਹੈ ਔਰ ਸਭ ਕੁਝ ਕਰਨਾ ਹੈ। ਇਸ ਕਰਕੇ ਮੈਂ ਇਸ ਨੂੰ ਪਹਿਲਾ ਫੈਸਟੀਵਲ ਵਿਜ਼ੂਅਲ ਫੈਸਟੀਵਲ ਨਾਲ ਜੋੜਿਆ। ਵਿਜ਼ੂਅਲ ਫੈਸਟੀਵਲ ਤੋਂ ਬਾਅਦ ਆਪਣਾ ਲਿਟਰੇਰੀ ਫੈਸਟੀਵਲ ਵੀ ਜੋੜਿਆ। ਹੁਣ ਅਗਲੀ ਵਾਰ ਜਦੋਂ ਕਰਾਂਗੇ ਤੇ ਉਹਦੇ ਚ ਇੱਕ ਸਾਹਿਤ ਦਾ ਵੀ ਜਿਹੜਾ ਹੈ ਹਰ ਸੈਚਰਡੇ ਸੰਡੇ ਉਹ ਵੀ ਹੋਏਗਾ। ਰੂਬਰੂ ਦਾ ਫੋਕ ਦਾ ਕੀਤਾ, ਲੋਕ ਕਲਾ ਦਾ ਕੀਤਾ। ਉਹ ਨੌਜਵਾਨ ਜਿਹੜੇ ਜਿਨ੍ਹਾਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਉਹਨਾਂ ਨੂੰ ਵੀ ਜਗ੍ਹਾ ਜਿਹੜੀ ਹੈ ਮੰਚ ਪ੍ਰੋਵਾਈਡ ਕਰਨ ਦਾ ਇਹ ਮਿਲੇ। ਲੇਕਿਨ ਇਹਦੇ ਵਿੱਚ ਮੈਂ ਫੇਰ ਇਹ ਕਹਿੰਦਾ ਕਿ ਇਹਦੇ ਪਿੱਛੇ ਵੀ ਜਿਹੜੀ ਮੇਰੀ ਕਲਪਨਾ ਹੈ, ਇਹ ਕਲਪਨਾ ਮੇਰੀ ਉਹ ਜਿਹੜੀ ਯਾਤਰਾ ਹੈ ਜਿਹੜੀ ਚੰਡੀਗੜ੍ਹ ਤੋਂ ਮੈਂ ਦਿੱਲੀ ਜਾਂਦਾ ਸੀ, NSD ਦਾ ਭਰੰਗਮ ਦੇਖਦਾ ਸੀ, ਰਾਤ ਨੂੰ ਰਹਿਣ ਲਈ ਜਗ੍ਹਾ ਲੱਭਦਾ ਸੀਗਾ ਔਰ ਉੱਥੇ ਮੈਂ ਦੇਖਦਾ ਸੀ ਕਿਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਕਲੱਬ ਕਰਕੇ ਕੀਤਾ ਜਾ ਰਿਹਾ ਹੈ। ਕਿਤੇ ਗੱਲਬਾਤ ਹੋ ਰਹੀ ਹੈ, ਕਿਤੇ ਚਰਚਾ ਹੋ ਰਹੀ ਹੈ। ਤੇ ਇਸ ਕਰਕੇ ਮੈਨੂੰ ਲੱਗਿਆ ਕਿ ਇਹ ਵੀ ਇੱਕ ਬਹੁਤ ਜ਼ਰੂਰੀ ਅੰਗ ਹੈ, ਇਹਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਔਰ ਇਹ ਮੈਨੂੰ ਲੱਗਦਾ ਹੈ ਕਿ ਇਹ ਸਾਰੇ ਜਿੰਨੇ ਵੀ ਕਲਾਕਾਰ ਹੈ ਇਹਨਾਂ ਨੂੰ ਬਹੁਤ ਕੁਝ ਇਹਨਾਂ ਚੀਜ਼ਾਂ ਦੇ ਉੱਤੋਂ ਜਿਹੜੀ ਸਾਡੀ ਅਲਾਈਡ ਸਰਵਿਸਿਜ਼ ਹੈਗੀਆਂ ਇਹ ਜਾਣਨ ਦੀ ਜ਼ਰੂਰਤ ਹੈ। ਇਸ ਕਰਕੇ ਮੈਂ ਇੱਕ ਛੱਤ ਦੇ ਨੀਚੇ ਆਪਣੀਆਂ ਤਮਾਮ ਜਿਹੜੀਆਂ ਹੈਗੀਆਂ ਆਰਟ ਦੀ ਜਿਹੜੀ ਹੈ ਵਿਧਾ ਹੈਗੀ ਆ, ਉਹਦੀ ਫਾਰਮਸ ਹੈਗੀਆਂ, ਉਹਨੂੰ ਲਿਆਉਣ ਦਾ ਯਤਨ ਕਰਦਾ। ਆਪਾ ਜੀ ਸਾਡੇ ਨਾਲ ਸਾਡੇ ਪੰਜਾਬੀ ਦੇ ਨਾਟਕਕਾਰ ਨਿਰਦੇਸ਼ਕ ਦਵਿੰਦਰ ਦਮਨ ਜੀ ਜੁੜੇ ਹੋਏ ਨੇ। ਉਹ ਕਹਿ ਰਹੇ ਨੇ ਕੰਗ੍ਰੈਚੁਲੇਸ਼ਨ ਸਤੀਸ਼ ਜੀ ਐਂਡ ਸੁਚੇਤਕ ਰੰਗਮੰਚ ਫਾਰ ਦਾ ਸਕਸੈਸ ਆਫ ਟੂਡੇਜ਼ ਪ੍ਰੋਗਰਾਮ। ਰਮਨ ਢਿੱਲੋਂ ਜੀ ਜੁੜੇ ਹੋਏ ਨੇ। ਇੱਕ ਸਵਾਲ ਆਇਆ ਭਾਜੀ SP ਅਰੋੜਾ ਹੋਰਾਂ ਦਾ
ਕੁਝ ਚੁਣੇ ਹੋਏ ਥਾਵਾਂ ਤੇ ਵਿਅਕਤੀਆਂ ਨੂੰ ਛੱਡ ਨਾਟਕ ਅਜੇ ਵੀ ਕਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ। ਲੋੜ ਹੈ ਸੰਗੀਤ ਨਾਟਕ ਅਕੈਡਮੀਆਂ, ਵਿਰਸਾ ਵਿਹਾਰਾਂ ਤੇ ਗ੍ਰਾਂਟ ਵੰਡਣ ਵਾਲੇ ਏਜੰਸੀਆਂ ਦੀ ਕਾਰਗਤੀ ਨੂੰ ਰੈਸ਼ਨਲਾਈਜ਼ ਕੀਤਾ ਜਾਵੇ। ਸਵਾਲ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ? ਇਹ ਐਸਪੀ ਸਿੰਘ ਜੀ ਦਾ? ਹਾਂਜੀ, ਐਸਪੀ ਅਰੋੜਾ ਜੀ। ਐਸਪੀ ਅਰੋੜਾ ਜੀ ਦਾ। ਹਾਂਜੀ, ਚਲੋ ਇਹ ਸਾਡੇ ਵੱਡੇ ਦਰਸ਼ਕ ਨੇ, ਕਾਫੀ ਨਾਟ ਪ੍ਰੇਮੀ ਨੇ। ਇਹ ਐਸਪੀ ਅਰੋੜਾ ਜੀ ਦਾ ਵੀ ਮੈਂ ਜਵਾਬ ਦਿੰਦਾ। ਔਰ ਇਹਦੇ ਨਾਲ ਜਿਹੜਾ ਤੁਹਾਡਾ ਇੱਕ ਜਵਾਬ ਸੀਗਾ ਹਰਿਆਣਾ ਕਲਾ ਪਰਿਸ਼ਦ ਦਾ, ਹਾਂਜੀ, ਉਹ ਰਹਿ ਗਿਆ ਸੀ। ਉਹਦੇ ਨਾਲ ਹੀ ਇਹ ਇਹਨਾਂ ਨੂੰ ਵੀ ਜਵਾਬ, ਮੈਂ ਐਸਪੀ ਅਰੋੜਾ ਜੀ, ਮੈਂ ਕੋਸ਼ਿਸ਼ ਕਰਦਾ ਵੀ ਤੁਹਾਨੂੰ ਵੀ ਇਹ ਜਵਾਬ ਦੇਣ ਦੀ। ਸਾਨੂੰ ਇਹ ਲੱਗਦਾ ਹੈ ਕਿ ਪੰਜਾਬ ਕਲਾ ਪਰਿਸ਼ਦ, ਹਰਿਆਣਾ ਕਲਾ ਪਰਿਸ਼ਦ ਜਾਂ ਜਿੱਥੇ ਦੀਆਂ ਵੀ ਜਿਹੜੀਆਂ ਕਲਾ ਪਰਿਸ਼ਦ ਹੈਗੀਆਂ, ਕਿ ਇਹਨਾਂ ਕੋਲ ਫੰਡ ਹੈਗਾ ਔਰ ਇਹ ਫੰਡ ਠੀਕ ਢੰਗ ਨਾਲ ਅੱਗੇ ਯੂਜ਼ ਨਹੀਂ ਕਰਦੇ ਜਾਂ ਇਹ ਵੰਡਦੇ ਨਹੀਂ। ਔਰ ਇਸ ਤਰੀਕੇ ਦੇ ਨਾਲ ਸਾਡੇ ਮਨਾਂ ਦੇ ਵਿੱਚ ਵਿਚਾਰ ਹੈ। ਮੈਂ ਬੀਇੰਗ ਏ, ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਹਰਿਆਣਾ ਕਲਾ ਪਰਿਸ਼ਦ ਦੇ ਵਿੱਚ, ਮੈਂ ਉੱਥੇ ਬੀਇੰਗ ਏ ਵਾਈਸ ਚੇਅਰਮੈਨ ਰਿਹਾ ਹੈਗਾ। ਚੇਅਰਮੈਨ ਮੁੱਖ ਮੰਤਰੀ ਹੁੰਦਾ ਔਰ 2016 ਤੋਂ 19 ਤੱਕ ਮੈਂ ਇਸ ਅਹੁਦੇ ਤੇ ਰਿਹਾ। ਉਹ ਤੋਂ ਪਹਿਲਾਂ 2013 ਤੋਂ ਲੈ ਕੇ 2016 ਦੇ ਵਿੱਚ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਵਿੱਚ ਬਤੌਰ ਮੈਂ ਸਕੱਤਰ ਦੇ ਤੌਰ ਤੇ ਕੰਮ ਕੀਤਾ ਹੈ। ਇਸ ਕਰਕੇ ਮੈਨੂੰ ਇਹਨਾਂ ਅਕੈਡਮੀਆਂ ਦਾ ਵੀ ਪਤਾ ਹੈ ਕਿ ਕਿਸ ਤਰੀਕੇ ਨਾਲ ਸਾਡੇ ਕੋਲ ਕਿੱਡਾ ਕੁ ਬਚਕਾਨਾ ਜਿਹਾ ਬਜਟ ਹੁੰਦਾ। ਉਸ ਬਚਕਾਨੇ ਜੇ ਬਜਟ ਦੇ ਵਿੱਚ ਅਸੀਂ ਕਿੰਨਾ ਕੁ ਕੰਮ ਕਰਨ ਦਾ ਸੋਚਦੇ ਹਾਂ ਔਰ ਕਿਸ ਤਰੀਕੇ ਨਾਲ ਕਰ ਪਾਉਂਦੇ ਹਾਂ, ਜਿਹੜਾ ਕਿ ਕੋਈ ਵੀ ਅਕੈਡਮੀ ਹਿੰਦੁਸਤਾਨ ਦੀ ਜਿਹੜੀ ਵੀ ਤੁਸੀਂ ਅਕੈਡਮੀ ਨੂੰ ਲੱਭੋਗੇ, ਤੁਹਾਨੂੰ ਇਹ ਲੱਗੇਗਾ ਕਿ ਉਹ ਸਹੀ ਕੰਮ ਨਹੀਂ ਕਰ ਰਹੀ। ਜਦ ਕਿ ਯਥਾਰਥ ਦੇ ਵਿੱਚ ਜਦੋਂ ਤੁਸੀਂ ਉਹਦੇ ਬਜਟ ਨੂੰ ਸਟੱਡੀ ਕਰੋਗੇ, ਉਹਦੇ ਫਾਈਨਾਂਸ ਨੂੰ ਸਟੱਡੀ ਕਰੋਗੇ, ਤੁਹਾਨੂੰ ਇਹ ਲੱਗੇਗਾ। ਹੁਣ ਮੰਨ ਲਓ ਕਿ ਪੰਜਾਬ ਸੰਗੀਤ ਨਾਟਕ ਅਕੈਡਮੀ, ਇਹ ਪਹਿਲਾਂ ਮੈਂ ਗੱਲ ਕਰਦਾ ਕਿਉਂਕਿ ਮੈਂ ਉਹਦਾ ਹਿੱਸਾ ਰਿਹਾ ਹੋਇਆ ਹੈਗਾ। ਪੰਜਾਬ ਦੇ ਵਿੱਚ ਕਿੰਨੀਆਂ ਪਰਫਾਰਮਿੰਗ ਆਰਟਸ ਦੇ ਗਰੁੱਪ ਹੈਗੇ, ਜਿਹਦੇ ਚ ਫੋਕ ਡਾਂਸ ਦੇ ਵੀ ਹੋ ਗਏ, ਕਲਾਸੀਕਲ ਦੇ ਵੀ ਹੋ ਗਏ, ਨਾਟਕ ਦੇ ਹੋ ਗਏ। ਸਿਰਫ ਨਾਟਕ ਦੇ ਨਾ, ਜੇ ਤੁਸੀਂ ਇਕੱਲੇ ਇੱਕ ਚੀਜ਼ ਸਭ ਨੂੰ ਛੱਡ ਕੇ ਇੱਕ ਨਾਟਕ ਦੇ ਹੀ ਸੋਚੋ ਕਿ ਇੰਨਾ ਬਜਟ ਹੈ ਕਿ ਉਹ ਸਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਗਰੁੱਪ ਹੈ, ਛੋਟਾ ਹੈ, ਵੱਡਾ ਹੈ, ਚੰਗਾ ਹੈ, ਮਾੜਾ ਹੈ, ਉਹਨੂੰ ਜਿਹੜਾ ਹੈ ਸਪਾਂਸਰਸ਼ਿਪ ਲਈ ਆਪਾਂ ਮੰਨ ਲਓ ਕਿ 20,000 ਘੱਟੋ ਘੱਟ ਮੰਨ ਲਓ, ਗਰੀਬੀ ਦੇ ਐਡੇ ਹਾਲਾਤ ਵੀ ਕਿ ਅਸੀਂ ਦੇਣ ਜੋਗਾ ਐਡਾ ਬਜਟ ਹੈ ਨਹੀਂ। ਇਸ ਕਰਕੇ ਅਸੀਂ ਉਹਨਾਂ ਤੇ ਡਿਪੈਂਡ ਨਾ ਹੋਈਏ। ਮੈਂ ਫਿਰ ਬਾਰ-ਬਾਰ ਇਹ ਕਹਿੰਦਾ ਕਿ ਸਰਕਾਰ ਦੀਆਂ ਕਿਸੇ ਵੀ ਵਿਸਾਖੀ ਦੇ ਉੱਤੇ ਡਿਪੈਂਡ ਨਾ ਹੋਈਏ। ਸਰਕਾਰ ਤੁਹਾਨੂੰ ਕਿੰਨਾ ਫੈਸਿਲਿਟੇਟ ਕਰਦੀ ਹੈ, ਉਨਾ ਸਹਿਯੋਗ ਲੈ ਕੇ ਆਪਣਾ ਇਹ ਦਰਸ਼ਕ ਵਰਗ ਨੂੰ ਤਿਆਰ ਕਰਕੇ ਦਰਸ਼ਕਾਂ ਦੇ ਰਾਹੀਂ ਅਸੀਂ ਮਿਲਾਂ ਪੱਟੀ। ਹੁਣ ਆ ਗਿਆ ਮੈਂ ਹਰਿਆਣਾ ਕਲਾ ਪਰਿਸ਼ਦ। ਕਲਾ ਪਰਿਸ਼ਦ ਦੇ ਵਿੱਚ ਆਉਣ ਤੋਂ ਬਾਅਦ ਡਿਸੀਜ਼ਨ ਮੇਰੇ ਆਪਣੇ ਸੀਗੇ, ਮੈਨੂੰ ਕੋਈ ਅੱਗੋਂ ਕਿਸੇ ਨੇ ਨਹੀਂ ਕਰਨਾ ਸੀ। ਮੈਨੂੰ ਜਿੰਨੀਆਂ ਵੀ ਪ੍ਰੈਕਟੀਕਲ ਤੌਰ ਦੇ ਉੱਤੇ ਮੈਂ ਉਹ ਤੋਂ ਪਹਿਲਾਂ 40 ਫੈਸਟੀਵਲ ਆਪ ਆਪਣੇ TFT ਤੇ ਕਰ ਚੁੱਕਾ ਹੋਇਆ ਸੀ। ਉਹ ਤੋਂ ਬਾਅਦ ਮੈਨੂੰ ਅਕੈਡਮੀ ਪੰਜਾਬ ਸੰਗੀਤ ਨਾਟਕ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲ ਚੁੱਕਾ ਸੀ। ਵਿੱਚ ਦੀ ਜਿੰਨੀ ਕਿ ਫਾਈਨੈਂਸਿਸ ਕਿੱਥੋਂ ਆਉਂਦੇ ਆ, ਕਿੱਥੇ ਜਾਂਦੇ ਆ, ਉਹ ਮੈਨੂੰ ਜਿਹੜਾ ਹੈ ਇੱਕ ਰੂਟ ਚੈਨਲ ਮੈਨੂੰ ਪਤਾ ਲੱਗ ਚੁੱਕਾ ਹੋਇਆ ਸੀਗਾ। ਇਸ ਕਰਕੇ ਮੈਨੂੰ ਇਹ ਲੱਗਿਆ ਕਿ ਮੇਰੇ ਕੋਲ ਇਸ ਟਾਈਮ ਸਭ ਤੋਂ ਅੱਛਾ ਮੌਕਾ ਹੈਗਾ ਹਰਿਆਣਾ ਕਲਾ ਪਰਿਸ਼ਦ ਦੇ ਵਿੱਚ ਕੰਮ ਕਰਨ। ਔਰ ਇਹ ਪ੍ਰਮਾਤਮਾ ਨੇ ਮੈਨੂੰ ਦੇਤਾ, ਬਖਸ਼ਤਾ, ਔਰ ਮੈਨੂੰ ਇਹ ਹਰ ਜਗ੍ਹਾ ਦੇ ਵਿੱਚ ਪਹੁੰਚਣਾ ਚਾਹੀਦਾ। ਗੋਲਡੀ ਜੀ, ਹਰਿਆਣਾ ਦੇ ਵਿੱਚ 22 ਜ਼ਿਲ੍ਹੇ ਨੇ, 83 ਤਹਿਸੀਲਾਂ ਨੇ, ਹਾਂਜੀ, 6050 ਪਿੰਡ ਨੇ ਪੂਰੇ ਹਰਿਆਣੇ। ਜਦੋਂ ਮੈਂ ਆਇਆ ਇਹ ਗਣਿਤ ਕੀਤਾ, ਇਸ ਗਣਿਤ ਦੇ ਹਿਸਾਬ ਨਾਲ ਹਰ ਜ਼ਿਲ੍ਹੇ ਦੇ ਵਿੱਚ ਕਿਸ ਤਰੀਕੇ ਨਾਲ ਫੰਡ ਜਾਣਾ ਚਾਹੀਦਾ ਔਰ ਉਹ ਫੰਡ ਪਹੁੰਚਾਣਾ, ਹਰ ਜ਼ਿਲ੍ਹੇ ਦੇ ਵਿੱਚ 7 ਦਿਨਾਂ ਦਾ ਨਾਟਕ ਫੈਸਟੀਵਲ ਕਰਨਾ ਕਦੀ ਹੋਇਆ ਹੀ ਨਹੀਂ ਅੱਜ ਤੱਕ। ਉਹਨਾਂ ਨੇ ਸੁਣਿਆ ਹੀ ਨਹੀਂ, ਕਲਾ ਪਰਿਸ਼ਦ ਦਾ ਨਾਂ ਹੀ ਨਹੀਂ ਕਦੀ ਸੁਣਿਆ। ਚੰਡੀਗੜ੍ਹ ਕਿਹੜਾ ਆਵੇ, ਰੇਵਾੜੀ ਤੋਂ ਬੈਠਾ ਹੋਇਆ ਬੰਦਾ। ਹਾਂਜੀ, ਮੇਰੇ ਕੋਲ ਇੰਟੀਰੀਅਰ ਚ ਉੱਠ ਕੇ ਆਉਣਾ। ਹਾਂਜੀ, ਸਾਂਗ ਦੇ ਫੈਸਟੀਵਲ ਰਾਤ ਚੱਲਣੇ, ਉਹ ਕੀਤੇ 3-3 ਦਿਨ ਦੇ ਹਰ ਜ਼ਿਲ੍ਹੇ ਦੇ ਵਿੱਚ, ਹਰ ਪਿੰਡ ਦੇ ਵਿੱਚ, ਔਰ 3-3 ਦਿਨਾਂ ਦੀਆਂ ਰਾਗਨੀਆਂ ਦੇ ਫੈਸਟੀਵਲ ਕੀਤੇ। ਜਿਹੜੇ ਹੈ ਭਾਰਤ ਰੰਗ ਮਹੋਤਸਵ ਉੱਥੇ ਕੀਤਾ, ਉਹਦਾ ਸੈਟੇਲਾਈਟ ਫੈਸਟੀਵਲ ਕੀਤਾ ਕੁਰੂਕਸ਼ੇਤਰ ਦੇ ਵਿੱਚ।
ਐਸੇ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਕੀਤਾ, ਜਿਹੜਾ ਹੈ ਓਲੰਪਿਕ ਥੀਏਟਰ ਫੈਸਟੀਵਲ। ਇੰਨਾ ਮੈਨੂੰ ਲੱਗਦਾ ਹੈ ਕਿ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਜਦੋਂ ਪੈਸੇ ਖਰਚ ਕੀਤੇ, ਜਦੋਂ ਬਜਟ ਦੇ ਪਤਾ ਲੱਗਿਆ ਵੀ ਬਜਟ ਤਾਂ ਹੈ ਨਹੀਂ। ਮੈਂ ਹੁਣ ਕੀ ਹੈ ਕਿ ਉੱਥੇ ਜਿੰਨੇ ਵੀ ਅੱਗੇ ਤੁਹਾਡੇ ਸੈਕਟਰੀ ਕਲਚਰ ਹੈਗੇ ਹੈ, ਤੁਹਾਨੂੰ ਕਨਵਿੰਸ ਕਰਨਾ ਪੈਂਦਾ ਹੈ, ਤੁਹਾਨੂੰ ਪੂਰਾ ਪਲਾਨ ਦਿਖਾਉਣਾ ਪੈਂਦਾ ਹੈ। ਉੱਥੇ ਜਾ ਕੇ ਇਹ ਨਹੀਂ ਜੀ ਸਾਨੂੰ ਬਜਟ ਦੇ, ਉਹ ਜਦੋਂ ਪਲਾਨ ਦਿਖਾਈਦਾ ਹੈ, ਉਹਦੇ ਜਿੰਨਾ ਪਿਛਲੇ 10 ਸਾਲ ਦੇ ਵਿੱਚ ਬਜਟ ਆਇਆ ਸੀ ਉਨਾ ਮੈਨੂੰ 2 ਸਾਲ ਦੇ ਵਿੱਚ ਮੈਂ ਬਜਟ ਲਿਆ, ਔਰ ਜਿੰਨਾ ਮੈਂ ਬਜਟ ਛੱਡ ਕੇ ਆਇਆ ਉਨਾ ਹਿੰਦੁਸਤਾਨ ਦੀ ਕਿਸੇ ਵੀ ਅਕੈਡਮੀ 'ਚ ਬਜਟ ਨਹੀਂ ਹੋਏਗਾ। 24 ਕਰੋੜ ਜਿਹੜਾ ਹੈ ਉਹ ਬਜਟ ਕਲਾ ਪਰਿਸ਼ਦ ਦੇ ਉਸ 'ਚ ਛੱਡ ਕੇ ਆਇਆ ਸੀ। ਭਾਜੀ ਇਸ ਤੁਹਾਡੀ ਸਾਨੂੰ ਮਤਲਬ ਕੰਮ ਤੇ ਕੋਈ ਸ਼ਿਕਵਾ ਜਾਂ ਕੋਈ ਉਹ ਨਹੀਂ ਹੈ। ਸਾਡੇ ਕੋਲ ਟਾਈਮ ਵੀ ਹੁੰਦਾ ਜਾ ਰਿਹਾ, ਮੇਰੇ ਸਵਾਲ ਬਹੁਤ ਆਈ ਜਾ ਰਹੇ ਨੇ, ਮੈਨੂੰ ਦਿਲ ਕਰਦਾ ਕਿ ਬਾਰ-ਬਾਰ ਪੁੱਛਾਂ। ਇੱਕ ਸਵਾਲ ਮੈਂ ਜਿਹੜਾ ਮੇਰੇ ਲਈ ਬਹੁਤ ਇੰਪੋਰਟੈਂਟ ਹੈ ਨਿੱਜੀ ਤੌਰ ਤੇ, ਮੈਨੂੰ ਲੱਗ ਰਿਹਾ ਵੀ ਥੀਏਟਰ ਦੀ ਮੈਂ ਵੀ PhD ਕੀਤੀ ਹੈ, ਥੀਏਟਰ 'ਚ ਬਹੁਤ ਸਾਰੇ ਆਰਟਿਸਟ ਕੰਮ ਕਰ ਰਹੇ ਨੇ, ਔਨ ਸਟੇਜ, ਬੈਕ ਸਟੇਜ, ਤੁਸੀਂ ਫੈਸਟੀਵਲ ਕਰ ਰਹੇ ਹੋ, ਬਹੁਤ ਸਾਰਾ ਕੰਮ ਹੋ ਰਿਹਾ। ਤੁਹਾਡੇ ਮੁਤਾਬਕ ਤੁਹਾਨੂੰ ਕਦੇ ਕਿਸੇ ਆਲੋਚਕ ਦੀ ਘਾਟ ਨਹੀਂ ਖੜਕੀ? ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਸਟੇਜ ਤੋਂ ਨਾਟਕ ਕਰਕੇ ਉਤਰੇ ਸਾਨੂੰ ਸਾਰੇ ਕਹਿੰਦੇ ਨੇ ਬਹੁਤ ਸੋਹਣਾ, ਬਹੁਤ ਸੋਹਣਾ, ਬਹੁਤ ਵਧੀਆ, ਤੇ ਪੇਪਰਾਂ ਦੇ ਵਿੱਚ ਉਹੀ ਸਾਡਾ ਪ੍ਰੈਸ ਨੋਟ ਜਾਂਦਾ ਜਿਹੜਾ ਅਸੀਂ ਦਿੰਦੇ ਹਾਂ? ਤੁਸੀਂ ਇੱਕ ਆਲੋਚਕ, ਥੀਏਟਰ ਆਲੋਚਕ ਦੀ ਭੂਮਿਕਾ ਨੂੰ ਥੀਏਟਰ 'ਚ ਕਿਵੇਂ ਲੈਂਦੇ, ਕਿਉਂਕਿ ਤੁਹਾਡਾ ਬਹੁਤ ਲੰਬਾ ਐਕਸਪੀਰੀਅੰਸ ਹੈ, ਤੁਸੀਂ ਕਾਫੀ ਦੇਰ ਤੋਂ ਕੰਮ ਕਰਦੇ ਆ ਰਹੇ ਹੋ। ਗੋਲਡੀ ਜੀ, ਜਦੋਂ ਇੱਕ ਇਸ ਏਰੀਏ ਦੇ ਵਿੱਚ ਇੱਕ ਟ੍ਰਿਬਿਊਨ ਛਪਦਾ ਸੀ ਅੰਗਰੇਜ਼ੀ ਦੇ, ਉਦੋਂ ਪੰਜਾਬੀ ਵੀ ਨਹੀਂ ਸ਼ੁਰੂ ਹੋਇਆ ਸੀ, ਹਿੰਦੀ ਵੀ ਨਹੀਂ ਸ਼ੁਰੂ। ਉਸ ਟ੍ਰਿਬਿਊਨ ਦੇ ਵਿੱਚ ਸ਼ੁੱਕਰਵਾਰ ਨੂੰ ਜਿੰਨੇ ਵੀ ਨਾਟਕ ਹੋਏ ਆ ਉਹਨਾਂ ਦਾ ਰਿਵਿਊ ਆਉਂਦਾ ਸੀ। ਉਹਦਾ ਸੀਗਾ ਡਾਕਟਰ CL ਅਹੂਜਾ ਜੀ ਕਰਦੇ ਹੁੰਦੇ ਸੀਗੇ, ਔਰ ਜਿੰਨੇ ਹਫਤੇ ਦੇ ਵਿੱਚ ਨਾਟਕ ਹੋਏ ਆ ਉਹਨਾਂ ਨੂੰ ਇੱਕ ਇੱਕ ਦੋ ਦੋ ਲਾਈਨ ਮਿਲਦੀ ਸੀ, ਔਰ ਜਿਹਨੂੰ ਨਹੀਂ ਮਿਲੀ ਉਹ ਸਮਝ ਆਉਂਦਾ ਸੀ ਕਿ ਮੇਰਾ ਨਾਟਕ ਇੰਨਾ ਫਾਇਦਾ ਨਹੀਂ ਹੈ ਕਿ ਉਹਦੀ ਚਰਚਾ ਹੋਵੇ। ਉਹ 3 ਕਾਲਮ ਦੀ ਖਬਰ ਹੁੰਦੀ ਸੀ। ਉਹ ਤਾਂ ਹੈ ਕ੍ਰਿਟਿਸਿਜ਼ਮ ਵਾਲੀ ਗੱਲ ਕਿ ਕਿਸ ਤਰੀਕੇ ਦਾ ਕ੍ਰਿਟਿਸਿਜ਼ਮ ਹੁੰਦਾ ਸੀ। ਉਹਨਾਂ ਦੇ ਇੱਕ ਇੱਕ ਸ਼ਬਦ ਦੇ ਵਿੱਚ ਮਲਟੀ ਲੇਅਰਡ ਗੱਲਾਂ ਹੁੰਦੀਆਂ ਸੀ ਵੀ ਕਿੱਥੇ ਕਿੱਥੇ ਉਹਨਾਂ ਨੇ ਉਹ ਕਮੀਆਂ ਨੂੰ ਸਿਖਾਇਆ ਜਾਂਦਾ ਸੀ, ਟਾਰਗੇਟ ਕੀਤਾ ਜਾਂਦਾ ਸੀ ਸਿਖਾਉਣ ਦੀ ਨਾਲ। ਔਰ ਜਿੰਨੇ ਵੀ ਡਾਇਰੈਕਟਰ ਸੀ ਉਸ ਕਮੀ ਨੂੰ ਫੜ ਕੇ ਆਪਣਾ ਹੋਰ ਸੁਧਾਰ ਕਰਦੇ ਸੀ। ਇਹ ਉਹ ਤੋਂ ਬਾਅਦ ਹੁਣ ਜਿਹੜੀ ਗੱਲ ਆ ਗਈ, ਹੁਣ ਹੈ ਸਾਡੀ ਖਬਰ ਆਉਂਦੀ, ਅਖਬਾਰ 'ਚ ਛਪਦਾ ਵੀ ਅਨੀਤਾ ਜੀ ਨੇ ਇਹ ਨਾਟਕ ਕੀਤਾ, ਸੁਦੇਸ਼ ਸ਼ਰਮਾ ਨੇ ਇਹ ਨਾਟਕ ਕੀਤਾ, ਡਾਕਟਰ ਗੋਲਡੀ ਜੀ ਨੇ ਇਹ ਨਾਟਕ ਕੀਤਾ, ਉਹਦੇ 'ਚ ਇਹ ਸੀ, ਉਹਦੇ 'ਚ ਕਥਾ ਸਾਰ ਦੇਤਾ, ਔਰ ਉਹ ਤੋਂ ਬਾਅਦ ਸਟੋਰੀ ਦਿੱਤੀ। ਹਾਂਜੀ ਹਾਂਜੀ, ਇੱਕ ਖਬਰ ਹੈ। ਹੁਣ ਮੈਨੂੰ ਇਹ ਲੱਗਦਾ ਹੈ ਅਗਰ ਇੱਕ, ਜਿੱਥੇ ਤੱਕ ਤਾਂ ਤੁਸੀਂ ਗੱਲ ਕੀਤੀ ਕ੍ਰਿਟਿਸਿਜ਼ਮ, ਜਿਹੜੀ ਉਸ ਗੱਲ ਨੂੰ ਤਾਂ ਮੈਂ ਉਸ ਤਰੀਕੇ ਨਾਲ ਲੈਂਦਾ ਕਿ ਜਦੋਂ ਸਾਨੂੰ ਕ੍ਰਿਟਿਸਿਜ਼ਮ ਚਾਹੀਦਾ ਹੈ, ਇਹ ਸਾਨੂੰ ਇਨਹਾਂਸ ਕਰਦਾ ਹੈ। ਅਗਰ ਉਹ ਡਾਇਰੈਕਟਰ ਨੂੰ ਲੱਗਦਾ ਹੈ, ਉਸ ਆਰਟਿਸਟਾਂ ਨੂੰ ਲੱਗਦਾ ਹੈ ਕਿ ਨੋ ਡਾਊਟ ਗੱਲਬਾਤ ਦੇ ਨਾਲ, ਡਿਸਕਸ ਕਰਨ ਦੇ ਨਾਲ ਸਾਨੂੰ ਬਹੁਤ ਆਪਣੇ ਆਪ ਨੂੰ ਅਸੀਂ ਇਨਹਾਂਸ ਕਰਾਂਗੇ, ਐਨਰਿਚ ਕਰਾਂਗੇ, ਉਹਦੇ ਲਈ ਕੀ ਹੈ ਕਿ ਅਸੀਂ ਇੱਕ ਪ੍ਰੀਵਿਊ ਸ਼ੋਅ ਰੱਖ ਸਕਦੇ, ਜਾਂ ਉਸ ਤੋਂ ਇਲਾਵਾ ਕੁਝ ਬੁੱਧੀਜੀਵੀਆਂ ਨੂੰ ਬੁਲਾ ਕੇ, ਕੁਝ ਥੀਏਟਰ ਤੇ ਇੰਟੈਲੈਕਚੁਅਲ ਨੂੰ ਬੁਲਾ ਕੇ ਨਾਟਕ ਤੋਂ ਅਗਲੇ ਦਿਨ ਅਸੀਂ ਜਿਹੜਾ ਹੈ ਉਹਦੇ ਤੇ ਚਰਚਾ ਕਰ ਸਕਦੇ ਹਾਂ, ਪਰਿਚਰਚਾ ਕਰ ਸਕਦੇ ਹਾਂ, ਉਹਦੇ ਤੇ ਡਿਸਕਸ਼ਨ ਕਰ ਸਕਦੇ ਹਾਂ। ਉਸ ਡਿਸਕਸ਼ਨ ਦੇ ਵਿੱਚ ਤੁਹਾਡੇ ਜਿੰਨੇ ਆਰਟਿਸਟ ਹੈਗੇ ਆ ਉਹ ਵੀ ਨਾਲ ਇਨਵੋਲਵ ਹੋਣਗੇ, ਔਰ ਜਿਹੜੇ ਬਾਕੀ ਜਿਨ੍ਹਾਂ ਨੇ ਦੇਖਿਆ ਹੈ ਆਰਟਿਸਟ, ਉਹ ਤੁਹਾਨੂੰ ਗਾਈਡ ਵੀ ਕਰਨਗੇ, ਤੁਹਾਡੀ ਕਮੀਆਂ ਵੀ ਦੱਸਣਗੇ, ਤੁਹਾਨੂੰ ਉਹਦੇ ਨਾਲ ਕਰਨਗੇ, ਉਹਦੇ ਨਾਲ ਹੋਏਗਾ ਤੁਹਾਨੂੰ ਫਾਇਦਾ। ਨਹੀਂ ਭਾਜੀ, ਇੱਕ ਮਿੰਟ ਮੈਂ ਤੁਹਾਨੂੰ ਟੋਕ ਰਹੀ ਹਾਂ। ਇਹ ਹੋ ਗਿਆ ਸਾਡਾ ਜਦੋਂ ਅਸੀਂ ਲਾਈਵ ਥੀਏਟਰ ਕੀਤਾ, ਜਦੋਂ ਅਸੀਂ ਮਤਲਬ ਮੈਂ ਚੰਡੀਗੜ੍ਹ ਨਾਟਕ ਦੇਖਣੇ, ਤੁਸੀਂ ਫੈਸਟੀਵਲ ਕਰਾ ਰਹੇ ਹੋ, ਮੇਰਾ ਜਿਹੜਾ ਜ਼ਿਆਦਾ ਐਮਫੇਸਿਸ ਹੈ ਉਹ ਹੈਗਾ ਨਿਊਜ਼ਪੇਪਰਸ ਤੇ, ਥੀਏਟਰ ਮੈਗਜ਼ੀਨਸ ਤੇ, ਜਾਂ ਇੱਕ ਰਿਟਨ ਦੇ ਵਿੱਚ ਡਾਕੂਮੈਂਟੇਸ਼ਨ, ਜਿਹੜੀ ਸਾਡੀਆਂ ਆਉਣ ਵਾਲੀਆਂ ਰਿਸਰਚਰਸ ਨੂੰ, ਆਉਣ ਵਾਲੇ ਖੋਜਾਰਥੀਆਂ ਨੇ ਪਤਾ ਲੱਗੇ ਕਿ ਫਲਾਣਾ ਨਾਟਕ ਹੋਇਆ ਸੀ, ਉਹਦੀਆਂ ਕਮੀਆਂ ਸੀ, ਉਹਦੀਆਂ ਪੇਸ਼ੀਆਂ ਸੀ। ਮੈਂ ਉਸ ਸੰਦਰਭ 'ਚ ਗੱਲ ਕਰ ਰਹੀ ਕਿ ਸਾਡੇ ਕੋਲ ਡਾਕੂਮੈਂਟੇਸ਼ਨ ਦਾ ਲਈ ਜਿਹੜਾ ਇੱਕ ਆਲੋਚਕ ਹੈ ਉਹਦੀ ਕੀ ਭੂਮਿਕਾ, ਕਿਉਂ ਨਹੀਂ ਸਾਡੇ ਸਾਹਮਣੇ ਆ ਰਿਹਾ? ਉਹਦੇ ਲਈ ਜਾਂ ਤਾਂ ਸਾਡਾ ਜਿਹੜਾ ਹੈ ਥੀਏਟਰ ਦਾ ਆਪਣਾ ਇੱਕ ਮੈਗਜ਼ੀਨ ਨਿਕਲਣਾ ਚਾਹੀਦਾ, ਜਿਹਦੇ ਵਿੱਚ ਇਹ ਆਲੋਚਨਾ, ਹਾਂਜੀ ਹਾਂ, ਦੇ ਵਿੱਚ ਆਲੋਚਨਾ ਹੋਏ, ਜਿਹਦੇ ਵਿੱਚ ਥੀਏਟਰ ਦੀ ਸਮੀਖਿਆ ਹੋਵੇ, ਉਸ ਤੇ ਪੂਰੇ ਜਿਹੜੀ ਹੈ ਇੱਕ ਹੋਣੀ ਚਾਹੀਦੀ ਹੈ। ਤਾਂ ਹੈ ਜੇ ਸਾਡਾ ਕੋਈ ਆਪਣਾ ਕੋਈ ਅਸੀਂ ਕੋਈ ਪੇਪਰ ਕੱਢੀਏ, ਕੋਈ ਏਦਾਂ ਦਾ ਰਸਾਲਾ ਕੱਢੀਏ,
ਇੱਥੇ ਤੱਕ ਹੁਣ ਗੱਲ ਆ ਗਈ, ਹੁਣ ਇਹ ਗੱਲ ਸਮਝ ਗਈ ਸਾਨੂੰ ਜ਼ਰੂਰਤ ਹੈਗੀ ਹੈ ਕਿ ਸਾਨੂੰ ਕ੍ਰਿਟਿਸਿਜ਼ਮ ਦੀ ਜ਼ਰੂਰਤ ਹੈ, ਸਾਨੂੰ ਸਮੀਖਿਆ ਦੀ ਜ਼ਰੂਰਤ ਹੈ। ਉਹਦੇ ਲਈ ਜਾਂ ਅਸੀਂ ਪ੍ਰੀਵਿਊ ਸ਼ੋਅ ਕਰੀਏ ਜਾਂ ਉਹ ਤੋਂ ਬਾਅਦ ਚਰਚਾ ਦੀ ਗੱਲਬਾਤ ਕਰੀਏ ਆਪਣੇ ਆਪ ਨੂੰ ਇਨਹਾਂਸ ਕਰਨ ਲਈ। ਜਿੱਥੇ ਤੱਕ ਡਾਕੂਮੈਂਟੇਸ਼ਨ ਦੀ ਗੱਲ ਹੈ, ਉੱਥੇ ਕੋਈ ਨਾ ਕੋਈ ਅਕੈਡਮੀਆਂ ਦੇ ਤੌਰ ਦੇ ਉੱਤੇ ਕੋਈ ਨਾ ਕੋਈ ਇਸ ਤਰੀਕੇ ਦਾ ਨਾਲ ਜਿਹੜਾ ਹੈ ਪੇਪਰ ਜਾਰੀ ਹੋ। ਹੁਣ ਜਿੱਥੇ ਤੱਕ ਆਪਾਂ ਨਿਊਜ਼ ਪੇਪਰ ਦੀ ਗੱਲ ਕਰਦੇ ਹਾਂ, ਉਸ ਤਰੀਕੇ ਨੂੰ ਵੀ ਤੁਸੀਂ ਪੋਜ਼ਿਟਿਵ ਵੇ ਨਾਲ ਅਗਰ ਜਦੋਂ ਅਸੀਂ ਸੋਚਾਂਗੇ ਕਿ ਸਾਡਾ ਇੱਕ ਨਾਟਕ ਦੇਖਣ ਲਈ ਵਰਗ ਕਿੰਨਾ ਆਉਂਦਾ ਹੈ, 200 300 400 500 600, ਇਹ ਤੋਂ ਜ਼ਿਆਦਾ ਤਾਂ ਨਹੀਂ। ਜਦੋਂ ਇਹ ਤੋਂ ਜ਼ਿਆਦਾ ਨਾਟਕ ਨਹੀਂ ਆਉਂਦਾ, ਲੇਕਿਨ ਅਲੱਗ-ਅਲੱਗ ਅਖਬਾਰ, ਅਜੀਤ ਦਾ ਅਲੱਗ, ਪੰਜਾਬ ਕੇਸਰੀ ਦਾ ਅਲੱਗ, ਟ੍ਰਿਬਿਊਨ ਦਾ ਅਲੱਗ, ਇੰਡੀਅਨ ਐਕਸਪ੍ਰੈਸ ਦਾ ਅਲੱਗ, ਉਸ ਦੇ ਮਾਧਿਅਮ ਨਾਲ ਕਿੰਨੇ ਲੋਕਾਂ ਕੋਲ, ਕਿੰਨੇ ਵਿਊਅਰਸ ਕੋਲ ਇਹ ਜਾਂਦਾ ਹੈ ਕਿ ਤੁਸੀਂ ਇਹ ਨਾਟਕ ਕੀਤਾ ਜਾਂ ਸ਼ਹਿਰ ਦੇ ਵਿੱਚ ਇਹ ਨਾਟਕ ਹੋਇਆ, ਔਰ ਉਸ ਦੀ ਜਾਣਕਾਰੀ ਉਸ ਨੂੰ ਮਿਲਦੀ ਹੈ ਜਾਂ ਉਹਦੇ ਮਨ ਦੇ ਵਿੱਚ ਆਉਂਦਾ ਹੈ ਕਿ ਇੱਕ ਚੀਜ਼ ਨਾਟਕ ਹੈ, ਮੈਂ ਦੇਖਿਆ ਨਹੀਂ, ਇਹ ਮੈਂ ਦੇਖਣਾ ਚਾਹੀਦਾ ਹੈ। ਬਿਲਕੁਲ, ਯਾਨੀ ਕਿ ਉਹ ਤੁਹਾਡਾ ਪਬਲਿਸਿਟੀ ਕਰਦਾ ਹੈ ਫ੍ਰੀ ਚ, ਉਹ ਹਜ਼ਾਰਾਂ ਲੋਕਾਂ ਤੱਕ ਪਹੁੰਚਦਾ ਹੈ ਕਿ ਨਾਟਕ ਇਹੀ ਮੈਂ ਗੱਲ ਕਰ ਰਹੀ ਹਾਂ, ਮਾਸਿਸ ਤੱਕ ਪਹੁੰਚਣਾ। ਬਠਿੰਡੇ ਬੈਠੇ ਬੰਦੇ ਨੂੰ ਨਹੀਂ ਪਤਾ ਚੰਡੀਗੜ੍ਹ ਚ ਕੀ ਹੋਇਆ, ਅਬੋਹਰ ਬੈਠੇ ਬੰਦੇ ਨੂੰ ਨਹੀਂ ਪਤਾ ਪਟਿਆਲੇ ਚ ਕਿਹੜਾ ਨਾਟਕ, ਉਹਦੇ ਮਨ ਚ ਕਿਉਰਿਓਸਿਟੀ ਪੈਦਾ ਕਰਨੀ, ਉਸ ਚੀਜ਼ ਨੂੰ ਕ੍ਰਿਟੀਕਲੀ ਪੁਆਇੰਟ ਆਫ ਵਿਊ ਨਾਲ ਇੱਕ ਮੈਸੇਜ ਦੇਣਾ, ਉਸ ਪੁਆਇੰਟ ਤੇ ਮੈਂ ਆ ਰਹੀ ਹਾਂ। ਉਸ ਚੀਜ਼ ਦੇ ਐਂਗਲ ਤੋਂ ਜਦੋਂ ਤੁਸੀਂ ਸੋਚੋਗੇ ਕਿ ਤੁਹਾਡੇ ਲਈ ਇਹ ਬਹੁਤ ਅੱਛੀ ਗੱਲ ਹੈ। ਹੁਣ ਤੁਸੀਂ ਅਗਰ ਆਪਣਾ ਨਾਟਕ ਕਰਨਾ ਹੈ, ਮੈਨੂੰ ਨਹੀਂ ਲੱਗਦਾ ਕਿ ਇੱਕ ਬੈਨਰ ਜਿਸ ਜਗ੍ਹਾ ਦੇ ਉੱਤੇ ਆਪਾਂ ਕੀਤਾ ਹੈਗਾ, ਉਸ ਬੈਨਰ ਦੇ ਬਾਹਰ ਲੱਗਾ ਹੋਏਗਾ ਵੀ ਅੱਜ ਇਹ ਫਲਾਣਾ ਨਾਟਕ ਕੋਰਟ ਮਾਰਸ਼ਲ ਇੱਥੇ ਹੈ, ਜਾਂ ਸ਼ਹਿਰ ਚ ਕਿਤੇ ਹੋਰ ਲੱਗਾ ਹੁੰਦਾ, ਨਹੀਂ ਲੱਗਾ। ਜਦੋਂ ਅਸੀਂ ਥੀਏਟਰ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪ੍ਰੋਫੈਸ਼ਨਲ ਥੀਏਟਰ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਕਮਰਸ਼ੀਅਲ ਥੀਏਟਰ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਇੱਕ ਅਹਿਮ ਪਾਰਟ ਪਬਲਿਸਿਟੀ ਦਾ ਹੈ। ਜਿਹਦੀ ਪਬਲਿਸਿਟੀ ਦੇ ਉੱਤੇ ਐਡਾ ਪੈਸਾ ਖਰਚ ਹੁੰਦਾ ਹੈਗਾ ਕਿ ਅਸੀਂ, ਸਾਡੇ ਕੋਲ ਤਾਂ ਨਾਟਕ, ਇਸ ਕਰਕੇ ਅਗਰ ਉਸ ਚੀਜ਼ ਨੂੰ ਤੁਸੀਂ ਦੇਖੋਗੇ ਕਿ ਇਹ ਤੁਹਾਨੂੰ ਪਬਲਿਸਿਟੀ ਫ੍ਰੀ ਦੀ ਪੇਪਰ ਦੇ ਰਾਹੀਂ ਮਿਲਦੀ ਹੈ, ਔਰ ਇਹਦੇ ਲਈ ਅਗਰ ਅਸੀਂ ਆਪਣੇ ਆਪ ਨੂੰ ਚਾਹੁੰਦੇ ਹਾਂ ਕਿ ਇੱਕ ਇਹਦੀ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ, ਉਸਦੇ ਪ੍ਰਤੀ ਜਿਹੜਾ ਹੈ ਸਾਨੂੰ ਆਪਣੇ ਆਪਣੇ ਅਕੈਡਮੀ ਦੇ ਤੌਰ ਦੇ ਉੱਤੇ ਜਾਂ ਆਪਣੀ ਆਪਣੀ ਸੰਸਥਾ ਦੇ ਤੌਰ ਦੇ ਉੱਤੇ ਆਪਣੇ ਆਪਣੇ ਪਰਚੇ ਵੀ ਕੱਢਣੇ ਚਾਹੀਦੇ ਹਨ। ਕੋਈ ਏਦਾਂ ਦੀ ਸੰਸਥਾ ਹੋਏ, ਚਾਹੇ ਕੋਈ ਕਲਾ ਪਰਿਸ਼ਦ ਹੋਏ, ਚਾਹੇ ਕੋਈ ਪੰਜਾਬ ਸਰਕਾਰ ਹੋਏ, ਕੋਈ ਐਸਾ ਮੈਗਜ਼ੀਨ ਜਿਹੜਾ ਹੈ ਰੰਗਮੰਚ ਦੇ ਉੱਤੇ ਨਿਕਲਣਾ ਚਾਹੀਦਾ ਹੈ, ਰੈਗੂਲਰ ਨਿਕਲਣਾ ਚਾਹੀਦਾ। ਉਹ ਨਿਕਲੇਗਾ ਤੇ ਉਹ ਕ੍ਰਿਟਿਸਿਜ਼ਮ ਵੀ ਪੂਰਾ ਹੋਏਗਾ, ਉਹਦਾ ਇੱਕ ਡਾਕੂਮੈਂਟੇਸ਼ਨ ਵੀ ਹੋਏਗਾ। ਅਦਰਵਾਈਜ਼ ਡਾਕੂਮੈਂਟੇਸ਼ਨ ਕ੍ਰਿਟਿਸਿਜ਼ਮ ਨੂੰ ਛੱਡ ਕੇ, ਉਹਦੀ ਆਲੋਚਨਾ ਨੂੰ ਛੱਡ ਕੇ, ਉਹਦੀ ਸਮੀਖਿਆ ਨੂੰ ਛੱਡ ਕੇ, ਅਦਰਵਾਈਜ਼ ਸਾਨੂੰ ਇਹ ਲੱਗਦਾ ਹੈ ਕਿ ਇਹਨੂੰ ਵੀ ਅਸੀਂ ਪੋਜ਼ਿਟਿਵ ਵੇ ਨਾਲ ਦੇਖਾਂਗੇ ਤੇ ਸਾਨੂੰ ਲੱਗੇਗਾ ਇਹ ਵੀ ਇੱਕ ਵੱਡੀ ਇਨਫੋਰਮੇਸ਼ਨ ਹੈ ਜਿਹੜੀ ਮਾਸਿਸ ਤੱਕ ਸਾਨੂੰ ਕਨਵੇ ਕਰ। ਗੱਲ ਇਹ ਹੁੰਦੀ ਹੈ ਨਾ ਭਾਜੀ, ਜਦੋਂ ਮੈਂ ਕਿਉਂ ਇਹ ਮਹਿਸੂਸ ਕੀਤਾ, ਜਦੋਂ ਮੈਂ PhD ਕਰਦੀ ਸੀ ਪੰਜਾਬੀ ਥੀਏਟਰ ਤੇ, ਮੇਰੀ PhD ਸੀ, ਵੀ ਮੈਨੂੰ ਪਤਾ ਮੈਂ ਕਿੰਨਾ ਔਖਾ ਅਖਬਾਰਾਂ ਚ ਲੱਭਿਆ, ਕਿੰਨਾ ਔਖਾ ਇੰਟਰਵਿਊਜ਼ ਕੀਤੀਆਂ। ਪਰ ਹੁਣ ਇੱਕ ਜਿਹੜਾ ਸਾਡੇ ਲਈ ਹੋਰ ਥੋੜਾ ਜਿਹਾ ਮਤਲਬ ਰੌਸ਼ਨੀ ਆਈ ਹੈ ਕਿ ਡਾਕਟਰ ਸਾਹਿਬ ਸਿੰਘ ਹੋਰੀ ਡੇਲੀ ਜਿਹੜਾ ਸੰਡੇ ਦੇ ਸੰਡੇ ਵੀਕਲੀ ਮੈਗਜ਼ੀਨ ਦੇ ਵਿੱਚ ਇੱਕ ਆਰਟੀਕਲ ਲਿਖਦੇ ਨੇ ਥੀਏਟਰ ਬਾਰੇ। ਸੁਦੇਸ਼ ਭਾਜੀ, ਤੁਹਾਡੇ ਨਾਲ ਬਹੁਤ ਵੱਡੀਆਂ ਗੱਲਾਂ ਨੇ ਮੇਰੀਆਂ ਕਰਨ ਵਾਲੀਆਂ, ਕਿਉਂਕਿ ਮੈਂ ਠੀਕ ਹੈ ਤੁਹਾਨੂੰ ਪਰਸਨਲੀ ਜਾਣਦੀ ਹਾਂ, ਪਰ ਜਦੋਂ ਅਸੀਂ ਕਿਤੇ ਗੱਲਬਾਤ ਨਿੱਠ ਕੇ ਕਰਦੇ ਹਾਂ ਥੀਏਟਰ ਬਾਰੇ, ਤਾਂ ਇੱਕ ਥੀਏਟਰ ਦੀ ਖੋਜ ਜਿਗਿਆਸਾ ਹੁੰਦੀ ਹੈ ਰੰਗਕਰਮੀ ਦੀ ਗੱਲ ਕਰਨ ਦੀ। ਮੈਂ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਸਾਂਝੀ ਕਰਨਾ ਚਾਹੂੰਗੀ, ਇਸ ਕੰਟੀਨਿਊਟੀ ਦੇ ਦੌਰਾਨ ਸੁਦੇਸ਼ ਜੀ ਹੋਰਾਂ ਦੀ ਕੀ ਕੰਟੀਨਿਊਟੀ ਦੇ ਵਿੱਚ ਕਿੱਦਾਂ ਦੀ ਸ਼ਿੱਦਤ ਔਰ ਕਿੱਦਾਂ ਦੀ ਡੈਡੀਕੇਸ਼ਨ ਹੈ। ਦੋਸਤੋ, ਕੱਲ ਭਾਜੀ ਦੇ ਅੱਖ ਦਾ ਆਪਰੇਸ਼ਨ ਹੋਇਆ ਸੀ, ਤੇ ਅੱਜ ਉਹ ਸਾਡੇ ਸਾਹਮਣੇ, ਜਦੋਂ ਕਿ ਉਹਨਾਂ ਨੇ ਲਾਈਟਾਂ 'ਚ ਨਹੀਂ ਬੈਠਣਾ, ਤੇ ਅੱਜ ਸਾਡੇ ਸਾਹਮਣੇ ਇੰਟਰਵਿਊ ਦੇ ਰਹੇ ਨੇ, ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਇਹਨੂੰ ਕਹਿੰਦੇ ਨੇ ਕੰਟੀਨਿਊਟੀ, ਡੈਡੀਕੇਸ਼ਨ, ਪੇਸ਼ੈਂਸ ਔਰ ਡਿਟਰਮੀਨੇਸ਼ਨ। ਇਹ ਅੱਜ ਦੀ ਨਹੀਂ, ਇਹਨਾਂ ਦੀ ਬਹੁਤ ਵੱਡੀ ਪਿੱਛੋਂ ਦੀ ਯਾਤਰਾ ਹੈ, ਇੱਕ ਬਹੁਤ ਲੰਬੀ ਯਾਤਰਾ ਹੈ, ਜਿਹਦੇ ਚੋਂ ਹਜੇ ਮੈਂ ਤਾਂ ਇੱਕ ਪੂਣੀ ਛੋਈ ਸੀ, ਹਜੇ ਮੇਰਾ ਕੱਤਿਆ ਤਾਂ ਕੁਛ ਨਹੀਂ ਸੀ, ਹਜੇ ਮੈਂ ਛੋਹ ਪਾਇਆ ਸੀ ਕਿ ਸਾਨੂੰ ਟਾਈਮ ਦਾ ਅਲਾਰਮ ਮਿਲਣਾ ਸ਼ੁਰੂ ਹੋ ਗਿਆ, ਕਿਉਂਕਿ ਸਾਡਾ ਇੱਕ ਟਾਈਮ ਬਾਉਂਡ ਫਰੇਮ 'ਚ ਕੰਮ ਕਰ ਰਹੇ ਹਾਂ। ਬਹੁਤ ਸਾਰੇ ਸੀਰੀਅਲ 'ਚ ਕੰਮ ਕੀਤਾ, ਬਹੁਤ ਸਾਰੇ ਅਵਾਰਡ ਮਿਲੇ। ਕਿਸੇ ਦਿਨ ਫੇਰ ਬੈਠਾਂਗੇ ਭਾਜੀ ਤੇ ਆਪਾਂ ਖੁੱਲੀਆਂ ਗੱਲਾਂ ਕਰਾਂਗੇ। ਤੇ ਮੇਰੀ ਇੱਕ ਤੁਹਾਨੂੰ ਸਾਰਥਕ ਰੰਗਮੰਚ ਵੱਲੋਂ ਕਹਿ ਲਓ, ਜਾਂ ਇਸ ਸੁਚੇਤਕ ਸਟੂਡੀਓ ਵੱਲੋਂ ਇੱਕ, ਮੈਂ ਜਿਹੜਾ ਤੁਸੀਂ ਮੈਗਜ਼ੀਨ ਦੀ ਗੱਲ ਕਰ ਰਹੇ ਸੀ, ਅਸੀਂ ਤੁਹਾਡੇ ਤੋਂ ਇਹ ਤਵੱਕੋ ਕਰਦੇ ਹਾਂ ਕਿ ਤੁਸੀਂ ਐਡੇ ਵੱਡੇ ਫੈਸਟੀਵਲ ਕਰਦੇ ਹੋ, ਤੁਹਾਨੂੰ ਬਹੁਤ ਵਾਸਟ ਨੌਲੇਜ ਹੈ, ਉਹ ਵੀ ਕੰਟੀਨਿਊਟੀ ਦੇ ਵਿੱਚੋਂ ਆਈ ਹੈ। ਤੇ ਥੀਏਟਰ ਲਈ ਇੱਕ ਮੈਗਜ਼ੀਨ ਜਾਂ ਰਸਾਲਾ ਸ਼ੁਰੂ ਕਰੋ, ਜਿਹੜਾ ਕਿ ਅਸੀਂ ਫਿਊਚਰ ਦੇ ਵਿੱਚ ਸਾਡੇ ਰੰਗਕਰਮੀ, ਸਾਡੇ ਖੋਜਾਰਥੀ, ਜਾਂ ਸਾਡਾ ਇੱਕ ਆਮ ਪਾਠਕ ਜਿਹੜਾ ਜਿੱਥੇ ਕਵਿਤਾ ਦੀ ਆਲੋਚਨਾ ਪੜ੍ਹਦਾ ਜਾਂ ਥੀਏਟਰ ਉਹਦੀ ਕਹਾਣੀ ਦੀ ਆਲੋਚਨਾ ਪੜ੍ਹਦਾ, ਉਹ ਵੀ ਇਸ ਚੀਜ਼ ਨਾਲ ਜੁੜੇ। ਮੈਨੂੰ ਲੱਗਦਾ ਵੀ ਤੁਸੀਂ ਇਹ ਕੰਮ
ਬਖੂਬੀ ਕਰ ਸਕਦੇ ਹੋ ਔਰ ਕਰੋਗੇ। ਸਾਡੀ ਇਸ ਬੇਨਤੀ ਨੂੰ ਕਦੇ ਸੋਚਣ ਦੀ ਕੋਸ਼ਿਸ਼ ਕਰਿਓ ਕਿ ਸਾਨੂੰ ਇਹ ਡਾਕੂਮੈਂਟੇਸ਼ਨ ਮਿਲਣੀ ਚਾਹੀਦੀ ਹੈ। ਹਾਲਾਂਕਿ ਮੈਡਮ ਉੱਪਰ ਨੇ 2-3 ਕਿਤਾਬਾਂ ਲਿਖੀਆਂ ਨੇ ਇਸ ਦੇ ਉੱਪਰ, ਬਹੁਤ ਵੱਡਾ ਇੱਕ ਸਾਨੂੰ ਡਾਕੂਮੈਂਟੇਸ਼ਨ ਦਾ ਇੱਕ ਪਲੰਦਾ ਦਿੱਤਾ ਹੈ ਕਿ ਗ੍ਰੰਥ ਹੀ ਕਹਿ ਸਕਦੀ ਹਾਂ ਮੈਂ, ਜਿਹਦੇ 'ਚ ਹਰ ਨਾਟਕ ਦੇ ਬਾਰੇ ਬੜੇ ਹੈਲਦੀ ਢੰਗ ਨਾਲ ਕ੍ਰਿਟਿਸਿਜ਼ਮ ਕੀਤਾ ਹੋਇਆ। ਤੇ ਭਾਜੀ ਤੁਸੀਂ ਇਸ ਮੰਚ ਤੋਂ ਸਾਡੇ ਆਉਣ ਵਾਲੇ ਰੰਗਕਰਮੀਆਂ ਨੂੰ ਤੇ ਆਉਣ ਵਾਲੇ ਪੀੜ੍ਹੀ ਨੂੰ ਤੇ ਦੇਖ ਰਹੇ ਦਰਸ਼ਕਾਂ ਨੂੰ ਮੈਂ ਵਾਅਦਾ ਹੀ ਲੈ ਸਕਦੀ ਹਾਂ, ਕਿਉਂਕਿ ਮੈਂ ਭਾਵੁਕ ਹੋ ਗਈ ਇਸ ਗੱਲ ਲਈ ਕਿ ਤੁਸੀਂ ਇੰਨਾ ਕੰਮ ਕਰ ਰਹੇ ਹੋ, ਇੰਨਾ ਕਰੋਗੇ ਅੱਗੇ। ਪ੍ਰਮਾਤਮਾ ਕਰੇ ਤੁਸੀਂ ਸਾਰੀ ਉਮਰ ਇਹ ਕੰਮ ਕਰਦੇ ਰਹੋ ਤੇ ਮੈਗਜ਼ੀਨ ਵਾਲਾ ਉਪਰਾਲਾ ਵੀ ਤੁਹਾਨੂੰ ਹੀ ਕਰਨਾ ਪੈਣਾ। ਕੀ ਵਿਚਾਰ ਆ ਤੁਹਾਡਾ ਇਹਦੇ ਬਾਰੇ? ਮੈਂ ਗੋਲੀ ਜੀ ਇਹ ਯਕੀਨ ਦਿਲਾਉਂਦਾ ਕਿ ਮੈਗਜ਼ੀਨ ਵਾਲਾ ਉਪਰਾਲਾ ਆਪਾਂ ਜ਼ਰੂਰ ਕਰਾਂਗੇ, ਰਲ ਮਿਲ ਕੇ ਕਰਾਂਗੇ ਔਰ ਉਹ ਹਰ ਸਾਲ ਨਿਕਲੇਗਾ, ਹਰ ਤਿਮਾਹੀ ਛਮਾਹੀ, ਪਹਿਲਾ ਸਾਲ ਤੋਂ ਸ਼ੁਰੂ ਜਿੱਦਾਂ ਮਰਜ਼ੀ ਡਿਜ਼ਾਈਨ ਕਰੋ। ਹਾਂਜੀ, ਉਹ ਜ਼ਰੂਰ ਪਹੁੰਚਾਂਗੇ। ਤੇ ਮੇਰੀ ਫਿਰ ਇੱਕ ਵਾਰੀ ਸਾਰੇ ਦਰਸ਼ਕਾਂ ਨੂੰ ਔਰ ਜਿੰਨੇ ਵੀ ਕਲਾਕਾਰ ਅਸੀਂ ਜੁੜੇ ਹਾਂ ਉਹ ਸਭ ਨੂੰ ਬਹੁਤ ਬਹੁਤ ਵਧਾਈ ਕਿ ਤੁਸੀਂ ਟਾਈਮ ਕੱਢ ਕੇ ਇਹ ਸੁਣਿਆ ਵੀ, ਔਰ ਹਰ ਜਗ੍ਹਾ ਦੇ ਉੱਤੇ ਤੁਸੀਂ ਆਪਣੇ ਆਪਣੇ ਸ਼ਹਿਰ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਹੋ, ਬਹੁਤ ਅੱਛਾ ਤੁਸੀਂ ਆਪਣਾ ਹੋਰ ਕੰਮ ਕਰ ਸਕਦੇ ਹੋ। ਮੇਰਾ ਫਿਰ ਇੱਕ ਇਹੀ ਹੈ ਕਿ ਆਪਣੇ ਜਿਹੜੇ ਦਰਸ਼ਕ ਹੈ, ਜਿਹੜੇ ਕਲਾ ਪ੍ਰੇਮੀ ਹੈ, ਉਹਨਾਂ ਦੀ ਪਹਿਚਾਣ ਜ਼ਰੂਰ ਕਰੋ। ਮੈਂ ਇਸ ਕਲਾ ਪ੍ਰੇਮੀਆਂ ਦੇ ਬਾਰੇ, ਉਹਨਾਂ ਦੀ ਪਹਿਚਾਣ ਬਾਰੇ ਗੱਲਬਾਤ ਕਰਨੀ ਚਾਹੁੰਦਾ ਸੀ, ਲੇਕਿਨ ਹੁਣ ਡਾਕਟਰ ਸਾਹਿਬ ਨੇ ਮੈਨੂੰ ਸਮਾਂ ਨਹੀਂ ਦਿੱਤਾ। ਉਹ ਕਦੀ ਫਿਰ ਜ਼ਰੂਰ ਉਸ ਨਹੀਂ ਭਾਜੀ ਸਮਾਂ ਬਹੁਤ ਹੈ, ਕਰੀਏ ਕਿ ਤੁਹਾਡਾ ਐਕਸਪੀਰੀਅੰਸ ਹੀ ਬਹੁਤ ਹੈ। ਸਾਡੇ ਨਾਲ ਬਹੁਤ ਸਾਰੇ ਦਰਸ਼ਕ ਹੋਰ ਜੁੜੇ ਨੇ। ਡਾਕਟਰ ਸਾਹਿਬ ਸਿੰਘ ਹੋਰੀ ਵੀ ਉਹ ਫੀਚਰ ਬਾਰੇ ਗੱਲ ਕਰ ਰਹੇ। ਡਾਕਟਰ ਸਾਹਿਬ ਅਸੀਂ ਇਹ ਗੱਲ ਕੀਤੀ ਹੈ ਕਿ ਤੁਸੀਂ ਸਾਹਿਬ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ, ਸਾਨੂੰ ਬੜੀ ਹੈਲਦੀ ਡਿਸਕਸ਼ਨ ਵਾਲਾ ਇੱਕ ਕਾਲਮ ਦੇ ਰਹੇ ਹੋ ਥੀਏਟਰ ਦਾ, ਜੋ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਲੋਕ ਸੁਣਦੇ ਨੇ, ਦੇਖਦੇ ਨੇ, ਪੜ੍ਹਦੇ ਨੇ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਸਾਰੇ ਦਰਸ਼ਕਾਂ ਦਾ, ਸਾਰੇ ਮਿੱਤਰਾਂ ਦਾ। ਦੋਸਤੋ ਸਵਾਲਾਂ ਦਾ ਸਿਲਸਿਲਾ ਏਦਾਂ ਹੀ ਜਾਰੀ ਰੱਖਿਆ ਕਰੋ। ਅੱਜ ਅਸੀਂ 9ਵੇਂ ਦਿਨ ਵਿੱਚ ਆਏ ਸੀ ਤੇ ਕੱਲ ਸਾਡਾ 10ਵਾਂ ਦਿਨ ਹੋਏਗਾ। ਨਵੇਂ ਕਲਾਕਾਰ ਨਾਲ, ਨਵੇਂ ਰੰਗਕਰਮੀ ਨਾਲ ਨਵੀਆਂ ਬਾਤਾਂ ਪਾਵਾਂਗੇ, ਨਵੇਂ ਹੰਗੋਰੇ ਭਰਾਂਗੇ। ਤੇ ਹੁਣ ਲਈ ਦਿਓ ਇਜਾਜ਼ਤ। ਤੁਹਾਡਾ ਸਾਰਿਆਂ ਦਾ ਸੁਚੇਤਕ ਸਟੂਡੀਓ ਵੱਲੋਂ, ਮੇਰੇ ਵੱਲੋਂ, ਇੰਦਰਜੀਤ ਗੋਲਡੀ ਵੱਲੋਂ ਤੇ ਸਤੀਸ਼ ਸ਼ਰਮਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸਤਿ ਸ੍ਰੀ ਅਕਾਲ ਦੋਸਤੋ।